ਕਾਫਲਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪ ਜੀ ਦਾ ਹੋਸਟ ਅਤੇ ਦੋਸਤ ਅਵਤਾਰ ਸਿੰਘ ਧਾਲੀਵਾਲ ਆਪ ਜੀ ਦੇ ਨਾਲ ਹਾਜ਼ਰ ਹਾਂ ਔਰ ਅੱਜ ਦੇ ਇਸ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਤੁਹਾਡੀ ਕਰਵਾਵਾਂਗੇ ਔਰ ਕਰਾਂਗੇ ਆਪਾਂ ਇਹੋ ਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਦੀ ਟ੍ਰਿਬਿਊਨ ਦੇ ਵਿੱਚ ਕੰਮ ਕੀਤਾ ਜੀ, ਇੰਡੀਆ ਟੁਡੇ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ ਦੇ ਵਿੱਚ ਔਰ ਰੈਜ਼ੀਡੈਂਟ ਐਡੀਟਰ ਹੈਗੇ ਨੇ ਜੀ ਹਿੰਦੁਸਤਾਨ ਟਾਈਮਸ ਦੇ। 2010 ਤੋਂ ਲੈ ਕੇ ਡੇ ਐਂਡ ਨਾਈਟ ਨਿਊਜ਼ ਜਿਹੜਾ ਤੁਸੀਂ ਚੈਨਲ ਦੇਖਦੇ ਰਹੇ ਹੋ ਸੋ ਉਹਦੇ ਮੈਨੇਜਿੰਗ ਡਾਇਰੈਕਟਰ ਨੇ ਔਰ 2017 ਦੇ ਵਿੱਚ ਇਲੈਕਸ਼ਨ ਲੜ ਕੇ ਔਰ MLA ਸਾਹਿਬਾਨ ਬੜੇ ਪੰਜਾਬ ਤੋਂ, ਖਰੜ ਤੋਂ। ਸੋ ਮੇਰੀ ਮੁਰਾਦ ਹੈਗੇ ਨੇ ਸਰਦਾਰ ਕੰਵਰ ਸੰਧੂ ਸਾਹਿਬ। ਸੋ ਸੰਧੂ ਸਾਹਿਬ ਸਾਡੇ ਨਾਲ ਸਵਾਗਤ ਤੁਹਾਡਾ ਜੀ। ਅੱਜ ਸਟੂਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਡੀ ਹੋ ਰਹੀ ਹੈ ਜੀ। ਸੋ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਮਿਹਰਬਾਨੀ ਧਾਲੀਵਾਲ ਸਾਹਿਬ, ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਸਾਰੇ ਕਾਫਲਾ TV ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਸਾਨੂੰ ਆਪ ਨੂੰ ਬਹੁਤ ਖੁਸ਼ੀ ਹੁੰਦੀ ਪਈ ਆ ਵੀ ਅਸੀਂ ਤੁਹਾਡੇ ਬਰਾਬਰ ਬੈਠ ਕੇ ਗੱਲਬਾਤ ਕਿਵੇਂ ਤੁਹਾਡੇ ਨਾਲ ਕਰੀਏ। ਅਸੀਂ ਕਿਸੇ ਵੀ ਪੱਤਰਕਾਰ ਦੇ ਨਾਲ ਗੱਲਬਾਤ ਕਰਨੀ ਔਰ ਜਿਹੜੇ ਐਡੀਟਰ ਹੋਣ ਜੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਆ। ਸੋ ਸਾਨੂੰ ਵੀ ਇਸ ਚੀਜ਼ ਦਾ ਮਾਣ ਹੈਗਾ ਜੀ, ਅੱਜ ਤੁਸੀਂ ਸਾਨੂੰ ਮੌਕਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹਾਂ ਜੀ। ਥੈਂਕ ਯੂ ਧਾਲੀਵਾਲ ਸਾਹਿਬ। ਇਹ ਹੁਣ ਸਾਡੀ ਤੇ ਅਸੀਂ ਤੇ ਪੁਰਾਣੀ ਜਨਰੇਸ਼ਨ ਤੋਂ ਆ, ਹੁਣ ਜ਼ਮਾਨਾ ਤਾਰੀ ਜਨਰੇਸ਼ਨ ਦਾ ਵਾ। ਸੋ ਇਟ ਇਜ਼ ਯੋਰ ਟਾਈਮ ਨਾਓ। ਮਿਹਰਬਾਨੀ ਸਰ, ਥੈਂਕ ਯੂ ਜੀ। ਤੁਹਾਡੇ ਕੋਲ ਸਿੱਖਣ ਲਈ ਸਾਨੂੰ ਬਹੁਤ ਕੁਝ ਮਿਲਣਾ ਜੀ। ਸੋ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਸੋ ਦਰਸ਼ਕਾਂ ਦੇ ਨਾਲ ਮੈਂ ਸਾਂਝ ਪਵਾ ਦਿੱਤੀ ਹੈ ਜੀ, ਕਿਉਂਕਿ ਇਹ ਜਾਣਾ ਪਛਾਣਾ ਚਿਹਰਾ ਜੀ। ਮੈਂ ਜ਼ਿਆਦਾ ਸਮਾਂ ਇੰਟਰੋਡਕਸ਼ਨ ਦੇ ਉੱਪਰ ਲਗਾਇਆ ਨਹੀਂ ਇਸੇ ਕਰਕੇ। ਸੋ ਸੰਧੂ ਸਾਹਿਬ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਸੋ ਸੰਧੂ ਸਾਹਿਬ, ਮੇਰਾ ਪਹਿਲਾ ਸਵਾਲ ਹੈਗਾ ਜੀ, ਥੋੜਾ ਜਿਹਾ ਪਿਛੋਕੜ ਬਾਰੇ ਵੀ ਦੱਸਿਓ ਜੀ, ਕਿਉਂਕਿ ਬਾਕੀ ਗੱਲਾਂ ਬਾਤਾਂ ਆਪਣੀਆਂ ਫਾਰਮਲ ਹੁੰਦੀਆਂ ਰਹਿੰਦੀਆਂ ਨੇ, ਖਾਸ ਤੌਰ ਤੇ ਜਦੋਂ ਵੀ ਤੁਹਾਡੇ ਨਾਲ ਇੰਟਰਵਿਊਜ਼ ਹੋਈਆਂ ਨੇ ਉਹ ਜਿਹੜੀ ਆਮ ਆਦਮੀ ਪਾਰਟੀ ਸੀ ਜਾਂ ਇਲੈਕਸ਼ਨ ਸੀ ਤੁਹਾਡੀ, ਉਹਦੇ ਸੰਬੰਧ ਦੇ ਵਿੱਚ, ਉਹਦੇ ਸੰਦਰਭ 'ਚ ਹੁੰਦੀਆਂ ਰਹੀਆਂ। ਸੋ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਵਿਚਾਰਨਾ ਪਾਇਓ ਜੀ, ਕਿੱਥੋਂ ਹੈਗੇ ਜੀ ਬੈਕਗ੍ਰਾਉਂਡ? ਅਸੀਂ ਸਾਡਾ ਪਰਿਵਾਰ ਦਾ ਬੈਕਗ੍ਰਾਉਂਡ ਤੇ ਪਿੰਡ ਪਕਨਾ ਅੰਮ੍ਰਿਤਸਰ ਤੋਂ ਆ। ਅੱਛਾ ਜੀ। ਤੇ ਹਾਲਾਂਕਿ ਮੈਂ ਉੱਥੇ ਨਹੀਂ ਰਿਹਾ ਜੀ। ਸੋ ਸਾਡੇ ਪਰਿਵਾਰ ਉੱਥੋਂ ਦਾ ਵਾ ਤੇ ਉਸ ਤੋਂ ਬਾਅਦ ਸਾਡਾ ਥੋੜਾ ਜਿਹਾ ਪਰਿਵਾਰ ਜਿਹੜਾ ਵਾ ਉਹ ਸਰਗੋਧਾ ਜ਼ਿਲ੍ਹੇ 'ਚ ਵੀ ਚਲਾ ਗਿਆ ਸੀ। ਮੇਰੇ ਗ੍ਰੈਂਡਫਾਦਰ ਸੈਕੰਡ ਵਰਲਡ ਵਾਰ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਮੀਨ ਮਿਲ ਗਈ ਸੀ ਉੱਥੇ। ਤੇ 1930 ਦੇ ਨੇੜੇ ਅਸੀਂ, ਸਾਡੇ ਪਰਿਵਾਰ ਨੇ ਕੁਝ ਜ਼ਮੀਨ ਗੰਗਾਨਗਰ ਜ਼ਿਲ੍ਹੇ 'ਚ ਵੀ ਲੈ ਲਈ ਸੀ ਰਾਜਸਥਾਨ 'ਚ। ਜਦੋਂ ਗੰਗਾਨਗਰ ਜ਼ਿਲ੍ਹਾ ਆਬਾਦ ਹੋਇਆ ਵਾ, ਕਨਾਲ ਉੱਥੋਂ ਨਿਕਲੀ ਹੈ ਜਦੋਂ, ਮਹਾਰਾਜਾ ਗੰਗਾ ਸਿੰਘ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਉੱਥੇ ਵਸਣ ਵਾਸਤੇ ਸੱਦਾ ਦਿੱਤਾ ਸੀ ਤੇ ਉਦੋਂ ਸਾਡੀ ਫੈਮਿਲੀ ਜਿਹੜੀ ਉੱਥੇ ਚਲੀ ਗਈ। ਸੋ ਮੇਰਾ ਜਨਮ ਜਿਹੜਾ ਵਾ ਪ੍ਰਾਇਮਰੀਲੀ ਉਹ ਗੰਗਾਨਗਰ ਦਾ ਹੀ ਆ। ਉੱਥੇ ਮੇਰਾ ਜਨਮ ਹੋਇਆ, ਮੈਂ ਉੱਥੇ ਵੱਡਾ ਹੋਇਆ ਔਰ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਬਾਕੀ ਐਜੂਕੇਸ਼ਨ ਹੈ ਉਹ ਕਰੀਬ ਪੰਜਾਬ ਦੀ ਹੈ। ਉਸ ਤੋਂ ਬਾਅਦ ਮੈਂ ਕਰੀਬ ਪੰਜਾਬ ਦੇ ਵਿੱਚ ਹੀ ਰਿਹਾ ਵਾਂ, ਚੰਡੀਗੜ੍ਹ, ਜਲੰਧਰ, ਮੈਂ ਜਲੰਧਰ ਵੀ ਪੜ੍ਹਿਆ ਵਾਂ ਔਰ ਬਾਕੀ ਤੁਸੀਂ ਜਿਹੜੇ ਅਖਬਾਰਾਂ 'ਚ ਮੈਂ ਕੰਮ ਕੀਤਾ ਵਾ ਉਹਦੇ ਬਾਰੇ ਤੁਸੀਂ ਦੱਸ ਹੀ ਦਿੱਤਾ। ਤੁਸੀਂ ਬੈਚਲਰ ਕੀਤੀ, ਦੈਨ ਮਾਸਟਰ ਕੀਤੀ ਜੀ ਔਰ ਉਸ ਤੋਂ ਬਾਅਦ ਫਿਰ ਜਰਨਲਿਜ਼ਮ ਦੀ ਤੁਸੀਂ ਸਟੱਡੀ ਕੀਤੀ। ਸੋ ਉਸ ਟਾਈਮ ਤੇ ਤੁਹਾਡੇ ਮਾਈਂਡ ਦੇ ਵਿੱਚ ਇਹ ਕਿਵੇਂ ਚੀਜ਼ ਆਈ ਕਿ ਜਰਨਲਿਜ਼ਮ ਦੇ ਕਿੱਤੇ ਵਾਲੇ ਪਾਸੇ ਜਾਂ ਇਸ ਫੀਲਡ ਵਾਲੇ ਪਾਸੇ ਜਿਹੜਾ ਜੀ ਜਾਣਾ ਚਾਹੀਦਾ? ਧਾਲੀਵਾਲ ਸਾਹਿਬ, ਸਾਡਾ ਬੇਸਿਕਲੀ ਪਰਿਵਾਰ ਜਿਹੜਾ ਵਾ ਜਾਂ ਤੇ ਜ਼ਿਮੀਂਦਾਰਾਂ ਦੇ ਵਿੱਚ ਸੀਗਾ ਤੇ ਜਾਂ ਫਿਰ ਫੌਜ ਦੇ ਵਿੱਚ ਸੀ ਜੀ। ਮੇਰੇ ਗ੍ਰੈਂਡਫਾਦਰ, ਮੇਰੇ ਫਾਦਰ, ਮੇਰੇ ਬ੍ਰਦਰ ਇਨ ਲਾਅ, ਇਹ ਸਾਰੇ ਫੌਜ ਦੇ ਵਿੱਚ ਹੀ ਆ। ਸੋ ਪਹਿਲਾ ਇੰਟਰਸਟ ਸਾਰਿਆਂ ਦਾ ਇਹੋ ਹੀ ਸੀ ਕਿ ਮੈਂ ਵੀ ਫੌਜ ਦੇ ਵਿੱਚ ਹੀ ਜਾਵਾਂ। ਪਰ ਮੈਨੂੰ ਬੜੀ ਛੋਟੀ ਉਮਰ ਤੋਂ ਕਾਫੀ ਦਿਲਚਸਪੀ ਸੀਗੀ ਖੇਡਾਂ ਦੇ ਵਿੱਚ। ਅੱਛਾ ਜੀ। ਸੋ ਮੈਂ ਸਕੂਲ ਦੇ ਵਿੱਚ ਵੀ ਚੰਗੇ ਖਿਡਾਰੀਆਂ ਚਾਹੁੰਦਾ ਸੀ ਤੇ ਉਸ ਤੋਂ ਬਾਅਦ ਮੈਂ 2 ਸਾਲ ਸਪੋਰਟਸ ਕਾਲਜ ਜਲੰਧਰ ਵੀ ਲਾਇਆ। ਮੈਂ ਐਥਲੀਟ ਸੀ ਉੱਥੇ ਔਰ ਮੈਨੂੰ ਬੜਾ ਮਾਣ ਪ੍ਰਾਪਤ ਹੋਇਆ ਵਾ ਬਹੁਤ ਅੱਛੇ ਖਿਡਾਰੀਆਂ ਦੇ ਨਾਲ ਪੜ੍ਹਨ ਦਾ ਔਰ ਉਹਨਾਂ ਨਾਲ ਖੇਡਣ ਦਾ। ਜਿਵੇਂ ਉਦੋਂ ਸਾਡੇ ਨਾਲ ਹਾਕੀ ਦੇ ਸੁਰਜੀਤ ਸਿੰਘ ਸਾਡੇ ਤੋਂ 1 ਸਾਲ ਸੀਨੀਅਰ ਸੀਗੇ। ਅੱਛਾ ਜੀ। ਫੁੱਟਬਾਲਰ ਮਨਜੀਤ ਸਿੰਘ ਵੀ ਸਾਡੇ ਨਾਲ ਸੀਗੇ। ਸੋ ਉਹ ਵੀ ਉਹਨਾਂ ਦੇ ਸਪੋਰਟਸ ਕਾਲਜ ਸੀ। ਲੈਂਬਰ ਸਿੰਘ ਮੰਡੇ ਜਿਹੜੇ ਬਾਅਦ 'ਚ ਹਰਡਲਸ ਦੇ ਏਸ਼ੀਅਨ ਗੋਲਡ ਮੈਡਲਿਸਟ, ਏਸ਼ੀਅਨ ਬ੍ਰੌਂਜ਼ ਮੈਡਲਿਸਟ ਹੋਏ, ਮੇਰੇ ਕਲਾਸ ਫੈਲੋ ਸੀ, ਇੱਕ ਰੂਮਮੇਟ ਸੀਗੇ। ਸੋ ਉਦੋਂ ਮੈਨੂੰ ਉਦੋਂ ਥੋੜਾ ਬਹੁਤ ਲਿਖਣ ਦਾ, ਸਪੋਰਟਸ ਬਾਰੇ ਲਿਖਣ ਦਾ ਸ਼ੌਕ। ਅੱਛਾ ਜੀ। ਸੋ ਜਦੋਂ ਮੈਂ ਫਿਰ ਸਪੋਰਟਸ ਕਾਲਜ ਤੋਂ ਬਾਅਦ ਮਾਸਟਰਸ ਕੀਤੀ DAV ਕਾਲਜ ਜਲੰਧਰ 'ਚ, ਉਦੋਂ ਮੈਂ ਲਿਖਦਾ ਰਿਹਾ। ਮੈਂ ਉਦੋਂ ਹੀ ਲਿਖਣਾ ਸ਼ੁਰੂ ਕਰਤਾ ਤੇ ਬਾਅਦ 'ਚ ਮੈਨੂੰ ਲੱਗਾ ਕਿ ਜਰਨਲਿਜ਼ਮ ਵੀ ਇੱਕ ਆਪਸ਼ਨ ਹੈ ਜਿਹੜੀ ਮੈਨੂੰ ਐਕਸਪਲੋਰ ਕਰਨੀ ਚਾਹੀਦੀ ਹੈ। ਹਾਲਾਂਕਿ ਮੇਰਾ ਪਰਿਵਾਰ ਚਾਹੁੰਦਾ ਸੀ ਕਿ ਮੈਂ ਫੌਜ ਦੇ ਵਿੱਚ ਹੀ ਜਾਵਾਂ। ਅੱਛਾ ਜੀ। ਤੇ ਉਦੋਂ ਫਿਰ ਮੈਂ ਆ ਕੇ ਚੰਡੀਗੜ੍ਹ ਤੋਂ ਬੈਚਲਰਸ ਆਫ ਜਰਨਲਿਜ਼ਮ ਕੀਤੀ ਔਰ ਮੈਨੂੰ ਬੈਚਲਰਸ ਆਫ ਜਰਨਲਿਜ਼ਮ ਕਰਦਿਆਂ ਹੀ ਇੱਕਦਮ ਹੀ ਮੈਨੂੰ ਟ੍ਰਿਬਿਊਨ ਦੇ ਵਿੱਚ ਨੌਕਰੀ ਮਿਲ ਗਈ। ਪਹਿਲਾਂ ਮੈਂ ਸਪੋਰਟਸ ਰਿਪੋਰਟਰ ਰਿਹਾ ਵਾਂ ਪਰ ਫਿਰ ਮੈਂ ਬਾਕੀ ਜਨਰਲ ਰਿਪੋਰਟਿੰਗ ਕਰਦਾ ਰਿਹਾ ਔਰ ਫਿਰ ਉਸ ਤੋਂ ਬਾਅਦ ਮੈਂ ਇੰਡੀਅਨ ਐਕਸਪ੍ਰੈਸ ਔਰ ਬਾਕੀ ਇੰਡੀਆ ਟੁਡੇ ਵਗੈਰਾ 'ਚ ਕੰਮ ਕੀਤਾ। ਮੈਂ डिफेंस बारे भी बहुत लिखा।
ਮੈਨੂੰ ਉਹਦਾ ਵੀ ਦਿਲਚਸਪੀ ਸੀ ਕਿਉਂਕਿ ਮੈਨੂੰ ਪਰਿਵਾਰਿਕ ਤੌਰ ਤੇ ਮੈਨੂੰ ਬੈਕਗ੍ਰਾਉਂਡ ਸੀ ਉਸ ਦਾ ਜੀ। ਤੇ ਬਾਅਦ ਚ ਤੁਸੀਂ ਵੇਖ ਹੀ ਲਿਆ ਵਾ ਫਿਰ 2-3 ਥਾਵਾਂ ਤੇ ਜਿੱਥੇ ਕਨਫਲਿਕਟ ਏਰੀਆ ਸੀ, ਭਾਵੇਂ ਪੰਜਾਬ ਸੀ, J&K ਸੀ, ਉਹ ਵੀ ਮੈਨੂੰ ਕਵਰ ਕਰਨ ਦਾ ਕਾਫੀ ਮੌਕਾ ਮਿਲਿਆ। ਜਦੋਂ ਮੈਂ ਇੰਡੀਆ ਟੁਡੇ ਸੀਗਾ ਮੈਨੂੰ ਪਾਕਿਸਤਾਨ ਕਈ ਵਾਰ ਜਾਣ ਦਾ ਮੌਕਾ ਮਿਲਿਆ। ਪਾਕਿਸਤਾਨ ਵੀ ਉਦੋਂ ਕਵਰ ਕਰਦਾ ਰਿਹਾ ਵਾਂ। ਪਾਕਿਸਤਾਨ ਆਕੂਪਾਈਡ ਕਸ਼ਮੀਰ, ਜਿਹਨੂੰ ਕਸ਼ਮੀਰ ਵਾਲੇ ਆਜ਼ਾਦ ਕਸ਼ਮੀਰ ਕਹਿੰਦੇ ਆ, ਉੱਥੇ ਵੀ ਜਾਣ ਵਾਲਾ ਸ਼ਾਇਦ ਮੈਂ ਪਹਿਲਾ ਜਰਨਲਿਸਟ ਸੀ, ਇੰਡੀਅਨ ਜਰਨਲਿਸਟ। ਪਰ ਮੈਨੂੰ ਬੜੀ ਛੋਟੀ ਉਮਰ ਦੇ ਵਿੱਚ ਹੀ ਸੀਨੀਅਰ ਪੋਜੀਸ਼ਨ ਹਾਸਲ ਹੋ ਗਈਆਂ। 37-38 ਸਾਲ ਦਾ ਹੀ ਸੀ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਦਾ ਰੈਜ਼ੀਡੈਂਟ ਐਡੀਟਰ ਬਣ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਦੇਖੋ ਇਹ ਬੜੀ ਵੱਡੀ ਉਪਲਬਧੀ ਹੈ ਜੀ। ਔਰ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਨਾ ਜਿਵੇਂ ਇੰਟਰਨੈਟ ਦਾ ਯੁੱਗ ਆ ਜਾਂ ਉਹ ਚੀਜ਼ਾਂ ਸਾਡੇ ਲਈ ਨਾ ਤੁਸੀਂ ਮਤਲਬ ਪੈੜਾਂ ਵੀ ਬਣਾ ਦਿੱਤੀਆਂ ਸਾਨੂੰ, ਉਹਨਾਂ ਚੀਜ਼ਾਂ ਤੇ ਚੱਲਣਾ ਵੀ ਸੌਖਾ ਹੋ ਜਾਂਦਾ। ਪਰ ਉਹਨਾਂ ਸਮਿਆਂ ਦੀਆਂ ਜਿਹੜੀਆਂ ਚੁਣੌਤੀਆਂ ਸੀ ਉਹ ਬੜੀਆਂ ਵੱਖਰੇ ਜਿਹੇ ਢੰਗ ਦੀਆਂ ਸੀ, ਜਾਂ ਇੰਝ ਕਹਿ ਲਓ ਵੀ ਪਿੰਡਾਂ ਦੇ ਵਿੱਚ ਅਖਬਾਰ ਵੀ ਨਹੀਂ ਸੀ ਆਉਂਦੇ ਹੈਗੇ, ਨਾ ਸਿਰਫ ਇੱਕ ਰੇਡੀਓ ਹੁੰਦਾ ਸੀ ਜਾਂ ਦੂਰਦਰਸ਼ਨ ਹੁੰਦਾ ਹੋਊਗਾ। ਸੋ ਇਹ ਅਦਾਰਿਆਂ ਦੀ ਪਹੁੰਚ ਤਾਂ ਬਿਲਕੁਲ ਜਾਂ ਪੰਜਾਬ ਜਾਂ ਰਾਜਸਥਾਨ ਵਰਗੀਆਂ ਸਟੇਟਾਂ ਜਿਹੜੀਆਂ ਇੱਕ ਤਰ੍ਹਾਂ ਦੀਆਂ, ਮੈਂ ਉਹਨਾਂ ਸਮਿਆਂ ਤੇ ਕਿਉਂਕਿ ਪੰਜਾਬ 'ਚ ਜਦੋਂ ਜੇ ਤੁਸੀਂ ਸਟਾਰਟ ਕੀਤਾ ਉਦੋਂ ਤਕਰੀਬਨ ਕਾਲਾ ਟਾਈਮ ਚੱਲਦਾ ਪਿਆ ਸੀ ਪੰਜਾਬ ਦਾ। ਸੋ ਉਹ ਬੜਾ ਔਖਾ ਸੀ। ਸੋ ਕਿਵੇਂ ਦੀਆਂ ਚੁਣੌਤੀਆਂ ਤੁਹਾਨੂੰ ਲੱਗੀਆਂ ਜਦੋਂ ਤੁਸੀਂ ਇਸ ਫੀਲਡ 'ਚ ਆਏ? ਚੁਣੌਤੀਆਂ ਹਰ ਤਰੀਕੇ ਦੀਆਂ ਚੁਣੌਤੀਆਂ ਸੀ ਜੀ। ਬੜੀ ਦਿਲਚਸਪ ਗੱਲ ਇਹ ਸੀ ਕਿ ਔਰ ਹੁਣ ਸ਼ਾਇਦ ਲੋਕਾਂ ਨੂੰ ਇਹ ਮੰਨਣ 'ਚ ਨਹੀਂ ਆਉਣੀ ਇਹ ਗੱਲ ਕਿ ਜਦੋਂ ਮੈਂ 1977, 78, 79, 80 ਦੇ ਵਿੱਚ ਜਰਨਲਿਜ਼ਮ ਦੇ ਵਿੱਚ ਗਿਆ ਵਾਂ ਤੇ ਜਿਹੜੀ ਮੇਨ ਸਟ੍ਰੀਮ ਜਰਨਲਿਜ਼ਮ ਸੀ, ਅੰਗਰੇਜ਼ੀ ਜਰਨਲਿਜ਼ਮ ਸੀ, ਉਹਦੇ 'ਚ ਪੰਜਾਬੀ ਹੈ ਹੀ ਨਹੀਂ ਸੀ। ਵਾਹ ਜੀ। ਮੈਂ ਜਦੋਂ ਟ੍ਰਿਬਿਊਨ ਜੁਆਇਨ ਕੀਤੀ, ਹਾਲੇ ਕਿ ਟ੍ਰਿਬਿਊਨ ਜਿਹੜਾ ਇੱਕ ਪੰਜਾਬੀ ਅਖਬਾਰ ਆ, ਹਾਂਜੀ, ਪੰਜਾਬ ਦਾ ਅਖਬਾਰ ਆ, ਹਾਂਜੀ, ਉਹਦੇ 'ਚ ਜ਼ਿਆਦਾ ਜਾਂ ਬੰਗਾਲ ਤੋਂ ਲੋਕ ਸੀ ਜਾਂ ਸਾਊਥ ਇੰਡੀਅਨ ਸੀਗੇ ਜੀ। ਸੋ ਬਹੁਤ ਥੋੜੇ ਜਿਹੇ ਅਸੀਂ ਪੰਜਾਬੀ ਸੀ। ਔਰਤਾਂ ਹੈ ਹੀ ਨਹੀਂ ਸੀ ਬਿਲਕੁਲ। There were no female journalists at all। ਅੱਛਾ ਜੀ। ਔਰ ਫਿਰ ਹੌਲੀ ਹੌਲੀ ਅਸੀਂ ਆਏ, ਫਿਰ ਮੇਰੇ ਹੋਰ ਕੁਝ ਸਾਥੀ ਆਏ, ਫਿਰ ਅਸੀਂ ਔਰ ਫਿਰ ਦਿੱਲੀ ਦੇ ਵਿੱਚ ਵੀ ਬਹੁਤ ਘੱਟ ਪੰਜਾਬੀ ਜਰਨਲਿਸਟ ਸੀ, ਬਹੁਤ ਥੋੜੇ ਜਰਨਲਿਸਟ ਸੀਗੇ। ਪਰ ਮੇਰੇ ਖਿਆਲ ਹੁਣ ਕਾਫੀ ਚੀਜ਼ਾਂ ਬਦਲ ਗਈਆਂ ਵਾ। ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜਾ ਔਖਾ ਟਾਈਮ ਸੀਗਾ, ਮੈਨੂੰ ਉਹ ਵੀ ਕਵਰ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਉਹ ਬੜਾ ਦੁਖਦਾਇਕ ਟਾਈਮ ਸੀ ਉਹ। ਸੋ ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਮੈਂ ਆਪਰੇਸ਼ਨ ਬਲੂ ਸਟਾਰ ਬਾਰੇ ਬਹੁਤ ਡੀਟੇਲਡ ਰਿਪੋਰਟਿੰਗ ਕੀਤੀ। ਮੈਂ ਪੰਜਾਬ ਕਰੀਬ ਮਹੀਨੇ 'ਚ ਮੈਂ 20-25 ਦਿਨ ਪੰਜਾਬ 'ਚ ਟਰੈਵਲ ਹੀ ਕਰਦਾ ਹੁੰਦਾ ਸੀਗਾ ਜੀ। ਉਦੋਂ ਮੈਂ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀਗਾ ਜੀ। ਸੋ ਇਸੇ ਕਰਕੇ ਫਿਰ ਮੈਂ ਬਾਅਦ ਦੇ ਵਿੱਚ ਜਦੋਂ ਮੈਂ ਡੇ ਐਂਡ ਨਾਈਟ ਚਲਾਈ ਹੈ, ਡੇ ਐਂਡ ਨਾਈਟ ਨਿਊਜ਼ ਟੀਵੀ ਚਲਾਇਆ ਵਾ, ਤੇ ਉਦੋਂ ਅਸੀਂ ਫਿਰ ਉਹ ਡਾਕੂਮੈਂਟਰੀ ਵੀ ਬਣਾਈ ਆਪਰੇਸ਼ਨ ਬਲੂ ਸਟਾਰ ਤੇ। ਉਹਦੇ 'ਚ ਜਿਹੜੀ ਮੇਰੀ 25-30 ਸਾਲ ਦੀ ਰਿਸਰਚ ਸੀਗੀ ਉਹ ਸਾਰੀ ਉਸ ਡਾਕੂਮੈਂਟਰੀ ਦੇ ਵਿੱਚ ਉਹਦੀ ਝਲਕ ਦਿਸਦੀ ਹੈ। ਵਾਹ ਜੀ ਵਾਹ। ਸੋ ਬੜੀ ਮਿਹਨਤ ਦਾ ਕੰਮ ਹੈਗਾ ਜੀ ਜਿਹੜਾ, ਔਰ ਫੀਲਡ ਦੇ ਵਿੱਚ ਜਿਹੜਾ ਪੱਤਰਕਾਰੀ ਕਰਨਾ ਜੀ, ਉਹ ਤੇ ਮਤਲਬ ਹੁਣ ਵੀ ਔਖਾ ਤੇ ਉਹਨਾਂ ਸਮਿਆਂ 'ਚ ਵੀ ਔਖਾ। ਸੋ ਹੁਣ ਥੋੜਾ ਜਿਹਾ ਸੌਖਾ ਇਹ ਆ ਵੀ ਅੱਜ ਕੱਲ੍ਹ ਵੈਨਿਟੀ ਵੈਨਸ ਹੁੰਦੀਆਂ ਨੇ, ਉੱਪਰ ਹੀ ਉਹ ਸੈਟਲਾਈਟ ਲੱਗਾ ਹੋਇਆ ਜੀ, ਤੁਹਾਨੂੰ ਕਾਫੀ ਸਹੂਲਤ ਹੋ ਜਾਂਦੀ ਆ। ਤਾਂ ਪਹਿਲਾਂ ਤਾਂ ਇਹ ਚੀਜ਼ਾਂ ਸਾਰੀਆਂ ਰਿਕਾਰਡ ਕਰਨੀਆਂ, ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਟਾਈਪ ਕਰਨਾ, ਉਸ ਤੋਂ ਬਾਅਦ ਉਹਨਾਂ ਨੂੰ ਭੇਜਣਾ, ਉਹਦੇ ਤੋਂ ਬਾਅਦ ਔਰ ਤੁਸੀਂ ਤਾਂ ਐਡੀਟਰ ਸੀ, ਤੁਹਾਨੂੰ ਤਾਂ ਹੋਰ ਵੀ ਬੜਾ ਕੁਝ ਦੇਖਣਾ ਪੈਂਦਾ। ਜਦੋਂ ਮੈਂ ਇੰਡੀਆ ਟੁਡੇ 'ਚ ਕੰਮ ਕਰਦਾ ਸੀਗਾ, ਮੈਂ 1979 ਤੋਂ ਲੈ ਕੇ ਤੇ 93 ਤੱਕ ਮੈਂ ਇੰਡੀਆ ਟੁਡੇ 1989 ਤੋਂ ਲੈ ਕੇ 93 ਤੱਕ ਮੈਂ ਇੰਡੀਆ ਟੁਡੇ 'ਚ ਕੰਮ ਕੀਤਾ ਵਾ। ਉਦੋਂ ਹਾਲੀ ਮੇਨ ਸਟ੍ਰੀਮ ਪ੍ਰਾਈਵੇਟ ਟੈਲੀਵਿਜ਼ਨ ਨਹੀਂ ਸੀ ਆਇਆ। ਹਾਂਜੀ। ਉਦੋਂ ਇੰਡੀਆ ਟੁਡੇ ਦਾ ਇੱਕ ਪ੍ਰੋਗਰਾਮ ਹੁੰਦਾ ਸੀ ਨਿਊਜ਼ ਟਰੈਕ, ਮਧੂ ਤ੍ਰੇਨ ਚਲਾਉਂਦੇ ਸੀ। ਅੱਛਾ ਜੀ। ਉਹ ਹਰ 2 ਹਫ਼ਤੇ ਬਾਅਦ ਇੱਕ ਕੈਸੇਟ ਆਉਂਦਾ ਸੀ ਜਿਹੜਾ ਤੁਸੀਂ ਆਪਣੇ ਟੀਵੀ ਤੇ ਵੇਖ ਸਕਦੇ ਸੀ। ਸੋ ਮੈਨੂੰ ਉਹਦੇ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਹ ਮੇਰਾ ਪਹਿਲਾ ਐਕਸਪੋਜ਼ਰ ਸੀ ਟੈਲੀਵਿਜ਼ਨ ਨੂੰ। ਹਾਲਾਂਕਿ ਮੈਂ ਉਦੋਂ ਮੈਗਜ਼ੀਨ ਲਈ ਕੰਮ ਕਰਦਾ ਸੀ, ਬਾਅਦ 'ਚ ਅਖਬਾਰਾਂ ਲਈ ਕੰਮ ਕੀਤਾ। ਸੋ ਉਦੋਂ ਤੋਂ ਮੇਰੀ ਦਿਲਚਸਪੀ ਬਣੀ ਟੈਲੀਵਿਜ਼ਨ ਵਾਸਤੇ ਕੰਮ ਕਰਨ ਦੀ। ਔਰ ਮੈਨੂੰ ਰੇਡੀਓ 'ਚ ਜਦੋਂ ਮੈਂ ਕਾਲਜ ਪੜ੍ਹਦਾ ਸੀ ਉਦੋਂ ਦਾ ਇੰਟਰਸਟ ਸੀ, ਕਿਉਂਕਿ ਮੈਂ ਜਦੋਂ ਕਾਲਜ 'ਚ ਪੜ੍ਹਦਾ ਸੀ, ਸਪੋਰਟਸ ਕਰਦਾ ਸੀ, ਉਦੋਂ ਮੈਨੂੰ ਸਪੋਰਟਸ ਕਮੈਂਟਰੀ ਦਾ ਵੀ ਸ਼ੌਕ ਸੀ। ਉਦੋਂ ਰੇਡੀਓ ਹੁੰਦਾ ਸੀ ਜੀ ਜੀ। ਅਸਲ ਦੇ ਵਿੱਚ ਨਾ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜੇ ਕਈ ਇੰਟੈਲੈਕਚੁਅਲ ਹੁੰਦੇ ਨੇ ਨਾ, ਜਿਵੇਂ ਮਾਈਂਡ, ਸੋ ਉਹਨਾਂ ਦੇ ਵਿੱਚ ਹਰੇਕ ਤਰ੍ਹਾਂ ਦੇ ਪਰਮਾਤਮਾ ਦੇ ਗੁਣ ਭਰੇ ਹੁੰਦੇ ਨੇ। ਉਹ ਵਧੀਆ ਖਿਡਾਰੀ ਵੀ ਹੁੰਦੇ ਨੇ, ਉਹ ਵਧੀਆ ਬ੍ਰੌਡਕਾਸਟਰ ਵੀ ਕਹਿ ਸਕਦੇ ਹੁੰਦੇ ਆ ਜੀ। ਸੋ ਹਰ ਫੀਲਡ ਦੇ ਵਿੱਚ ਹੀ ਉਹ ਬੰਦਾ ਜਿਹੜਾ ਜੀ ਆਪਣੇ ਉਸ ਮਾਈਂਡ ਨੂੰ ਵਰਤ ਲੈਂਦੇ ਨੇ। ਐਨੀਵੇ, ਅੱਛਾ ਇਹ ਚੀਜ਼ ਦੱਸੋ ਕਿ ਜਿਹੜਾ ਉਹ ਸਮਾਂ ਸੀ ਜਿਸ ਟਾਈਮ ਤੇ ਤੁਸੀਂ ਇੱਥੇ ਕੰਮ ਕਰਦੇ ਸੀ, ਤੇ ਉਸ ਟਾਈਮ ਦੇ ਉੱਪਰ ਏਡੇ ਵੱਡੇ ਕੋਈ ਪੇ ਪੈਕੇਜ ਤਾਂ ਨਹੀਂ ਹੁੰਦੇ ਹੋਣੇ ਮੇਰੇ ਖਿਆਲ ਦੇ ਵਿੱਚ, ਕਿਉਂਕਿ ਸ਼ਾਇਦ MNCs ਦਾ ਯੁੱਗ ਨਹੀਂ ਸੀ, ਜਾਂ ਇਹ ਵੀ ਨਹੀਂ ਸੀ ਹੈਗਾ ਵੀ ਸਰਕਾਰਾਂ ਉਦੋਂ ਖਰੀਦ ਲੈਂਦੀਆਂ ਸੀ ਚੈਨਲਸ ਨੂੰ, ਜਾਂ ਇੰਨਾ ਜ਼ਿਆਦਾ ਪੈਸਾ ਇਨਵੋਲਵ ਨਹੀਂ ਸੀ ਹੈਗਾ, ਕਿ ਉਦੋਂ ਵੀ ਇਦਾਂ ਹੀ
ਚੱਲਦਾ ਹੁੰਦਾ ਸੀ, ਸਰਕਾਰਾਂ ਇੱਕ ਦੂਜੇ ਨੂੰ ਥੋੜਾ ਜਿਹਾ ਰੱਖਦੀਆਂ ਸੀ ਧਿਆਨ ਚੈਨਲਾਂ ਦਾ ਉਹਨਾਂ ਸਮਿਆਂ ਦੇ ਵਿੱਚ ਵੀ? ਚੈਨਲ ਤੇ ਉਦੋਂ ਜਦੋਂ ਮੈਂ ਜਰਨਲਿਜ਼ਮ ਜੁਆਇਨ ਕੀਤੀ, ਜਦੋਂ ਚੈਨਲ ਤੇ ਹੈ ਹੀ ਨਹੀਂ ਸੀਗੇ ਜੀ, ਪਰ ਅਦਾਰੇ ਕਹਿ ਸਕਦੇ ਜਿਹੜੇ ਅਖਬਾਰਾਂ ਦੇ ਅਦਾਰੇ ਵੀ ਸੀਗੇ, ਉਹਦੇ ਚ ਵੀ ਜਰਨਲਿਸਟ ਜਿਹੜੇ ਸੀ ਉਹ ਹੈਂਡ ਟੂ ਮਾਊਥ ਹੀ ਸੀਗੇ, ਕੋਈ ਬਹੁਤੇ ਕੰਫਰਟੇਬਲ ਨਹੀਂ ਸੀਗੇ। ਮੈਨੂੰ ਯਾਦ ਹੈ ਜਦੋਂ ਇਹ ਪਹਿਲੀ ਨੌਕਰੀ ਮਿਲੀ ਟ੍ਰਿਬਿਊਨ ਦੇ ਵਿੱਚ ਸਪੋਰਟਸ ਰਿਪੋਰਟਰ ਦੀ, ਤੇ 500 ਰੁਪਇਆ ਮਹੀਨਾ ਤਨਖਾਹ ਮਿਲਦੀ ਸੀਗੀ। ਅੱਛਾ ਜੀ, 1970-78 ਦੀ ਗੱਲ ਹੈ ਜੀ। ਤੇ ਮੈਂ ਕਿਉਂਕਿ ਉਦੋਂ ਸ਼ੌਕ ਸੀ, ਜਵਾਨੀ ਦਾ ਸ਼ੌਕ ਸੀ, ਮੇਰੇ ਕੋਲ ਰਾਇਲ ਐਨਫੀਲਡ ਮੋਟਰਸਾਈਕਲ ਹੁੰਦਾ ਸੀ, ਤੇ ਉਹ ਮੋਟਰਸਾਈਕਲ ਦਾ 500-600 ਰੁਪਇਆ ਖਰਚ ਸੀ। ਉਹ ਮੇਰੇ ਖਿਆਲ ਚ 9000 ਦਾ ਮੋਟਰਸਾਈਕਲ ਹੀ ਉਹਨਾਂ ਦਾ ਹੀ ਉਹਨਾਂ ਸਮਿਆਂ ਚ। ਤੇ ਉਹ ਠੀਕ ਹੈ ਗੱਲ ਤੇਰੀ, 8000 ਦਾ ਲਿਆ ਸੀ ਮੈਂ। ਉਹ ਵੈਸੇ ਵੀ ਮੇਰੇ ਖਿਆਲ ਦੇ ਵਿੱਚ ਬੁਕਿੰਗ ਤੋਂ 2 ਸਾਲ ਬਾਅਦ ਕਿਤੇ ਜਾ ਕੇ ਮਿਲਦਾ ਹੁੰਦਾ ਸੀ। ਸੋ ਉਹ ਫਿਰ ਮੈਂ ਜਦੋਂ ਸਾਲ ਬਾਅਦ ਉਹ ਮੇਰੇ ਜਦੋਂ ਕਰਜ਼ਾ ਚੜ ਗਿਆ ਕਾਫੀ, ਤੇ ਮੈਨੂੰ ਲੱਗਾ ਵੀ ਮੈਂ ਕੀ ਕਰ ਰਿਹਾ ਹਾਂ। ਸੋ ਕਹਿਣ ਦਾ ਮਤਲਬ ਹੈ ਵੀ ਉਦੋਂ ਵੀ ਕੋਈ ਬਹੁਤੇ ਚੰਗੇ ਪੈਕੇजेस ਨਹੀਂ ਸੀਗੇ, ਪਰ ਫਿਰ ਹੌਲੀ ਹੌਲੀ ਪੈਕੇजेस ਇੰਪਰੂਵ ਹੋਏ। ਹਾਲਾਂਕਿ ਸਰਕਾਰਾਂ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੀ ਮਦਦ ਜਰਨਲਿਸਟ ਨੂੰ, ਜਿਹੜੇ ਅਕ੍ਰੈਡਿਟਡ ਜਰਨਲਿਸਟ ਹੁੰਦੇ ਸੀਗੇ, ਉਹਨਾਂ ਨੂੰ ਮਿਲਦੀ ਰਹਿੰਦੀ ਸੀ। ਕਈ ਵਾਰ ਸਰਕਾਰੀ ਰਿਹਾਇਸ਼ ਮਿਲ ਜਾਂਦੀ ਸੀਗੀ। ਸਰਕਾਰਾਂ ਵੱਲੋਂ ਐਡਸ ਵਾਲਾ ਸਿਸਟਮ ਉਦੋਂ ਵੀ ਸੀਗਾ, ਅਖਬਾਰਾਂ ਨੂੰ ਵੀ ਐਡ ਸੀਗੀਆਂ, ਜਿਹੜੇ ਹੁਣ ਵੀ ਸਿਸਟਮ ਆ। ਪਰ ਜਿਹੜਾ ਹੁਣ ਸਿਸਟਮ ਆ ਗਿਆ ਵਾ, ਜਿਹਦੇ ਚ ਸਰਕਾਰਾਂ ਅਖਬਾਰਾਂ ਨੂੰ ਜਾਂ ਟੈਲੀਵਿਜ਼ਨ ਚੈਨਲਾਂ ਨੂੰ ਆਪਣੀ ਮਲਕੀਅਤ ਹੀ ਸਮਝਦੀ ਆ, ਇਹ ਸਿਸਟਮ ਉਦੋਂ ਨਹੀਂ ਸੀਗਾ ਜਾਂ ਘੱਟ ਸੀ। ਔਰ ਇੱਕ ਚੀਜ਼ ਜਿਹੜੀ ਮੈਨੂੰ ਹੁਣ ਜ਼ਿਆਦਾ ਫੀਲ ਹੁੰਦੀ ਆ ਸੰਤ ਸਾਹਿਬ, ਉਹ ਇਹ ਵੀ ਲੱਗਦੀ ਆ ਕਿ ਇੱਕ ਜਿਹੜਾ ਮਿਆਰ ਸੀ ਉਸ ਟਾਈਮ ਤੇ ਪੱਤਰਕਾਰੀ ਦਾ, ਉਹ ਚਲੋ ਸਰਕਾਰਾਂ ਇੰਟਰਵੀਨ ਕਰਦੀਆਂ ਹੋਣ ਜਾਂ ਅੰਦਰਗਾਤੀ ਕੁਝ ਵੀ ਹੁੰਦਾ ਹੋਵੇ, ਉਹ ਬਰਕਰਾਰ ਸੀ। ਉਹ ਲੋਕ ਹੀ ਇਸ ਫੀਲਡ ਦੇ ਵਿੱਚ ਆਉਂਦੇ ਸੀ ਜਿਹੜੇ ਸਪੈਸੀਫਿਕਲੀ ਇਸ ਫੀਲਡ ਲਈ ਹੀ ਬਣੇ ਸੀ, ਜਾਂ ਮਤਲਬ ਉਹ ਅਦਾਰੇ ਹੀ ਉਹਨਾਂ ਬੰਦਿਆਂ ਨੂੰ ਹੀ ਚੂਜ਼ ਕਰਦੇ ਸੀ ਵੀ ਲੱਗਦਾ ਸੀ ਵੀ ਵਾਕਈ ਇਹ ਬੰਦਾ ਸਾਡੇ ਕੰਮ ਦਾ। ਪਰ ਹੁਣ ਜਿਵੇਂ ਇਸ ਵੇਲੇ ਹਾਲਾਤ ਬਣੇ ਹੋਏ ਨੇ, ਕੋਈ ਸੋਹਣੀ ਦਿੱਖ ਵਾਲਾ ਜੀ, ਕਿਸੇ ਦੀ ਪਿੱਚ ਉੱਚੀ ਆ, ਹਨਾ ਜੀ, ਸੋ ਉਹ ਉੱਦਾਂ ਦੇ ਬੰਦੇ ਵੀ ਮੈਨੂੰ ਕਈ ਵਾਰੀ ਤਾਂ ਫੀਲ ਐਵੇਂ ਵੀ ਹੁੰਦਾ, ਚਲੋ ਅਸੀਂ ਆਪਣੇ ਆਪ 'ਚ ਤਾਂ ਕੁਝ ਨਹੀਂ ਹੈਗੇ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਯਾਰ ਆਹ ਬੰਦਾ ਤਾਂ ਮੀਡੀਆ 'ਚ ਘੱਟੋ ਘੱਟ ਨਹੀਂ ਹੋਣਾ ਚਾਹੀਦਾ, ਰਾਈਟ। ਵੀ ਮੀਡੀਆ ਦਾ ਤਾਂ ਕੰਸਰਨ ਹੈਗਾ ਵਾ ਮਾਧਿਅਮ, ਰਾਈਟ। ਦੇ ਆਰ ਮੇਕਿੰਗ ਜਸਟ ਅ ਪਾਥ ਬਿਟਵੀਨ ਆਡੀਅנס ਦਾ, ਕਹਿ ਲਓ, ਲੋਕਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਕੀ ਹੋ ਕੀ ਰਿਹਾ। ਸਿਸਟਮ ਤੇ ਇਹੀ ਹੈ ਨਾ, ਜੇ ਆਪਾਂ ਚੌਥੇ ਕੰਮ ਦੀ ਗੱਲ ਕਰਦੇ ਹਾਂ। ਪਰ ਹੁਣ ਜੋ ਹਾਲਾਤ ਬਣਦੇ ਪਏ ਨੇ, ਜੋ ਤੁਸੀਂ ਤੇ ਇਹ ਸਾਰਾ ਚੀਜ਼ਾਂ ਵੇਖੀਆਂ ਨੇ, ਖਾਸ ਤੌਰ ਤੇ ਜਿਹੜਾ ਪੰਜਾਬੀ ਜਰਨਲਿਜ਼ਮ ਹੈ, ਇਸ ਬਾਬਤ ਮੈਂ ਗੱਲ ਕਰਾਂ ਤਾਂ ਤੁਹਾਨੂੰ ਕਿੰਨੇ ਕੁ ਫਰਕ ਹੁਣ ਲੱਗਦੇ ਪਏ ਨੇ, ਜਾਂ ਸਾਡੇ ਇੱਥੋਂ ਦੇ ਕੈਨੇਡੀਅਨ ਜੋ ਭਾਈਚਾਰਾ ਹੈਗਾ ਜਾਂ ਪੱਤਰਕਾਰੀ ਆ, ਜਾਂ ਤੁਹਾਡੀ ਵਰਲਡ ਵਾਈਡ ਵੀ ਤੁਸੀਂ ਸਾਰੇ ਕਿਤੇ ਦੇਖਦੇ ਪਏ, ਨਜ਼ਰ ਆ ਤੁਹਾਡੀ, ਤੁਹਾਨੂੰ ਕੀ ਲੱਗਦਾ ਹੈਗਾ ਵੀ ਕਿੱਦਾਂ ਦਾ ਸਿਸਟਮ ਜਿਹੜਾ ਜੀ ਉਹ ਪੱਤਰਕਾਰੀ ਦੇ ਵਿੱਚ ਗਿਰਾਵਟ ਕਿੱਦਾਂ ਕਦੀ ਆ ਗਈ ਆ? ਇੱਕ ਤੇ ਜਦੋਂ ਅਸੀਂ ਜਰਨਲਿਜ਼ਮ ਸ਼ੁਰੂ ਕੀਤੀ ਆ, ਉਦੋਂ ਪੱਤਰਕਾਰੀ ਦੇ ਵਿੱਚ ਬਿਨਾਂ ਟ੍ਰੇਨਿੰਗ ਦੇ ਜਾਣਾ ਕਾਫੀ ਮੁਸ਼ਕਿਲ ਸੀਗਾ ਜੀ, ਮੈਂ ਇਹ ਨੋਟਿਸ ਕੀਤਾ ਵਾ। ਔਰ ਜੌਬ ਲੈਣਾ ਵੀ ਕੋਈ ਸੌਖਾ ਨਹੀਂ ਸੀਗਾ, ਖਾਸ ਕਰਕੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ। ਫਿਰ ਹੌਲੀ ਹੌਲੀ ਗਿਰਾਵਟ ਜਿਹੜੀ ਆ ਆਉਂਦੀ ਰਹੀ, ਔਰ ਹੁਣ ਮੈਂ ਬੜਾ ਹੈਰਾਨ ਆ ਵੀ ਜਿਸ ਤਰ੍ਹਾਂ ਦੇ ਲੋਕੀ ਬਿਨਾਂ ਟ੍ਰੇਨਿੰਗ ਦੇ ਜਰਨਲਿਸਟ ਬਣ ਗਏ। ਬਿਲਕੁਲ। ਸਿਰਫ ਜਿਹੜੀ ਚੰਗੀ ਕਹਾਣੀ ਬਿਆਨ ਕਰ ਸਕਦੇ ਆ, ਉਹ ਪੱਤਰਕਾਰ ਬਣ ਗਏ। ਕੋਈ ਜਿਹੜੀ ਭੜਕਾਊ ਖਬਰਾਂ ਦਿੰਦੇ ਨੇ ਉਹ ਪੱਤਰਕਾਰ ਬਣ ਗਏ। ਸੋ ਗਿਰਾਵਟ ਤੇ ਡੈਫੀਨਿਟਲੀ ਹੈ ਜੀ, ਪਰ ਅਗੇਨ ਜਿਵੇਂ ਕਹਿੰਦੇ ਹੁੰਦੇ ਆ ਵੀ ਪੀਪਲ ਗੈਟ ਦੀ ਗਵਰਨਮੈਂਟ ਦੇ ਡਿਜ਼ਰਵ, ਸੋ ਇਸ ਕਰਕੇ ਪੀਪਲ ਗੈਟ ਦੀ ਮੀਡੀਆ ਦੇ ਡਿਜ਼ਰਵ। ਲੋਕਾਂ ਨੂੰ ਇਹੋ ਇਸੇ ਤਰ੍ਹਾਂ ਦੀ ਮੀਡੀਆ ਦੀ ਭਾਲ ਹੈ। ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜੋ ਮੈਂ ਮਹਿਸੂਸ ਕੀਤਾ ਜੀ, ਆਮ ਛੋਟੇ ਸ਼ਹਿਰਾਂ ਦੇ ਵਿੱਚ ਵੀ ਨਾ, ਪੰਜਾਬ ਦੇ ਵਿੱਚ ਛੋਟੇ ਸ਼ਹਿਰ ਕਸਬੇ ਲਾ ਲਓ, ਉਹਨਾਂ ਦੇ ਵਿੱਚ 30 35 40 ਪੱਤਰਕਾਰ ਸਾਹਿਬਾਨ ਨੇ। ਚਲੋ ਵਧੀਆ ਗੱਲ ਆ, ਉਹ ਇੱਕ ਗਰੁੱਪ ਵੱਡਾ ਹੋਣਾ ਚਾਹੀਦਾ, ਪਰ ਉਹਦੇ ਵਿੱਚ ਮੋਸਟਲੀ ਲੋਕ ਉਹ ਨੇ ਸਿਰਫ ਉਹ ਇਸ ਕਰਕੇ ਉਹਨਾਂ ਨੇ ਕਾਰਡ ਲਿਆ ਹੋਇਆ ਵਾ ਵੀ ਇੱਕ ਤਾਂ ਸਾਨੂੰ ਟੋਲ ਫ੍ਰੀ ਜਾ ਹੋ ਜੇ, ਤੇ ਇੱਕ ਜਿਹੜੀਆਂ ਨਿੱਕੀਆਂ ਮੋਟੀਆਂ ਹੋਰ ਸਹੂਲਤਾਂ ਨੇ ਉਹ ਹੋ ਜਾਣ। ਉਹ ਇੱਕ ਪ੍ਰੈਸ ਨੋਟ ਛਾਪ ਦਿੰਦੇ ਨੇ, ਤੇ ਬਹੁਤੇ ਤਾਂ ਕਈ ਸੱਜਣ ਇਹੋ ਜਿਹੇ ਨੇ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਹੈਗੀ, ਰਾਈਟ। ਸੋ ਉਹਨਾਂ ਨੂੰ ਵੀ ਕਾਰਡ ਮਿਲੇ ਹੋਏ ਨੇ। ਉਹਨਾਂ ਦਾ ਕੰਮ ਕਿੰਨਾ ਜੀ, ਉਹ ਇੱਕ ਡੋਲੂ ਵਾਲੀ ਪੱਤਰਕਾਰੀ, ਉਹ ਜੀ ਤੁਸੀਂ ਇੱਕ ਸਾਲ ਦੇ ਵਿੱਚ ਕੱਢਿਆ ਆਪਣਾ, ਉਹ ਕਹਿੰਦੇ ਹੁੰਦੇ ਨੇ ਉਹ ਸਪਲੀਮੈਂਟ, ਰਾਈਟ। ਸੋ ਸਪਲੀਮੈਂਟ 'ਚੋਂ ਕੁਛ ਤੁਸੀਂ ਬਚਾ ਲਓ, ਕੋਈ ਸਾਡੀਆਂ ਅਖਬਾਰਾਂ ਲਈ ਦੇ ਦਿਓ। ਇੱਦਾਂ ਦਾ ਸਿਸਟਮ ਵੀ ਚੱਲਿਆ ਹੋਇਆ। ਚਲੋ ਆਪਾਂ ਉਸ ਚੀਜ਼ ਨੂੰ ਸਾਈਡ ਲਾਈਨ ਰੱਖ ਦਿੰਦੇ ਹਾਂ, ਲੋਕਾਂ ਨੂੰ ਅਸਲ ਕਹਾਣੀ ਦਾ ਪਤਾ ਹੀ ਹੈ, ਕਿਉਂਕਿ ਜਦੋਂ ਦਾ ਸੋਸ਼ਲ ਮੀਡੀਆ ਦਾ ਯੁੱਗ ਆਇਆ ਨਾ ਜੀ, ਇਹ ਵੀ ਚੀਜ਼ਾਂ ਨੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸੋ ਉਸ ਟਾਈਮ ਦੇ ਉੱਪਰ ਤੁਸੀਂ ਉਹ ਸਾਰਾ ਯੁੱਗ ਦੇਖਿਆ, ਸਮਾਂ ਦੇਖਿਆ ਜੀ। ਉਸ ਟਾਈਮ ਦੇ ਉੱਪਰ ਪੋਲੀਟੀਕਲ ਹਾਲਾਤ ਵੀ ਦੇਖੇ, ਪੰਜਾਬ ਦੇ ਆਰਥਿਕ ਹਾਲਾਤ ਵੀ ਦੇਖੇ ਆ। ਸੋ ਹੁਣ ਦੇ ਜਿਹੜੇ ਪੋਲੀਟੀਕਲ ਹਾਲਾਤ ਨੇ ਇਸ ਵੇਲੇ ਪੰਜਾਬ ਤੇ ਹੈਗੇ ਨੇ, ਤੁਸੀਂ ਉਹਨਾਂ ਨੂੰ ਸਮਝਦੇ ਆ, ਔਰ ਤੁਸੀਂ ਉਹਨਾਂ ਚੀਜ਼ਾਂ ਨੂੰ ਕੰਡੈਮ ਕਰਦੇ ਤੁਸੀਂ ਪੋਲਿਟਿਕਸ ਦੇ ਵਿੱਚ ਆ ਗਏ ਜੀ। ਸੋ ਪੋਲਿਟਿਕਸ ਦੇ ਵਿੱਚ ਜਿਹੜਾ ਆਉਣਾ ਸੀ, ਇਹ
ਇਹੀ ਕਾਰਨ ਸੀ ਕਿ ਹੋਰ ਵੀ ਕੋਈ ਕਾਰਨ ਸੀ ਤੁਹਾਨੂੰ ਇਹ ਲੱਗਦਾ ਸੀ ਵੀ ਮੈਨੂੰ ਪੋਲਿਟਿਕਸ ਦੇ ਵਿੱਚ ਜਾਣਾ ਚਾਹੀਦਾ? ਧਾਲੀਵਾਲ ਜੀ, ਇਹ ਦੋ ਤਿੰਨ ਗੱਲਾਂ ਇਕੱਠੀਆਂ ਆਇਆ ਤਾਂ ਸਮੇਲ ਹੋ ਗਿਆ ਉਸ ਵੇਲੇ। 2012 13 14 15 ਦੇ ਵਿੱਚ ਤੁਹਾਨੂੰ ਯਾਦ ਹੈ ਕਿ ਉਦੋਂ ਅੰਨਾ ਹਜ਼ਾਰੇ ਦੀ ਐਜੀਟੇਸ਼ਨ ਚੱਲੀ ਸੀ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਔਰ ਉਦੋਂ ਤੇ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਬੜੀ ਵੱਖਰੀ ਪਾਰਟੀ ਹੈ, ਲੋਕਾਂ ਦੀ ਗੱਲ ਕਰੂਗੀ, ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹਨਾਂ ਦੇ ਇਹ ਹੱਲ ਲੈ ਕੇ ਆਊਗੀ, VIP ਕਲਚਰ ਨੂੰ ਖਤਮ ਕਰੂਗੀ, ਭ੍ਰਿਸ਼ਟਾਚਾਰ ਨੂੰ ਖਤਮ ਕਰੂਗੀ। ਤੇ ਇਨਸੀਡੈਂਟਲੀ ਬਹੁਤ ਸਾਰੇ ਹੋਰ ਵੀ ਪੱਤਰਕਾਰ ਇਹਨਾਂ ਚੀਜ਼ਾਂ ਬਾਰੇ ਲਿਖਦੇ ਹੋਣਗੇ, ਪਰ ਮੈਂ ਉਦੋਂ ਉਹਨਾਂ ਦੌਰਾਨ 'ਚ ਜਿਹੜੇ ਅਦਾਰਿਆਂ 'ਚ ਮੈਂ ਗਿਆ, ਭਾਵੇਂ ਡੇ ਐਂਡ ਨਾਈਟ ਨਿਊਜ਼ ਦੇ ਵਿੱਚ ਸੀ, ਉਸ ਤੋਂ ਬਾਅਦ ਮੈਂ ਟ੍ਰਿਬਿਊਨ ਦਾ ਐਗਜ਼ੈਕਟਿਵ ਐਡੀਟਰ ਵੀ ਰਿਹਾ ਹਾਂ, ਉੱਥੇ ਵੀ ਮੇਰੀਆਂ ਜਿਹੜੀਆਂ ਰਾਈਟਿੰਗ ਸੀ ਉਹਦੇ 'ਚੋਂ ਇਹ ਝਲਕ ਦਿਸਦੀ ਸੀਗੀ। ਸੋ ਉਹਨਾਂ ਦੌਰਾਨ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਨੇ ਅਪਰੋਚ ਕੀਤਾ ਕਿ ਤੁਸੀਂ ਸਾਨੂੰ ਜੁਆਇਨ ਕਰ ਜਾਓ ਤੇ ਇਲੈਕਸ਼ਨ ਲੜੋ ਤੁਸੀਂ। ਤੇ ਮੇਰਾ ਪਹਿਲਾ ਰਿਐਕਸ਼ਨ ਤੇ ਇਹੋ ਹੀ ਸੀਗਾ ਵੀ ਮੈਂ ਤੇ ਪੱਤਰਕਾਰ ਆ ਤੇ ਮੈਂ ਤੇ ਇਲੈਕਸ਼ਨ ਨਹੀਂ ਲੜਨੀ, ਹਾਲਾਂਕਿ ਮੈਂ ਤੁਹਾਡੀਆਂ ਪਾਲਿਸੀ ਦੇ ਨਾਲ ਸਹਿਮਤ ਆ ਤੇ ਮੈਂ ਉਹਨੂੰ ਕਿਹਾ ਜੀ ਮੈਂ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰੂੰਗਾ ਜੋ ਤੁਹਾਡਾ ਕਾਜ਼ ਹੈ, ਜਿਹੜੀ ਚੀਜ਼ ਵਾਸਤੇ ਤੁਸੀਂ ਲੜ ਰਹੇ ਜੇ। ਸੋ ਫਸਟ ਗੋ ਦੇ ਵਿੱਚ ਮੈਂ ਉਹਨੂੰ ਨਾ ਕਰਤੀ। ਅੱਛਾ ਜੀ। ਲੇਕਿਨ ਫਿਰ ਬਾਅਦ ਦੇ ਵਿੱਚ ਜਦੋਂ ਪਹਿਲੀ ਵਾਰੀ ਉਹਨਾਂ ਨੇ ਸਰਕਾਰ ਬਣਾਈ, ਫਿਰ ਸਰਕਾਰ ਗਿਰ ਗਈ ਦਿੱਲੀ ਦੇ ਵਿੱਚ, ਤੇ ਉਦੋਂ ਮੈਨੂੰ ਲੱਗਾ ਕਿ ਸ਼ਾਇਦ ਮੈਂ ਜੋ ਪੱਤਰਕਾਰੀ 'ਚ ਨਹੀਂ ਕਰ ਸਕਿਆ, ਜੇ ਅਸੀਂ ਸਰਕਾਰ ਦਾ ਹਿੱਸਾ ਹੋਈਏ ਤੇ ਸ਼ਾਇਦ ਅਸੀਂ ਇਹ ਚੀਜ਼ਾਂ ਬਹੁਤ ਸਾਰੀਆਂ ਕਰ ਸਕਾਂਗੇ। ਜਿਵੇਂ VIP ਕਲਚਰ ਦੀ ਗੱਲ ਸੀ, ਮੈਨੂੰ ਯਾਦ ਹੈ ਉਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਲੇਖ ਵੀ ਲਿਖਿਆ ਵੀ VIP ਕਲਚਰ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ, ਕੈਨੇਡਾ, ਅਮਰੀਕਾ, ਯੂਰਪ 'ਚ ਕੀ ਸਿਸਟਮ ਹੁੰਦਾ ਵਾ, ਪੁਲਿਸਿੰਗ ਉੱਥੇ ਕਿਵੇਂ, ਅਸੀਂ ਪੁਲਿਸਿੰਗ ਇਹੋ ਜਿਹੀ ਕਿਵੇਂ ਲਿਆ ਸਕਦੇ ਹਾਂ, ਚੀਜ਼ਾਂ ਬਾਰੇ ਮੈਂ ਲਿਖਦਾ ਹੁੰਦਾ ਸੀ ਅਖਬਾਰਾਂ ਦੇ ਵਿੱਚ। ਤੇ ਉਦੋਂ ਫਿਰ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਆਪ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਵਾ। ਤੇ ਉਦੋਂ ਲੱਕੀਲੀ ਮੈਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਪਾਰਟੀ ਦਾ ਮੈਨੀਫੈਸਟੋ ਬਣਾ ਦਿਓ ਔਰ ਤੁਹਾਡੇ ਤੋਂ, ਤੁਸੀਂ ਪੰਜਾਬ ਨੂੰ ਕਵਰ ਕਰਦੇ ਰਹੇ ਜੇ, ਪੰਜਾਬ ਬਾਰੇ ਜਾਣਦੇ ਜੇ, ਤੇ ਤੁਹਾਡੇ ਤੋਂ ਸ਼ਾਇਦ ਬਿਹਤਰ ਬੰਦਾ ਨਹੀਂ ਹੋਊਗਾ ਮੈਨੀਫੈਸਟੋ ਬਣਾਉਣ ਵਾਸਤੇ। ਤੇ ਮੈਨੂੰ ਲੱਗਾ ਕਿ ਇਹ ਚੰਗੀ ਅਪਰਚੂਨਿਟੀ ਹੈ ਜੇ ਪੋਲਿਟਿਕਸ ਦੇ ਵਿੱਚ ਵੜਨਾ ਵਾ ਤੇ ਇਸ ਤਰੀਕੇ ਨਾਲ ਵੜਨਾ ਚਾਹੀਦਾ। ਤੇ ਮੈਂ ਉਦੋਂ ਫਿਰ ਐਗਰੀ ਕਰ ਗਿਆ ਔਰ ਮੈਂ ਮੈਨੀਫੈਸਟੋ ਤੇ ਕੰਮ ਵੀ ਕੀਤਾ ਔਰ ਫਿਰ ਮੈਨੂੰ ਪਾਰਟੀ ਨੂੰ ਲੱਗਾ ਕਿ ਮੈਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਤੇ ਉਦੋਂ ਸੋ ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਅਸੀਂ ਵਾਕਈ ਜਿਹੋ ਜਿਹੀ ਤਬਦੀਲੀ ਅਸੀਂ ਪੱਤਰਕਾਰੀ ਦੇ ਥਰੂ ਲਿਆਉਣਾ ਚਾਹੁੰਦੇ ਸੀ, ਸ਼ਾਇਦ ਲਿਆਉਣ 'ਚ ਕਾਮਯਾਬ ਨਹੀਂ ਹੋਏ, ਉਹ ਅਸੀਂ ਸਿਆਸਤ ਦੇ ਥਰੂ ਲਿਆ ਸਕਾਂਗੇ। ਸੋ ਇਹ ਮਕਸਦ ਸੀ ਮੇਰਾ ਉਸ ਵੇਲੇ ਪੋਲਿਟਿਕਸ ਦੇ ਵਿੱਚ ਆਉਣ ਦਾ। ਸੰਤ ਸਾਹਿਬ, ਜਦੋਂ ਆਪਾਂ ਖਾਸ ਤੌਰ ਤੇ ਆਪਾਂ ਮੀਡੀਆ 'ਚ ਹੁੰਦੇ ਆ ਤੇ ਮੀਡੀਆ ਦੇ ਵਿੱਚ ਕੋਈ ਵੀ ਐਲੀਗੇਸ਼ਨ ਲਗਾਉਣਾ ਜਾਂ ਉਹਨੂੰ ਲੋਕਾਂ ਤੱਕ ਇਸ ਚੀਜ਼ ਨੂੰ ਲੈ ਕੇ ਆਉਣਾ ਉਹ ਸੌਖਾ ਹੁੰਦਾ, ਜਾਂ ਕਿਸੇ ਦੀ ਵੀ ਗੱਲ ਕਰ ਲੈਣੀ ਆਪਾਂ ਲਈ ਸੌਖੀ ਹੁੰਦੀ ਆ। ਜਦੋਂ ਐਜ਼ ਅ ਪੋਲੀਟੀਸ਼ੀਅਨ ਤੁਸੀਂ ਉਹ ਚੀਜ਼ ਦੇ ਵਿੱਚ ਲੋਕਾਂ ਦੇ ਨਾਲ ਮਿਲੇ ਗਿਲੇ ਜਾਂ ਤੁਸੀਂ ਵਿਚਰੇ, ਤੋਂ ਫਿਰ ਤੁਹਾਨੂੰ ਕਿੰਨਾ ਕੁ ਫਰਕ ਲੱਗਾ ਵੀ ਯਾਰ ਐਕਚੁਅਲ ਦੇ ਵਿੱਚ ਹਾਲਾਤ ਆ ਹੁੰਦੇ ਇੱਕ ਪੋਲੀਟੀਸ਼ੀਅਨ ਦੇ, ਤੇ ਉਹ ਮਤਲਬ ਜਦੋਂ ਆਪਾਂ ਲੱਗਦਾ ਵੀ ਯਾਰ ਇਹ ਕਰਦਾ ਕਿਉਂ ਨਹੀਂ, ਇਹ ਸੜਕ ਕਿਉਂ ਨਹੀਂ ਬਣਾਉਂਦਾ, ਜਾਂ ਇਹ ਆਹ ਚੀਜ਼ ਦੇ ਲਈ ਕਿੰਨੀ ਕੁ ਔਖੀ ਆ। ਜਿਹੜਾ ਐਡਮਿਨਿਸਟ੍ਰੇਸ਼ਨ ਆ ਜਾਂ ਜਿਹੜਾ ਉੱਥੇ ਇਨਫਰਾਸਟ੍ਰਕਚਰ ਆ, ਜਿਹੜੇ ਸਾਰਾ ਸੈਟਅਪ ਚੱਲਦਾ, ਜਿਹੜਾ ਵੀ ਉਹ ਬਲਾਕ ਬਣੇ ਹੋਏ ਨੇ, ਸੋ ਉਹਨਾਂ ਨੂੰ ਜਿਹੜਾ ਬ੍ਰੇਕ ਡਾਊਨ ਕਰਨਾ ਉਹ ਬੜਾ ਟੋਟਲੀ ਡਿਫਰੈਂਟ ਇੱਕ ਸਿਨੈਰੀਓ ਹੁੰਦਾ ਜਦੋਂ ਬੰਦਾ ਐਕਚੁਅਲ ਦੇ ਵਿੱਚ ਉਸ ਗੇਮ 'ਚ ਜਾਂਦਾ। ਸੋ ਤੁਹਾਨੂੰ ਫਿਰ ਇਹ ਚੀਜ਼ ਦਾ ਕਿੰਨਾ ਕੁ ਫਰਕ ਲੱਗਾ ਵੀ ਯਾਰ ਜਿਹੜੀ ਚੀਜ਼ ਸਾਨੂੰ ਏਤਾ ਮਹਿਸੂਸ ਹੁੰਦੀ ਸੀ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਗਏ, ਤਾਂ ਫਿਰ ਉਹ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ? ਦੇਖੋ, ਫਰਕ ਤੇ ਬਹੁਤ ਆ, ਪਰ ਮੈਨੂੰ ਧਾਲੀਵਾਲ ਜੀ ਹਮੇਸ਼ਾ ਹੀ ਇਹ ਕੌਨਫੀਡੈਂਸ ਸੀਗਾ ਕਿ ਅਸੀਂ ਜੇ ਆਪ ਪਾਵਰ ਸਾਡੇ ਹੱਥ 'ਚ ਹੋਵੇ, ਜੇ ਸੱਤਾ 'ਚ ਹੋਈਏ, ਜੇ ਸਾਡੀ ਨੀਤ ਚੰਗੀ ਹੋਵੇ, ਸਾਡੇ ਕੋਲ ਅਸੀਂ ਨੀਤੀਆਂ ਚੰਗੀਆਂ ਬਣਾਈਆਂ ਹੋਣ ਤੇ ਅਸੀਂ ਇਹ ਸਾਰੇ ਮਸਲੇ ਹੱਲ ਕਰ ਸਕਦੇ ਹਾਂ। ਮੈਨੂੰ ਆਸ ਸੀਗੀ ਔਰ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਵੀ ਬਹੁਤ ਸੀਗਾ। ਮੈਂ ਉਸੇ ਕੌਨਫੀਡੈਂਸ ਦੇ ਨਾਲ ਅਸੀਂ ਪਾਰਟੀ ਦਾ ਮੈਨੀਫੈਸਟੋ ਬਣਾਇਆ ਸੀ। ਹਾਲਾਂਕਿ ਮੇਰੇ ਆਪਣੇ ਪਾਰਟੀ ਦੇ ਕਲੀਗ ਮੈਨੂੰ ਬਹੁਤ ਵਾਰੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਿਉਂ ਕਰ ਰਹੇ ਜੀ, ਕਿਉਂਕਿ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਆਮ ਆਦਮੀ ਪਾਰਟੀ ਦੀਆਂ ਵੀ ਆਪਣੀਆਂ ਕੰਪਲਸ਼ਨਸ ਹੋ ਸਕਦੀਆਂ ਜਿਹੜੀਆਂ ਬਾਅਦ ਨਜ਼ਰ ਆਈਆਂ। ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ। ਫੋਰ ਐਗਜ਼ਾਮਪਲ, ਮੈਨੂੰ ਯਾਦ ਹੈ ਮੈਂ ਜਦੋਂ ਮੈਨੀਫੈਸਟੋ ਬਣਾ ਰਹੇ ਸੀ ਤੇ ਮੈਂ ਕਈ ਵਾਰ ਆਪਣੇ ਪਾਰਟੀ ਮੀਟਿੰਗਸ ਦੇ ਵਿੱਚ ਕਹਿਣਾ ਵੀ ਆਪਾਂ ਜਦੋਂ ਸਰਕਾਰ ਆਪਣੀ ਬਣ ਗਈ ਉਦੋਂ ਐਂ ਲੱਗਦਾ ਸੀ ਸਰਕਾਰ ਬਣੀ ਜਾਣੀ ਸੀ। ਤੁਹਾਨੂੰ ਲੋਕਾਂ ਨੂੰ ਵੀ ਇੱਥੇ ਸ਼ਾਇਦ ਬਿਲਕੁਲ ਇੱਥੇ ਇੱਕ ਸੈਕਿੰਡ ਲਈ ਤੁਹਾਨੂੰ ਮੈਂ ਰੋਕੂੰਗਾ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕੀਤਾ। 2017 ਵਾਲੀਆਂ ਇਲੈਕਸ਼ਨਸ ਦੇ ਵਿੱਚ ਨਾ ਮੈਂ ਖੁਦ ਜਦੋਂ ਟੀਵੀ ਤੇ ਬੈਠਣਾ ਨਾ ਜੀ, ਅਸੀਂ ਕੋਈ ਹੋਰ ਟੌਪਿਕ ਲੈ ਕੇ ਵੀ ਆਉਣਾ ਚਾਹੁੰਦੇ ਹੁੰਦੇ ਸੀ ਨਾ ਤਾਂ ਸਾਨੂੰ ਉਹ ਗੱਲ ਨਹੀਂ ਸੀ ਕਰਨ ਦਿੱਤੀ ਜਾਂਦੀ। ਸਿੱਧੀ ਸਾਡੇ ਨਾ ਇੱਕ ਸਰਵੇ ਜਿਹਾ ਹੁੰਦਾ ਸੀ 80 ਵੋਟਰ ਦਾ ਮੇਰੇ ਖਿਆਲ ਦੇ ਵਿੱਚ, ਉਹ ਮੈਨੂੰ ਅਜੇ ਵੀ ਯਾਦ ਆ। ਉਹਦਾ ਅਸੀਂ ਆਈਪੈਡ ਜਿਹਾ ਲਾਇਆ ਹੁਣ ਅਗਲੇ ਪਾਸੇ, ਤਾਂ ਸਾਨੂੰ ਨਾ ਲੋਕਾਂ ਨੇ ਪੁੱਛੀ ਜਾਣਾ ਵੀ ਫਲਾਣੇ ਹਲਕੇ ਦੇ ਵਿੱਚ ਕਿੰਨੀ ਕੁ ਸੀਟਾਂ ਦੇ ਕਿੱਥੇ ਜਾ ਰਹੇ। ਸੋ ਅਸੀਂ ਉਹਨਾਂ ਨੂੰ ਆਈਡੀਏ ਜੇ ਨਾਲ ਥੋੜਾ ਜਿਹਾ ਆਪਣੇ ਜਿਹੜੇ ਉੱਥੇ ਲੋਕ ਹੁੰਦੇ ਆ, ਜਿੰਨੇ ਕੁ ਉੱਥੇ ਆਪਣੇ ਸੋਰਸਸ ਹੁੰਦੇ ਆ, ਸੋ ਉਹਨਾਂ ਦੀ ਗਿਣਤੀ ਮਿੰਤੀ ਜਿਹਨਾਂ ਅਪਰੋਕਸੀਮੇਟ ਆਈਡੀਆ ਜਿਹਾ ਦੇਈ ਜਾਣਾ ਉਹਨਾਂ ਨੂੰ। ਪਰ
ਪਤਾ ਨਹੀਂ ਕਿਤੇ ਨਾ ਜੀ ਉਹ ਇੰਨੀ ਜ਼ਿਆਦੀ ਜਜ਼ਬਾਤੀ ਜਿਹੜੀ ਸਪੋਰਟ ਹੈਗੀ ਸੀ ਸਾਡੇ ਲੋਕਾਂ ਦੀ NRI ਦੀ ਖਾਸ ਤੌਰ ਤੇ, ਉਹ ਬਾਹਰ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਹੁਣ ਦੇਖਣ ਨੂੰ ਨਹੀਂ ਮਿਲੀ। ਉੱਤੇ ਖੈਰ ਫੇਰ ਆਉਨੇ ਆ, ਪਰ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਾ ਵੀ ਉਸ ਟਾਈਮ ਤੇ ਮਾਹੌਲ ਕਿਦਾਂ ਦਾ ਸੀ, ਤੁਸੀਂ ਤਾਂ ਉੱਥੇ ਵਿਚਰੇ ਸੀ ਨਾ, ਤੇ ਸਾਡੇ ਇੱਥੇ ਹਾਲਾਤ ਕਿਦਾਂ ਦੇ ਸੀ ਵੀ ਸਾਨੂੰ ਹੋਰ ਕੋਈ ਗੱਲ ਹੀ ਨਹੀਂ ਸੀ ਕਰਨੀ। ਮੈਂ ਉਸ ਬਿਲਕੁਲ ਨਬਜ਼ ਨੂੰ ਪਛਾਣਦਾ ਸੀਗਾ, ਕਿਉਂਕਿ ਮੈਂ ਜਦੋਂ ਮੈਨੀਫੈਸਟੋ ਬਣਾ ਰਿਹਾ ਸੀ ਤੇ ਅਸੀਂ ਬਹੁਤ ਸਾਰੇ ਡਾਇਲੌਗਸ ਸਾਡੇ ਬਾਹਰ ਵਾਸਤੇ ਪੰਜਾਬੀ ਭਰਾਵਾਂ ਨਾਲ ਵੀ ਕੀਤੇ ਆ ਜੀ। ਸ਼ਾਇਦ ਸਭ ਤੋਂ ਜ਼ਿਆਦਾ ਜਿਹੜੇ ਸਕਾਈਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਪਰ ਜੇ ਡਾਇਲੌਗ ਹੋਏ ਆ, ਇੱਥੇ ਇੰਟਰੈਕਸ਼ਨਸ ਹੋਈਆਂ, ਤੇ ਉਹ ਸ਼ਾਇਦ ਮੈਂ ਹੀ ਕੀਤੀ ਮੈਂ ਜੀ। ਮੈਂ ਦੱਸਣ ਲੱਗਾ ਜਿਹੜੀ ਗੱਲ ਉਹ ਸੀ ਵੀ ਜਦੋਂ ਅਸੀਂ ਆਪਣੇ ਪਾਰਟੀ ਦੇ ਵਿੱਚ ਗੱਲ ਕਰਦੇ ਸੀ ਤੇ ਮੈਂ ਇੱਕ ਦੋ ਵਾਰੀ ਮੈਂਸ਼ਨ ਕੀਤਾ, ਮੈਂ ਕਿਹਾ ਜਦੋਂ ਆਪਣੀ ਸਰਕਾਰ ਬਣ ਗਈ ਤੇ ਇੱਕ ਚੀਜ਼ ਬੜੀ ਜ਼ਰੂਰੀ ਆ ਆਪਾਂ ਜਿਹੜੀ ਛੇਤੀ ਤੋਂ ਛੇਤੀ ਕਰਨੀ ਆ ਕਿ ਪੁਲਿਸ ਨੂੰ ਸਿਆਸਤ ਤੋਂ ਇੰਡੀਪੈਂਡੈਂਟ ਕਰਨਾ ਜੀ। ਉਹਦਾ ਕੀ ਮਤਲਬ ਜੀ? ਮੈਂ ਕਿਹਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ ਵੀ ਠੀਕ ਹੈ, ਹੋਮ ਮਿਨਿਸਟਰ ਹੋਊਗਾ ਜ਼ਰੂਰ ਜਿਹੜਾ ਪੁਲਿਸ ਨੂੰ ਰਿਪੋਰਟ ਕਰੂਗੀ, ਪੁਲਿਸ ਉਹ ਦਖਲਅੰਦਾਜ਼ੀ ਨਹੀਂ ਹੋਊਗੀ, ਠੀਕ ਹੈ, ਔਰ ਇੱਕ ਸਿਟੀਜ਼ਨਸ ਓਵਰਸਾਈਟ ਬੋਡੀ ਰੱਖਾਂਗੇ ਆਪਾਂ ਜਿਹੜੀ ਪੁਲਿਸ ਦੇ ਖਿਲਾਫ ਕੰਪਲੇਂਟ ਸੁਣਿਆ ਕਰੂਗੀ। ਤੇ ਮੇਰੇ ਬਹੁਤ ਸਾਰੇ ਮੇਰੇ ਕੁਲੀਗ ਜਿਹੜੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੇਰੇ ਨਾਲ ਨਾਰਾਜ਼ ਹੋ ਗਏ, ਉਹ ਆਂਦੇ ਜੇ ਤੁਸੀਂ ਪੁਲਿਸ ਹੀ ਆਪਣੇ ਹੱਥੋਂ ਕੱਢਦੀ ਤੇ ਫਿਰ ਆਪਾਂ ਕੀ ਕਰਨਾ ਉੱਥੇ ਜਾ ਕੇ। ਸੋ ਕਹਿਣ ਦਾ ਮਤਲਬ ਇਹ ਆ ਕਿ ਮੇਰੀ ਉਦੋਂ ਮਨਸ਼ਾ ਇਹੋ ਹੀ ਸੀਗੀ ਕਿ ਅਸੀਂ ਵਾਕਈ ਤਬਦੀਲੀ ਲਿਆ ਸਕਦੇ। ਉਹ ਫਿਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਜਦੋਂ ਇਲੈਕਸ਼ਨ ਹੋ ਗਈ ਮੈਂ ਤੇ ਖੈਰ ਲੱਕੀਲੀ ਜਿੱਤ ਗਿਆ, ਸਾਡੇ ਬਹੁਤ ਸਾਰੇ ਸਾਥੀ ਹਾਰ ਗਏ, ਪਾਰਟੀ ਸੱਤਾ 'ਚ ਨਹੀਂ ਆਈ ਜੀ। ਤੇ ਫਿਰ ਅਸੀਂ ਬਤੌਰ ਸਿਰਫ ਆਪੋਜੀਸ਼ਨ ਦੇ ਲੀਡਰ ਆਪੋਜੀਸ਼ਨ ਹੀ ਬਣ ਕੇ ਰਹਿ ਗਏ ਪੰਜਾਬ ਦੇ। ਬਿਲਕੁਲ। ਸੋ ਕੋਈ ਬਹੁਤਾ ਰੋਲ ਅਸੀਂ ਨਹੀਂ ਪਲੇ ਕਰ ਸਕੇ ਜੀ। ਉਦੋਂ ਮੈਨੂੰ ਜ਼ਰੂਰ ਲੱਗਾ ਕਿ ਸਾਡੀਆਂ ਲਿਮਿਟੇਸ਼ਨਸ ਕਿੰਨੀਆਂ ਜ਼ਿਆਦਾ ਵੇ ਸਿਸਟਮ ਦੇ ਵਿੱਚ। ਜੇ ਤੁਸੀਂ ਆਪੋਜੀਸ਼ਨ ਦੇ ਵਿੱਚ ਤੁਸੀਂ ਵਰਟੀਕਲੀ ਜ਼ੀਰੋ ਜੇ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ, ਕੋਈ ਪਾਵਰ ਨਹੀਂ ਜੀ। ਪਰ ਉਸ ਤੋਂ ਪਹਿਲਾਂ ਫਿਰ ਮੇਰੇ ਪਰਸਨਲੀ ਸਾਡੇ ਪਰਿਵਾਰ ਦੇ ਨਾਲ ਇੱਕ ਬਹੁਤ ਵੱਡੀ ਟ੍ਰੈਜਡੀ ਹੋ ਗਈ, ਉਹਦੇ ਕਰਕੇ ਵੀ ਉਹ ਵੀ ਮੇਰੇ ਵਾਸਤੇ ਬਹੁਤ ਵੱਡਾ ਇੱਕ ਡਿਮੋਰਲਾਈਜ਼ਿੰਗ ਫੈਕਟਰ ਸੀਗਾ। ਸੋ ਉਹਦੇ ਕਰਕੇ ਵੀ ਮੈਂ ਜਿਸ ਤਰ੍ਹਾਂ ਦਾ ਰੋਲ ਸ਼ਾਇਦ ਮੈਂ ਨਿਭਾਉਣਾ ਚਾਹੁੰਦਾ ਸੀ, ਮੈਂ ਨਿਭਾ ਨਹੀਂ ਸਕਿਆ। ਬਿਲਕੁਲ ਜੀ, ਬੜਾ ਔਖਾ ਹੋ ਜਾਂਦਾ ਜੀ ਆਪ ਜੀ ਦੇ ਪਰਿਵਾਰ ਦੇ ਵਿੱਚ। ਆਪ ਜੀ ਦੇ ਬੇਟੇ ਦੀ ਡੈਥ ਹੋ ਗਈ ਜੀ, ਸੋ ਅਫਸੋਸ ਆ ਉਸ ਚੀਜ਼ ਦੇ ਲਈ, ਪਰ ਹੁਣ ਕੀਤਾ ਕੀ ਜਾ ਸਕਦਾ ਹੈਗਾ। ਸੋ ਉਸ ਚੀਜ਼ ਨੇ ਬੜਾ ਸੈਟਬੈਕ ਲਾਇਆ ਆਪ ਜੀ ਨੇ, ਜਿਵੇਂ ਦੱਸਿਆ ਹੀ ਆ। ਸੋ ਉਹ ਚੀਜ਼ ਦਾ ਹੁੰਦਾ, ਕਿਉਂਕਿ ਤੁਸੀਂ ਦੱਸਦੇ ਪਏ ਸੀ ਕਿ ਸਾਰਾ ਉੱਥੇ ਉਹ ਜਦੋਂ ਤੁਹਾਡੀ ਕੰਪੇਨ ਚੱਲਦੀ ਪਈ ਸੀ ਤੇ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਉਸ ਚੀਜ਼ ਦੇ ਵਿੱਚ। ਫਿਰ ਓਬਵੀਅਸ ਆ ਵੀ ਇਹ ਚੀਜ਼ ਤੋਂ ਬੰਦਾ ਫਿਰ ਸੋਚਦਾ ਵੀ ਯਾਰ ਮੈਂ ਇਹ ਤੋਂ ਕੀ ਲੈਣਾ ਇਸ ਚੀਜ਼ ਤੋਂ ਉੱਪਰੋਂ, ਹਨਾ ਜੀ, ਤੋਂ ਬੰਦਾ ਆਪਣੇ ਆਪ 'ਚ ਹੋ ਜਾਂਦਾ। ਐਨੀਵੇ, ਪਰ ਇੱਕ ਚੀਜ਼ ਮੈਂ ਤੁਹਾਨੂੰ ਜਿਹੜੀ ਉਸੇ ਫਿਰ ਮੁੱਦੇ ਤੇ ਲੈ ਕੇ ਆਉਣਾ ਵੀ ਲੋਕ ਅਸਲ ਦੇ ਵਿੱਚ ਜਿਵੇਂ ਅਸੀਂ ਵੀ ਉਹਨਾਂ ਲਈ ਕੰਮ ਕਰਨਾ ਚਾਹੁੰਦੇ ਹਾਂ, ਲੋਕ ਸਾਡੇ ਤੋਂ ਐਵੇਂ ਦੀ ਐਕਸਪੈਕਟੇਸ਼ਨਸ ਨਹੀਂ ਚਾਹੁੰਦੇ। ਲੋਕ ਚਾਹੁੰਦੇ ਨੇ ਸਾਡੇ ਪਰਸਨਲ ਕੰਮ ਹੋਣੇ ਚਾਹੀਦੇ ਆ, ਰਾਈਟ। ਤੁਹਾਡੇ ਕੋਲ ਵੀ ਬਹੁਤ ਸਾਰੇ ਲੋਕ ਆਉਂਦੇ ਹੋਣਗੇ, ਤੁਸੀਂ ਉਹ ਚੀਜ਼ਾਂ ਕਰਨੀਆਂ ਚਾਹੁੰਦੇ ਹੋ। ਲੋਕਾਂ ਦੇ ਫੋਨ ਆਉਂਦੇ ਨੇ, ਸਾਡੀ ਬਦਲੀ ਕਰਾ ਦਿਓ ਜੀ, ਸਾਡਾ ਆਹ ਕਰਾ ਦਿਓ ਜੀ, ਸਾਡਾ ਆਹ ਕਰਾ ਦਿਓ, ਔਰ ਉਹ ਕਾਲਾਂ ਹਮੇਸ਼ਾ ਉਹ ਆਉਂਦੀਆਂ ਨੇ ਜਿਹੜੇ ਕੰਮ ਹੋਣ ਵਾਲੇ ਨਹੀਂ ਹੁੰਦੇ, ਜਾਂ ਇੰਝ ਕਹਿ ਲਓ ਵੀ ਉਹ ਆਊਟ ਆਫ ਵੇ ਹੁੰਦੇ ਆ। ਸੋ ਉਹ ਚੀਜ਼ਾਂ ਜਦੋਂ ਤੁਸੀਂ ਕਰਦੇ ਸੀ ਤੇ ਫਿਰ ਤੁਹਾਨੂੰ ਆਪਣੇ ਆਪ ਫੀਲ ਵੀ ਹੁੰਦਾ ਹੋਣਾ, ਲੋਕ ਨਾਰਾਜ਼ ਵੀ ਹੁੰਦੇ ਹੁਣ ਆਪਣੀ ਯਾਰ ਸਾਨੂੰ ਅਸੀਂ ਇਹਨਾਂ ਨੂੰ MLA ਬਣਾਇਆ ਆ ਤੇ ਸਾਡੇ ਕੰਮ ਨਹੀਂ ਕਰਦੇ ਹੈਗੇ। ਤੇ ਇਹ ਚੀਜ਼ਾਂ ਨਹੀਂ, ਉਹਦੇ ਕਰਕੇ ਮੈਨੂੰ ਨਾਰਾਜ਼ਗੀ ਨਹੀਂ ਸੀ ਹੁੰਦੀ। ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਆ ਉਹ ਬਿਲਕੁਲ ਜਾਇਜ਼ ਐਕਸਪੈਕਟੇਸ਼ਨ ਹੈ। ਅੱਛਾ ਜੀ। ਮੇਰੇ ਹਿਸਾਬ ਦੇ ਨਾਲ ਨਾਰਾਜ਼ਗੀ ਸਿਰਫ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਖਿਲਾਫ ਬਿਨਾਂ ਵਜ੍ਹਾ ਪ੍ਰਚਾਰ ਕੋਈ ਕਰਨ ਲੱਗ ਪਏ, ਕੂੜ ਝੂਠਾ ਪ੍ਰਚਾਰ ਕੋਈ ਕਰਨ ਲੱਗ ਪਏ ਜੀ, ਉਹਦੇ ਕਰਕੇ ਜ਼ਰੂਰ ਦੁੱਖ ਹੁੰਦਾ ਵਾ। ਲੇਕਿਨ ਜਿਹੜੀ ਐਕਸਪੈਕਟੇਸ਼ਨ ਹੈ ਉਹ ਮੇਰੇ ਖਿਆਲ ਬਿਲਕੁਲ ਜਾਇਜ਼ ਐਕਸਪੈਕਟੇਸ਼ਨ ਹੈ। ਮੈਂ ਫਿਰ ਉਹੀ ਕਹਿਣਾ ਚਾਹੁੰਦਾ ਵਾਂ ਵੀ ਮੈਂ ਕਿਉਂਕਿ ਸਰਕਾਰ ਸਾਡੀ ਨਹੀਂ ਬਣੀ, ਅਸੀਂ ਕੋਈ ਬਹੁਤਾ ਰੋਲ ਨਹੀਂ ਪਲੇ ਕਰ ਸਕੇ, ਔਰ ਜਦੋਂ ਸਰਕਾਰ ਬਣੀ ਅਸੀਂ ਉਹਦਾ ਹਿੱਸਾ ਨਹੀਂ ਗਏ। ਔਰ ਸ਼ਾਇਦ ਹੁਣ ਬੜੀ ਜਿਹੜੇ ਸਰਕਾਰ ਦੇ ਵਿੱਚ ਲੋਕ ਨੇ ਉਹ ਉਹਨਾਂ ਦੀ ਆਪਣੀ ਇੱਕ ਥਿੰਕਿੰਗ ਹੋਊਗੀ। ਮੈਂ ਉਹਦੇ ਬਾਰੇ ਸ਼ਾਇਦ ਮੇਰਾ ਕਹਿਣਾ ਸਹੀ ਨਹੀਂ, ਕਿਉਂਕਿ ਲੋਕੀ ਕਹਿਣਗੇ ਵੀ ਤੁਸੀਂ ਬਾਹਰ ਜੀ ਸ਼ਾਇਦ ਇਸ ਕਰਕੇ ਗੱਲਾਂ ਕਰਦੇ ਜੇ ਜੀ। ਲੇਕਿਨ ਲੋਕਾਂ ਦੀ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੁੰਦੀਆਂ। ਦੁਬਾਰਾ ਲੋਕੀ ਨਿਰਾਸ਼ ਇਸ ਕਰਕੇ ਹੁੰਦੇ ਆ ਕਿ ਅਸੀਂ ਸਿਸਟਮ ਨਹੀਂ ਬਣਾਏ ਜੀ ਜੀ ਜੀ। ਮੇਰੀ ਕੋਸ਼ਿਸ਼ ਸੀਗੀ ਕਿ ਜੇ ਉਦੋਂ ਸਰਕਾਰ ਬਣਦੀ ਤੇ ਅਸੀਂ ਸਿਸਟਮਸ ਬਣਾਉਂਦੇ, ਔਰ ਜੇ ਸਿਸਟਮਸ ਬਣਦੇ ਆ ਤੇ ਫਿਰ ਇਹ ਨਾ ਤੇ ਤੁਹਾਡੇ ਕੋਲ ਲੋਕੀ ਬਦਲੀਆਂ ਵਾਸਤੇ ਆਉਣਗੇ ਜੀ, ਨਾ ਇਹ ਛੋਟੇ ਮੋਟੇ ਕੰਮਾਂ ਵਾਸਤੇ ਆਉਣਗੇ, ਕਿਉਂਕਿ ਇਹ ਕੰਮ ਆਟੋਮੈਟਿਕਲੀ ਹੋਣੇ ਚਾਹੀਦੇ ਜੀ 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 ਜੀ। ਉਹ ਸਿਸਟਮ ਹੀ ਨਹੀਂ ਬਣ ਸਕੇ। ਔਰ ਮੈਂ ਬਤੌਰ MLA ਮੈਂ ਬੜੀ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਨੂੰ, ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ। ਮੈਂ ਉਹਨਾਂ ਨੂੰ ਬਤੌਰ ਪੱਤਰਕਾਰ ਚੰਗੀ ਤਰ੍ਹਾਂ ਜਾਣਦਾ ਵੀ ਸੀ। ਫਿਰ ਉਹਨਾਂ ਨਾਲ ਚੰਗੇ ਮਾੜੇ ਵੀ ਰਿਸ਼ਤੇ ਰਹੇ। ਐਜ਼ ਜਰਨਲਿਸਟ ਸਾਨੂੰ ਪਤਾ ਹੀ ਹੁੰਦਾ, ਕਦੀ ਚੰਗੇ ਹੋ ਜਾਂਦੇ ਕਦੀ ਮਾੜੇ ਹੋ ਜਾਂਦੇ ਸਿਆਸੀ ਲੀਡਰਾਂ ਦੇ ਨਾਲ। ਮੈਂ ਉਹਨਾਂ ਨੂੰ ਇਹ ਲਿਖਿਆ ਸੀ ਕਿ MLA ਤੋਂ ਜਿਹੜੀ ਲੋਕਾਂ ਦੀ ਐਕਸਪੈਕਟੇਸ਼ਨ ਹੈ ਉਹਦੇ ਹਿਸਾਬ ਨਾਲ MLA ਦਾ ਇੱਕ ਰੋਲ ਦਿੱਤਾ ਜਾਵੇ ਜੀ 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 ਜੀ।
ਆਪਾਂ ਰੋਲ ਨਹੀਂ ਦੇ ਰਹੇ ਤੇ ਹੋ ਕੀ ਰਿਹਾ ਵਾ ਵੀ ਜਿਹੜੇ ਤੇ ਐਮਐਲਏ ਸੱਤਾਧਰ ਪਾਰਟੀ ਦੇ ਨੇ ਉਹਨਾਂ ਕੋਲ ਤੇ ਫੰਡਸ ਆ ਜਾਂਦੀਆਂ ਵਾ, ਉਹ ਫਿਰ ਵੀ ਪਿੰਡਾਂ 'ਚ ਗ੍ਰਾਂਟਾਂ ਦਿੰਦੇ ਆ, ਹਾਲਾਂਕਿ ਉਹਦਾ ਪ੍ਰੋਪਰ ਸਿਸਟਮ ਨਹੀਂ ਬਣਿਆ। ਐਮਐਲਏ ਨੂੰ ਇਸ ਸਿਸਟਮ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਸਿਸਟਮ ਆ, ਵਿਕਾਸ ਦਾ ਸਿਸਟਮ ਹੈ, ਉਹਦਾ ਹਿੱਸਾ ਬਣਾਓ। ਮੈਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਇਹਦੇ ਬਾਰੇ, ਪਰ ਅਨਫੋਰਚੂਨੇਟਲੀ ਕਿਸੇ ਨੇ ਉੱਤੇ ਗੌਰ ਨਹੀਂ ਕੀਤਾ ਔਰ ਅੱਜ ਵੀ ਹਾਲਾਤ ਉਹੀ ਨੇ ਜੋ ਪਹਿਲਾਂ ਹੁੰਦੇ ਸੀ। ਬਿਲਕੁਲ। ਔਰ ਇੱਕ ਚੀਜ਼ ਜਿਹੜੀ ਆਪ ਜੀ ਨੇ ਸਿਸਟਮ ਦੀ ਗੱਲ ਕੀਤੀ ਨਾ, ਮੈਨੂੰ ਕਈ ਵਾਰੀ ਹਾਸਾ ਜਿਹਾ ਵੀ ਆਉਂਦਾ ਹੁੰਦਾ ਇਸ ਗੱਲ ਨੂੰ ਲੈ ਕੇ। ਬਹੁਤ ਸਾਰੇ ਨਾ ਤੁਹਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਜਿਹੜੇ ਉਹ ਬਿਆਨ ਦੇ ਦਿੰਦੇ ਨੇ, ਅੱਜ ਵੀ ਦੇ ਰਹੇ ਨੇ ਤੇ ਉਹਨਾਂ ਸਮਿਆਂ 'ਚ ਵੀ ਦਿੰਦੇ ਹੁੰਦੇ ਸੀ। ਥੋੜੇ ਦਿਨ ਪਹਿਲਾਂ ਨਾ ਕਿਸੇ ਲੀਡਰ ਸਾਹਿਬਾਨ ਨਾਲ ਮੇਰੀ ਗੱਲਬਾਤ ਹੋਈ, ਸੋ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਯਾਰ ਪੰਚਾਇਤਾਂ ਵਾਲਾ ਤੁਹਾਡਾ ਵਾਪਸ ਹੋ ਗਿਆ ਜਿਹੜਾ ਸਰਕੂਲੇਸ਼ਨ ਜਿਹਾ ਸੀ। ਉਹ ਕਹਿੰਦੇ ਜੀ ਉਹ ਚਲੋ ਉਹ ਤਾਂ ਕੋਰਟ ਦਾ ਕੰਮ ਸੀ, ਉਹਦੇ ਵਿੱਚ ਉਹ ਚੀਜ਼ਾਂ ਹੋ ਗਈਆਂ, ਪਰ ਸਾਡਾ ਨਾ ਐਕਚੁਅਲੀ ਮੁੱਢਲਾ ਢਾਂਚਾ ਨਹੀਂ ਬਣਿਆ। ਮੈਂ ਕਿਹਾ ਤੁਹਾਡਾ ਮੁੱਢਲਾ ਢਾਂਚਾ ਬਣਨਾ ਕਿੱਦਣ ਆ? ਜਿੱਦਣ 2017 ਦੀਆਂ ਇਲੈਕਸ਼ਨਾਂ ਹੋਣੀਆਂ ਸੀ ਤੁਸੀਂ ਉਦੋਂ ਵੀ ਕਹਿੰਦੇ ਸਾਡਾ ਮੁੱਢਲਾ ਢਾਂਚਾ ਨਹੀਂ ਬਣਿਆ। ਅੱਜ ਤੁਸੀਂ ਗੌਰਮੈਂਟ ਦਾ ਇੱਕ ਮਤਲਬ ਤੁਹਾਡੀ ਆਪਣੀ ਆ, ਔਰ ਅਜੇ ਸਾਲ ਫਿਰ ਪਿਛਲੇ ਸਾਲ ਦੇ ਵਿੱਚ ਕਿਹਾ ਜਾਂਦਾ ਸੀ ਬਣੇ ਨੂੰ ਟਾਈਮ ਕਿੰਨਾ ਹੋਇਆ, ਟਾਈਮ ਨਹੀਂ ਹੈਗਾ। ਚਲੋ ਹੁਣ ਟਾਈਮ ਵੀ ਹੋ ਗਿਆ ਜੀ। ਸੋ ਮੁੱਢਲਾ ਢਾਂਚਾ ਸਟਿਲ ਅੱਜ ਵੀ ਨਹੀਂ ਬਣਿਆ। ਸੋ ਇਹ ਜਿਹੜਾ ਮੁੱਢਲਾ ਢਾਂਚਾ ਹੁੰਦਾ, ਇਹ ਕਿਤੇ ਇਸ ਚੀਜ਼ ਨੂੰ ਤਾਂ ਨਹੀਂ ਲਿਆ ਜਾਂਦਾ ਕਿ ਜਿਹੜਾ ਸਿਸਟਮ ਆਲਰੇਡੀ ਚੱਲਦਾ ਹੋਇਆ ਹੁੰਦਾ ਵਾ, ਜੇ ਉਹ ਜਿਹੜੇ ਉਹਦੇ ਵਿੱਚ ਆਪਾਂ ਕਹਿੰਦੇ ਕੁਛ ਮਾਫੀਆ ਹੁੰਦੇ ਨੇ, ਭੂ ਮਾਫੀਆ ਹੁੰਦਾ ਜਾਂ ਇਹ ਜਿਹੇ ਮਾਫੀਆਜ਼ ਹੁੰਦੇ ਨੇ, ਉਹਨਾਂ ਦੇ ਨਾਲ ਸਾਡੀ ਲਿੰਕਿੰਗ ਹੋ ਗਈ ਆ, ਸਾਡੀ ਮੀਡੀਆ ਦੇ ਨਾਲ ਕਿੰਨਾ ਕੁ ਲਿੰਕ ਹੋ ਗਏ ਆ ਤੇ ਅਸੀਂ ਲੋਕਾਂ ਤੋਂ ਕਿੰਨੇ ਕੁ ਦੂਰ ਹੋ ਗਏ ਆ। ਕਿਤੇ ਇਹਨੂੰ ਤਾਂ ਨਹੀਂ ਮੁੱਢਲਾ ਢਾਂਚਾ ਕਿਹਾ ਜਾਂਦਾ? ਦੇਖੋ ਇਸ ਤਰ੍ਹਾਂ ਹੈ, ਤੇ ਦੋ ਤਿੰਨ ਪਹਿਲੂ ਹੈ ਜਿਹੜਾ ਤੁਸੀਂ ਸਵਾਲ ਐਡਰੈਸ ਕੀਤਾ ਵਾ। ਮੈਂ ਦੋ ਇਸ਼ੂਜ਼ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਵਾਂ। ਇੱਕ ਤੇ ਮੈਂ ਜਿਹੜਾ ਹੁਣੇ ਪੰਚਾਇਤਾਂ ਦੇ ਉੱਤੇ ਜਿਹੜਾ ਫੈਸਲਾ ਵਾ, ਮੈਂ ਉਹਦੇ ਉੱਤੇ ਵੀ ਆਪਣਾ ਨਜ਼ਰੀਆ ਦੱਸੂਗਾ। ਬਾਕੀ ਇੱਕ ਅਨਫੋਰਚੂਨੇਟ ਚੀਜ਼ ਇਹ ਆ ਧਾਲੀਵਾਲ ਸਾਹਿਬ, ਵੀ ਜਦੋਂ ਕੋਈ ਸਰਕਾਰ, ਕਿਸੇ ਪਾਰਟੀ ਦੀ ਸਰਕਾਰ ਸੱਤਾ 'ਚ ਆ ਜਾਂਦੀ ਆ, ਉਹਨਾਂ ਨੂੰ ਲੱਗਦਾ ਵਾ ਵੀ ਜੋ ਕੁਝ ਹੁਣ ਹੋਇਆ ਵਾ ਉਹ ਗਲਤ ਸੀਗਾ, ਅਸੀਂ ਸਭ ਕੁਝ ਹੀ ਬਦਲਣਾ ਵਾ। ਅਨਫੋਰਚੂਨੇਟਲੀ ਸਰਕਾਰਾਂ ਦੇ ਵਿੱਚ ਕੰਟੀਨਿਊਟੀ ਦੀ ਬੜੀ ਲੋੜ ਹੈ, ਕਿਉਂਕਿ ਅਦਰਵਾਈਜ਼ ਜੇ ਤੁਸੀਂ ਹਰ ਚੀਜ਼ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਪੈਸੇ ਦੀ ਬਰਬਾਦੀ ਹੋਊਗੀ। ਇਹ ਬੜੀ ਤਰਾਸਦੀ ਆ ਕਿ ਅੱਜ ਵਾਲੀ ਸਰਕਾਰ ਵੀ ਇਹੋ ਹੀ ਕਰ ਰਹੀ ਹੈ, ਪੁਰਾਣੀਆਂ ਸਰਕਾਰਾਂ ਵੀ ਇਹੋ ਹੀ ਕਰ ਰਹੀਆਂ ਵਾ। ਸੋ ਕੰਟੀਨਿਊਟੀ ਜਿਹੜੀ ਆ, ਆਫਟਰ ਵਿਧਾਨ ਸਭਾ ਦੇ ਵਿੱਚ ਬਹਿਸ ਕਿਉਂ ਹੁੰਦੀ ਕਿਸੇ ਮਸਲੇ ਤੇ, ਤਾਂ ਕਿ ਉਹਦੇ ਤੇ ਕੰਸੈਂਸਸ ਬਣ ਸਕੇ, ਉਸ ਤੋਂ ਬਾਅਦ ਕੰਟੀਨਿਊਟੀ ਲਿਆਂਦੀ ਜਾ ਸਕੇ। ਮੈਨੂੰ ਯਾਦ ਹੈ ਜਦੋਂ ਅਸੀਂ ਹਰਿੰਦਰ ਫੂਲਕਾ ਲੀਡਰ ਆਫ ਆਪੋਜੀਸ਼ਨ ਸੀਗੇ ਤੇ ਮੈਂ ਉਦੋਂ ਜਿਹੜੇ ਪਾਰਟੀ ਦੇ ਐਮਐਲਏ ਸੀ ਉਹਨਾਂ ਦੇ ਵਿੱਚ ਜਿਹੜੇ ਕੁਝ ਮੇਨ ਐਮਐਲਏ ਸੀ ਉਹਨਾਂ ਦੇ ਵਿੱਚ ਮੈਂ ਵੀ ਆਉਂਦਾ ਸੀਗਾ, ਤੇ ਕਾਫੀ ਮੈਂ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਬਜਟ ਦੇ ਉੱਤੇ ਡਿਸਕਸ਼ਨ ਸੀ ਜਾਂ ਗਵਰਨਰਸ ਐਡਰੈਸ ਦੇ ਉੱਤੇ ਮੈਂ ਹੀ ਇਨੀਸ਼ੀਏਟ ਕਰਦਾ ਹੁੰਦਾ ਸੀਗਾ। ਫੂਲਕਾ ਸਾਹਿਬ ਮੈਨੂੰ ਅਲਾਉ ਕਰਦੇ ਸੀ ਇਹ ਕਰਨ ਨੂੰ। ਪਰ ਮੈਨੂੰ ਯਾਦ ਹੈ ਇੱਕ ਵਾਰੀ ਫੂਲਕਾ ਸਾਹਿਬ ਹਾਊਸ ਦੇ ਵਿੱਚ ਨਹੀਂ ਸੀ ਤਾਂ ਉਹਨਾਂ ਮੈਨੂੰ ਕਿਹਾ ਕਿ ਤੁਸੀਂ ਸੰਭਾਲ ਲਿਓ ਉੱਥੇ, ਤੇ ਉਦੋਂ ਪੰਜਾਬ ਸਰਕਾਰ ਨੇ ਇੱਕ ਬਿੱਲ ਲੈ ਕੇ ਆਂਦਾ ਕਿ ਅਸੀਂ ਇੰਨੇ 1000 ਕਰੋੜ ਰੁਪਈਆ ਜਿਹੜਾ ਵਾ ਉਹਦੇ ਕਰਜ਼ੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਰਹੇ ਹਾਂ। ਸ਼ਾਇਦ ਉਹਨਾਂ ਨੇ 1500 ਕਰੋੜ ਰੁਪਈਆ ਪਹਿਲੇ ਸਾਲ ਵਾਸਤੇ ਰੱਖਿਆ ਕਿ ਅਸੀਂ ਇਸ ਸਾਲ ਇੰਨੇ ਲੋਕਾਂ ਦਾ ਕਰਜ਼ਾ ਮਾਫ ਕਰਾਂਗੇ, ਜੋ ਅਸੀਂ ਵੀ ਪਾਰਟੀ ਦੇ ਮੈਨੀਫੈਸਟੋ 'ਚ ਕਹਿੰਦੇ ਰਹੇ ਸੀਗੇ। ਸੋ ਜਦੋਂ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਤਾਂ ਮੈਂ ਕਿਹਾ ਜੀ ਬਹੁਤ ਅੱਛਾ ਵਿਚਾਰ ਹੈ, ਅਸੀਂ ਇਹਦਾ ਸਪੋਰਟ ਕਰਦੇ ਹਾਂ। ਹਾਲਾਂਕਿ ਤੁਸੀਂ ਹਾਲੀ 1500 ਰੁਪਈਆ ਰੱਖਿਆ, ਤਾਂ ਅਸੀਂ ਆਸ ਕਰਦੇ ਹਾਂ ਵੀ ਜੋ ਤੁਹਾਡਾ ਵਾਅਦਾ ਵਾ ਕਿ ਪੂਰਾ ਕਰਜ਼ਾ ਮਾਫ ਹੋਊਗਾ, ਹੌਲੀ ਹੌਲੀ ਉਹ ਕਰੋਗੇ ਤੁਸੀਂ। ਫੂਲਕਾ ਸਾਹਿਬ ਥੋੜੀ ਦੇਰ ਬਾਅਦ ਅੰਦਰ ਆ ਗਏ, ਕਹਿੰਦੇ ਜੀ ਇਹ ਤੁਸੀਂ ਕੀ ਕਹਿ ਦਿੱਤਾ? ਕਿਉਂ? ਕਹਿੰਦਾ ਆਪਾਂ ਇਹਨਾਂ ਦੀ ਸਪੋਰਟ ਥੋੜਾ ਕਰਨੀ ਹੈ, ਇਹਨਾਂ ਦੀ ਤਾਰੀਫ ਥੋੜਾ ਕਰਨੀ ਹੈ। ਸੋ ਕਹਿਣ ਦਾ ਭਾਵ ਇਹ ਆ ਵੀ ਇੱਕ ਅਸੀਂ ਸੋਚਦੇ ਆ ਵੀ ਜੋ ਵੀ ਦੂਜੀ ਪਾਰਟੀ ਕਰਦੀ ਆ ਉਹ ਅਸੀਂ ਉਹਦੇ ਉਲਟ ਨਹੀਂ ਕਰਨੀ, ਉਲਟਾ ਹੀ ਕਰਨਾ, ਉਹਦੇ ਉਲਟਾ ਹੀ ਆਪਾਂ ਕਰਨਾ। ਸੋ ਕਹਿਣ ਦੇ ਭਾਵ ਇਹ ਆ ਵੀ ਆਪਾਂ ਨੂੰ ਕੰਟੀਨਿਊਟੀ ਦੀ ਲੋੜ ਆ। ਹੁਣ ਤੁਸੀਂ ਪੰਚਾਇਤੀ ਸਿਸਟਮ ਦੇ ਬਾਰੇ ਗੱਲ ਕੀਤੀ ਆ। ਦੇਖੋ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਭਗਵੰਤ ਮਾਨ ਸਰਕਾਰ ਨੂੰ ਲੱਗਦਾ ਸੀ ਕਿ ਪੰਚਾਇਤਾਂ ਸਹੀ ਤਰੀਕੇ ਨਾਲ ਨਹੀਂ ਚੱਲ ਰਹੀਆਂ, ਤੇ ਤੁਸੀਂ ਉਹਦੇ ਤੇ ਰਿਸਰਚ ਕਰੋ, ਡੇਟਾ ਇਕੱਠਾ ਕਰੋ, ਕਿਹੜਾ ਪੈਸਾ ਅਸੀਂ ਕਿਹੜੇ ਪੰਚਾਇਤਾਂ ਨੂੰ ਦਿੱਤਾ ਵਾ ਜਿਹੜਾ ਉਹਨਾਂ ਖਰਚਿਆ ਨਹੀਂਗਾ, ਠੀਕ ਹੈ, ਕਿਹੜੇ ਸਰਪੰਚਾਂ ਦੇ ਉੱਤੇ ਕਰਪਸ਼ਨ ਦੇ ਕੇਸ ਨੇ, ਭ੍ਰਿਸ਼ਟਾਚਾਰ ਦੇ ਕੇਸ ਨੇ। ਇੱਕ ਕੇਸ ਬਣਾਓ ਵੀ ਅਸੀਂ ਇਹਨੂੰ ਇਸ ਰੀਜ਼ਨ ਕਰਕੇ ਅਸੀਂ ਇਹਨਾਂ ਨੂੰ ਛੇਤੀ ਭੰਗ ਕਰ ਰਹੇ ਹਾਂ। ਔਰ ਨਵੀਂ ਪੰਚਾਇਤਾਂ ਅਸੀਂ ਚਾਹੁੰਦੇ ਹਾਂ, ਕਿਉਂਕਿ ਪੁਰਾਣੀਆਂ ਪੰਚਾਇਤਾਂ ਜਿਹੜੀਆਂ ਡਿਫੰਕਟ ਹੋ ਚੁੱਕੀਆਂ ਜਾਂ ਕੰਮ ਨਹੀਂ ਕਰ ਰਹੀਆਂ। ਇੱਕ ਹੋਮਵਰਕ ਕੀਤੇ ਬਿਨਾ, ਰਾਈਟ, ਤੁਸੀਂ ਫੈਸਲਾ ਕਰ ਲਿਆ, ਰਾਈਟ, ਅਫਸਰਾਂ ਨੂੰ ਕਹਿਤਾ ਵੀ ਇਦਾਂ ਦੀ ਫਾਈਲ ਬਣਾਓ ਅਤੇ ਫੈਸਲਾ ਕਰਕੇ ਤੁਸੀਂ ਪੰਚਾਇਤਾਂ, ਪੁਰਾਣੀਆਂ ਪੰਚਾਇਤਾਂ ਨੂੰ ਭੰਗ ਕਰਤਾ ਤੇ ਨਵੀਆਂ ਇਲੈਕਸ਼ਨਾਂ ਅਨਾਉਂਸ ਕਰਤੀਆਂ। ਆਬਵੀਅਸਲੀ ਜੋ ਕੋਰਟ 'ਚ ਗਏ, ਤੁਹਾਡੇ ਕੋਲ ਹੋਮਵਰਕ ਹੈ ਹੀ ਨਹੀਂ ਸੀਗਾ ਤੇ ਤੁਹਾਨੂੰ ਮੂੰਹ ਦੀ ਖਾਣੀ ਪਈ ਤੇ ਫਿਰ ਤੁਹਾਨੂੰ ਫੈਸਲਾ ਵਾਪਸ ਲੈਣਾ ਪਿਆ। ਕਹਿਣ ਦਾ ਭਾਵ ਇਹ ਆ ਵੀ ਜੇ ਤੁਸੀਂ ਹੋਮਵਰਕ ਕੀਤਾ ਹੁੰਦਾ, ਜੇ ਕੋਈ ਲਾਇਕ ਤੁਹਾਡੇ ਲੀਡਰ ਹੁੰਦੇ ਜਾਂ ਲਾਇਕ ਅਫਸਰ ਹੁੰਦੇ ਤੇ ਸ਼ਾਇਦ ਇਹ ਤੁਹਾਨੂੰ ਮੂੰਹ ਦੀ ਨਹੀਂ ਸੀ ਖਾਣੀ ਪੈਣੀ। ਔਰ ਹੁਣ ਆਪਾਂ ਕਿਉਂ ਬਲੇਮ ਕਰ ਰਹੇ ਹਾਂ ਕਿਸੇ ਨੂੰ? ਆਫਟਰ ਆਲ ਇੱਕ ਲੀਡਰਸ਼ਿਪ ਦੀ ਵੱਡੀ ਕੁਆਲਿਟੀ ਇਹ ਵਾ ਵੀ ਜੇ ਤੁਹਾਥੋਂ ਗਲਤੀ ਹੋਗੀ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ,
ਤੇ ਮੰਨ ਲਓ ਵੀ ਗਲਤੀ ਹੋ ਗਈ ਆ, ਜਿਹੜਾ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹ ਆਪਣੇ ਤੇ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ, ਆਪਾਂ ਕਿਉਂ ਅਫਸਰਾਂ ਨੂੰ ਬਲੇਮ ਕਰਦੇ ਆ? ਹਾਲਾਂਕਿ ਹੁਣ ਫਾਈਲ ਆ ਗਈ ਬਾਹਰ, ਇਹ 'ਚ ਬੜਾ ਕਲੀਅਰ ਆ ਕਿ ਇਹ ਫਾਈਲ ਦੇ ਉੱਤੇ ਮੁੱਖ ਮੰਤਰੀ ਦੇ ਵੀ ਸਾਈਨ ਆ, ਮੰਤਰੀ ਦੇ ਵੀ ਸਾਈਨ ਆ, ਤੇ ਅਫਸਰਾਂ ਦੇ ਹੈ ਹੀ ਆ। ਬਿਲਕੁਲ ਜੀ, ਬਿਲਕੁਲ। ਔਰ ਗੱਲ ਇਹ ਆ ਸੰਤ ਸਾਹਿਬ, ਜਿਹੜੀ ਆਪ ਜੀ ਨੇ ਗੱਲ ਕੀਤੀ ਉਹਨੂੰ ਥੋੜਾ ਜਿਹਾ ਪਿੱਛੇ ਨੂੰ ਲੈ ਕੇ ਜਾਣਾ ਚਾਹੁੰਦਾ। ਇੱਕ ਮੈਂ ਚੀਜ਼ ਜਾਣਨੀ ਚਾਹੁੰਦਾ, ਤੁਸੀਂ ਮੈਨੀਫੈਸਟੋ ਦਾ ਹਿੱਸਾ ਰਹੇ ਹੋ, ਮੈਨੀਫੈਸਟੋ ਦਾ, ਤੇ ਤੁਸੀਂ ਇੱਕ ਚੀਜ਼ ਉਹਦੇ ਵਿੱਚ ਜਦੋਂ ਤੁਸੀਂ ਉਹਨੂੰ ਬਣਾਉਂਦੇ ਹੋ, ਤੁਸੀਂ ਉਹਦੇ ਵਿੱਚ ਘੱਟੋ ਘੱਟ ਇਹ ਐਟਲੀਸਟ ਦੇਖਦੇ ਹੈਗੇ ਨੇ ਵੀ ਫਲਾਨੀ ਨੀਤੀ ਤੋਂ ਜੇ ਅਸੀਂ ਆਬਕਾਰੀ ਨੀਤੀ ਬਣਾਉਂਦੇ ਆ ਜਾਂ ਰੇਤ ਦੀ ਬਣਾਉਂਦੇ ਆ ਤਾਂ ਇਹਦੇ ਤੇ ਸਾਨੂੰ ਇੰਨੀ ਫੰਡਿੰਗ ਆਉਣੀ, ਅਪਰੋਕਸੀਮੇਟ ਆਈਡੀਆ ਹੋ ਜਾਂਦਾ, ਰਾਈਟ? ਕਿਉਂਕਿ ਜੋ ਪਿੱਛੇ ਉਹਦੀਆਂ ਉਹ ਚੱਲਦਾ ਪਿਆ ਹੁੰਦਾ ਸਾਰਾ ਪਤਾ ਲੱਗ ਜਾਂਦਾ। ਸੋ ਉਸ ਟਾਈਮ ਤੇ ਉੱਪਰ ਜੇ ਇਹ ਵਾਅਦੇ ਕੀਤੇ ਜਾਂਦੇ ਆ, ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਆ, ਤਾਂ ਇਹ ਕੀ ਇਹ ਬੇਬੁਨਿਆਦ ਸੀ? ਇਹਨਾਂ ਨੂੰ ਪਤਾ ਨਹੀਂ ਸੀ ਹੈਗਾ ਵੀ ਪੈਸਾ ਆਉਣਾ ਕਿੱਥੋਂ ਆ? ਪੰਜਾਬ ਤੇ ਅੱਗੇ ਆਲਮੋਸਟ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਹੈਗਾ, ਤਾਂ ਉਹਦੇ ਵਿੱਚ ਤਾਂ ਜਿਹੜੇ ਕਰਜ਼ਾ ਚੁੱਕ ਕੇ ਤੁਸੀਂ ਪੈਸੇ ਦੇ ਰਹੇ ਹੋ, ਔਰ ਆਲਮੋਸਟ ਮੇਰੇ ਖਿਆਲ 40 ਲੱਖ ਕਰੋੜ ਦਾ ਇਹਨਾਂ ਨੇ, ਕਿੰਨਾ ਮੇਰੇ ਐਗਜ਼ੈਕਟ ਫਿਗਰ ਤੋਂ ਸ਼ਾਇਦ ਤੁਸੀਂ ਦੱਸ ਸਕੋ, ਉਹ ਤੇ ਉਹਦਾ ਹੋਰ ਚੱਕ ਲੈਣ ਉਹਦੇ ਉੱਪਰ। ਸੋ ਇਹ ਕੀ ਸੀ ਜਦੋਂ ਮੈਨੀਫੈਸਟੋ ਬਣਾਇਆ, ਤੁਹਾਡੇ ਟਾਈਮ ਤੇ ਬਣਾਇਆ, ਉਸ ਟਾਈਮ ਤੇ ਤੁਹਾਡੇ ਮਾਈਂਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਜਾਂ ਤੁਹਾਨੂੰ ਇਹ ਡਾਟਾ ਨਹੀਂ ਦਿੱਤਾ ਗਿਆ ਵੀ ਆਹ ਚੀਜ਼ਾਂ ਬਣਨੀਆਂ? ਨਹੀਂ, ਦੇਖੋ ਇਹ ਕੰਮ ਕਿਸੇ ਨੂੰ ਡਾਟਾ ਦੇਣ ਦਾ ਕੰਮ ਨਹੀਂ ਸੀਗਾ, ਇਹ ਸਾਡਾ ਕੰਮ ਸੀਗਾ। ਅਸੀਂ ਉਹ ਜਿਹੜੀ ਕਮੇਟੀ ਬਣੀ ਸੀ, ਮੈਨੀਫੈਸਟੋ ਕਮੇਟੀ ਸੀ, ਉਹਦੇ 8-9 ਮੈਂਬਰ ਸੀਗੇ ਜੀ। ਸਾਡੀ ਕੁਝ ਲੋਕੀ ਜਿਹੜੇ ਯੰਗਸਟਰ ਸੀਗੇ ਉਹਨਾਂ ਨੇ ਬਹੁਤ ਕੰਮ ਕੀਤਾ ਜੀ, ਉਸ ਦਿੱਤੇ ਅਸੀਂ ਬਹੁਤ ਡਿਟੇਲਸ ਇਕੱਠੀਆਂ ਕੀਤੀਆਂ, ਔਰ ਉਹਦੇ ਬੇਸ ਦੇ ਉੱਤੇ ਜੇ ਅਸੀਂ ਕੁਝ ਵਾਅਦੇ ਕੀਤੇ ਸੀ, ਠੀਕ ਹੈ, ਕੁਝ ਚੁਣਾਵੀ ਵਾਅਦੇ ਹੁੰਦੇ ਆ ਜਿਹੜੇ ਚੋਣਾਂ ਵੇਲੇ ਕਰਨੇ ਪੈਂਦੇ ਆ, ਬਿਲਕੁਲ, ਪਰ ਅਸੀਂ ਕਾਫੀ ਹੱਦ ਤੱਕ ਹੋਮਵਰਕ ਕੀਤਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਅਨਾਉਂਸ ਕਰ ਰਹੇ ਹਾਂ ਉਹ ਪੈਸਾ ਕਿਵੇਂ ਆਊਗਾ, ਕਿੱਥੋਂ ਆਊਗਾ। ਫੋਰ ਐਗਜ਼ਾਮਪਲ, ਜਿਵੇਂ ਅਸੀਂ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਅਸੀਂ ਇਹ ਨਹੀਂ ਸੀ ਕਿਹਾ ਕਿ ਅਸੀਂ ਇੱਕਦਮ ਸਾਰੇ ਕਰਜ਼ੇ ਮਾਫ ਕਰ ਦਾਂਗੇ, ਅਸੀਂ 3-4 ਸਾਲ ਦਾ ਸਮਾਂ ਮੰਗਿਆ ਸੀ ਕਿ ਪਹਿਲੇ ਸਾਲ ਇੰਨਾ, ਦੂਜੇ ਸਾਲ ਇੰਨਾ, ਔਰ ਸਾਨੂੰ ਲੱਗਦਾ ਸੀ ਵੀ ਉਹਨੇ ਚਿਰ ਨੂੰ ਸਾਡੀ ਫੰਡਿੰਗ ਜਿਹੜੀ ਆ ਰੈਵਨਿਊ ਜਿਹੜਾ ਵਾ ਆ ਜਾਊਗਾ। ਔਰ ਉਹ ਰੈਵਨਿਊ ਵੇਲੇ ਸਾਨੂੰ ਇਹ ਵੀ ਲੱਗਦਾ ਸੀ ਵੀ ਹਰ ਸਾਲ ਅਸੀਂ 10 ਤੋਂ 15,000 ਕਰੋੜ ਐਡੀਸ਼ਨਲ ਰੈਵਨਿਊ ਸਾਨੂੰ ਆ ਸਕੂਗਾ ਜੀ, ਔਰ ਉਹਦੀ ਅਸੀਂ ਹੋਮਵਰਕ ਕੀਤਾ ਸੀ। ਫੋਰ ਐਗਜ਼ਾਮਪਲ, ਜਦੋਂ ਅਸੀਂ ਕਿਹਾ ਸੀਗਾ ਕਿ ਜਿਹੜੀ ਐਕਸਾਈਜ਼ ਸ਼ਰਾਬ ਨੀਤੀ ਹੈ ਜਿਹੜੀ, ਉਹ ਅਸੀਂ ਬਦਲਾਂਗੇ, ਜਿਵੇਂ, ਔਰ ਅਸੀਂ ਉਹਦਾ ਐਗਜ਼ਾਮਪਲ ਦਿੱਤਾ ਸੀ ਵੀ ਉਦੋਂ ਦਿੱਲੀ ਦੇ ਵਿੱਚ ਵੀ ਕਾਫੀ ਹੱਦ ਤੱਕ ਐਟਲੀਸਟ 60-70% ਜਿਹੜੀ ਐਕਸਾਈਜ਼ ਆ ਉਹ ਸਰਕਾਰ ਦੇ ਹੱਥ ਦੇ ਵਿੱਚ ਸੀ ਜੀ। ਸੋ ਉਦੋਂ ਤਾਮਿਲਨਾਡੂ ਦਾ ਅਸੀਂ ਐਗਜ਼ਾਮਪਲ ਦਿੱਤਾ ਸੀ। ਤਾਮਿਲਨਾਡੂ ਦੇ ਵਿੱਚ ਇੱਕ ਕਾਰਪੋਰੇਸ਼ਨ ਹੈ ਟਸਮੈਕ। ਮੈਂ ਇਨਸੀਡੈਂਟਲੀ ਆਪਣੇ ਪ੍ਰਾਈਵੇਟ ਵਿਜ਼ਿਟ ਤੇ ਮੈਂ ਤਾਮਿਲਨਾਡੂ ਗਿਆ ਨਹੀਂ ਉਹਨਾਂ ਦੇ ਵਿੱਚ। ਅੱਛਾ ਜੀ। ਮੈਂ ਉਹਨੂੰ ਸਟੱਡੀ ਕੀਤਾ ਉੱਥੇ। ਮੈਂ ਉੱਥੇ ਇੱਕ ਡਿਪਟੀ ਸੈਕਟਰੀ ਲੈਵਲ ਦੇ ਆਫੀਸਰ ਨਾਲ ਗੱਲਬਾਤ ਕੀਤੀ ਵੀ ਤੁਸੀਂ ਕਿਵੇਂ ਇਹਨੂੰ ਚਲਾਉਂਦੇ ਜੀ, ਤੇ ਮੈਨੂੰ ਲੱਗਾ ਕਿ ਉਹ ਬਿਲਕੁਲ ਆਪਾਂ ਜੇ ਪੰਜਾਬ 'ਚ ਰੈਪਲੀਕੇਟ ਕਰਾਂਗੇ ਤੇ ਜੇ ਪੰਜਾਬ ਦੇ ਵਿੱਚ ਰੈਵਨਿਊ ਇਸ ਵੇਲੇ 5,000 ਕਰੋੜ ਆਉਂਦਾ ਵਾ, ਤੇ ਜਿਹਨੂੰ ਇਹਨੂੰ ਅਸੀਂ ਸਰਕਾਰੀ ਅਦਾਰੇ ਨਾਲ ਵੇਚਾਂਗੇ ਤੇ ਅਸੀਂ ਇਹ ਤੋਂ ਘੱਟੋ ਘੱਟ ਡਬਲ ਰੈਵਨਿਊ ਇਕੱਠਾ ਕਰ ਸਕਦੇ ਹਾਂ ਜੀ। ਇਸੇ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਅਸੀਂ ਰੇਤ ਤੋਂ ਇੰਨਾ ਪੈਸਾ ਇਕੱਠਾ ਕਰ ਸਕਦੇ, ਅਸੀਂ ਟਰਾਂਸਪੋਰਟ ਤੋਂ। ਸੋ ਬੜੀ ਛੋਟਾ ਜਿਹਾ ਐਂਬੀਸ਼ਨ ਸੀ ਸਾਡਾ ਵੀ ਹੁਣ ਜੋ ਰੈਵਨਿਊ ਆ ਉਹ ਤੋਂ ਅਸੀਂ 10 ਤੋਂ 15,000 ਕਰੋੜ ਸਾਲ ਦਾ ਵੱਧ ਇਕੱਠਾ ਕਰਾਂਗੇ। ਸੋ ਸਾਨੂੰ ਲੱਗਾ ਕਿ ਇਹਦਾ ਮਤਲਬ ਹੈ 5 ਸਾਲਾਂ ਦੇ ਵਿੱਚ ਸਾਡੇ ਕੋਲ 50 ਤੋਂ 70,000 ਕਰੋੜ ਫालतू ਪੈਸਾ ਆ ਜਾਊਗਾ। ਸੋ ਉਹਦੇ ਬੇਸ ਤੇ ਅਸੀਂ ਕੁਝ ਵਾਅਦੇ ਉਦੋਂ ਕੀਤੇ ਸੀ, ਪਰ ਚਲੋ ਉਹ ਤੇ ਉਦੋਂ ਦੇ ਵਾਅਦੇ ਸੀਗੇ। ਉਹ ਤੇ ਫਿਰ ਪਾਰਟੀ ਦਾ ਮੈਨੀਫੈਸਟੋ ਜਿਹੜਾ ਵਾ ਉਹ ਪਾਰਟੀ ਆਪਣੇ ਮੈਨੀਫੈਸਟੋ, ਪੁਰਾਣੇ ਮੈਨੀਫੈਸਟੋ ਨੂੰ ਹੀ ਭੁੱਲ ਗਈ। ਹੁਣ ਤੇ ਇਹਨਾਂ ਨੇ ਮੈਨੀਫੈਸਟੋ ਬਣਾਇਆ ਨਹੀਂ, ਐਤਕੀ ਤਾਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਵਾ, ਔਰ ਗਰੰਟੀਆਂ ਜਿਹੜੀਆਂ ਵਾ ਉਹ ਤੁਹਾਡੇ ਸਾਹਮਣੇ ਕੁਝ ਪੂਰੀਆਂ ਹੋਈਆਂ, ਕੁਝ ਪੂਰੀਆਂ ਨਹੀਂ ਹੋਈਆਂ। ਸਰ ਇੱਕ ਚੀਜ਼ ਦੱਸੋ, ਜਰਨਲਿਜ਼ਮ ਦੇ ਮੈਂ ਤੁਹਾਨੂੰ ਮੁਤਾਬਕ ਜਾਂ ਤੁਹਾਡੇ ਅਕੋਰਡਿੰਗਲੀ ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ ਜੀ। ਜਿਹੜੀਆਂ ਨੀਤੀਆਂ ਪਿਛਲੀਆਂ ਸਰਕਾਰਾਂ ਨੇ ਬਣਾ ਛੱਡੀਆਂ 70 ਸਾਲ ਤੋਂ, ਇੱਕ ਆਮ ਜਾਂ ਇੱਕ ਡਾਇਲੌਗ ਮਤਲਬ ਆਮ ਹੀ ਬੋਲਿਆ ਜਾਂਦਾ ਸੀ, ਹੁਣ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਕਵਰ ਕਰ ਰਹੇ ਹਾਂ। ਇੱਕ ਤਾਂ ਕਿਉਂਕਿ ਸਰਕਾਰ ਆ ਨਾ, ਸਰਕਾਰ ਦੀਆਂ ਜੋ ਇਸ ਵੇਲੇ ਜੋ ਉਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹ ਤਾਂ ਚਲੋ ਅਸੀਂ ਉਹਦੀ ਗੱਲ ਤਾਂ ਕਰਨੀ ਆ, ਪਰ ਮੈਂ ਵੈਸੇ ਤੁਹਾਡੀ ਓਵਰਆਲ ਪਕੜ ਤੁਹਾਡੀ ਬਹੁਤ ਜ਼ਿਆਦਾ ਹੈ ਸਾਰੇ ਕਾਸੇ ਦੇ ਉੱਪਰ। ਸੋ ਇਹ ਜਿਹੜੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਦੀਆਂ ਪਿਛਲੀਆਂ ਸੀ ਜਾਂ ਜੋ ਉਹ ਕਰਦੇ ਸੀ, ਇਹ ਆਮ ਆਦਮੀ ਪਾਰਟੀ ਉਹਨਾਂ ਦੇ ਟੋਟਲੀ ਅਗੇਂਸਟ, ਮਤਲਬ ਜੋ ਉਹ ਅਸੀਂ ਉਹ ਚੀਜ਼ਾਂ ਬਦਲੀਆਂ ਚਾਹੁੰਦੇ ਹਾਂ। ਸੋ ਇਹ ਇੱਦਾਂ ਹੀ ਹੋਣ ਚਾਹੁੰਦੇ ਨੇ। ਜਿਹੜੀਆਂ ਛੋਟਾਂ ਜਾਂ ਜਿਹੜੀਆਂ ਤੁਸੀਂ ਕਹਿ ਲਓ ਵੀ ਸਬਸਿਡੀ ਮਿਲਦੀਆਂ ਸੀ ਪਹਿਲਾਂ ਲੋਕਾਂ ਨੂੰ ਮਿਲਦੀਆਂ ਸੀ, ਠੀਕ ਹੈ ਜੀ, ਐਗਰੀਕਲਚਰ ਦੇ ਫੀਲਡ 'ਚ ਤੁਸੀਂ ਸਸਤੀ ਬਿਜਲੀ ਦੀ ਗੱਲ ਕਰ ਲਓ, ਤਾਂ ਉਸ ਤੋਂ ਲੱਗੇ ਤੁਸੀਂ ਲਾ ਲਓ ਟਰਾਂਸਪੋਰਟੇਸ਼ਨ ਦੇ ਖੇਤਰ ਦੇ ਵਿੱਚ ਲਾ ਲਓ, ਜਿਹੜੀ ਕੁਝ ਕੁ ਲੋਕਾਂ ਦੀ ਜਿਹੜੀ ਜੀ ਉਹ ਟਿਕਟ ਮਾਫ ਹੁੰਦੀ ਸੀ, ਹੁਣ
ਤੁਸੀਂ ਦੇਖ ਲਓ ਲੇਡੀ ਸਾਰੀਆਂ ਦੀ ਟਿਕਟ ਮਾਫ ਹੋ ਗਈ ਜੀ। ਇਹ ਜਿਹੜਾ ਅਸਰ ਜਿਹੜਾ ਪਿਆ ਆ, ਜਿਹੜਾ ਇਹ ਚੀਜ਼ਾਂ ਹੋਈਆਂ ਆ, ਤੁਸੀਂ ਇਹਨੂੰ ਕਿੱਦਾਂ ਲੈਂਦੇ ਹੋ? ਫਿਰ ਫਰਕ ਕੀ ਪਿਆ? ਇਹਨਾਂ ਨੇ ਤਾਂ ਉਸ ਚੀਜ਼ ਨੂੰ ਜ਼ਿਆਦਾ ਐਕਸਟੈਂਡ ਕਰਤਾ, ਸਗੋਂ ਜਿਹੜੀ ਚੀਜ਼ ਰੋਕੀ ਜਾਣੀ ਚਾਹੀਦੀ ਸੀ, ਜੇ ਤੁਹਾਨੂੰ ਕਿਤੋਂ ਪੈਸਾ ਆ ਹੀ ਨਹੀਂ ਰਿਹਾ ਹੈਗਾ ਜਾਂ ਤੁਹਾਡੇ ਕੋਲ ਕੋਈ ਉਹਦਾ ਬਦਲ ਹੀ ਨਹੀਂ ਹੈਗਾ, ਤਾਂ ਤੁਸੀਂ ਉਸ ਸਿਸਟਮ ਨੂੰ ਤਾਂ ਹੋਰ ਜ਼ਿਆਦਾ ਵਰਸਟ ਕਰ ਦੋਗੇ। ਦੇਖੋ ਹੁਣ ਸਾਰੀ ਜਿਹੜੀ ਸਿਆਸਤ ਹੈ ਉਹ ਸਿਰਫ ਵੋਟ ਦੀ ਸਿਆਸਤ, ਠੀਕ ਹੈ ਨਾ, ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ ਵਾ ਔਰ ਇਹਦੇ ਨਾਲ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਆਪਣਾ ਮੁਲਕ ਥੱਲੇ ਜਾ ਰਿਹਾ। ਸਿਰਫ ਪੰਜਾਬ ਨਹੀਂ, ਜੇ ਪੰਜਾਬ ਅੱਜ ਕਰਜ਼ਾਈ ਹੈ ਤੇ ਬਹੁਤ ਹੋਰ ਸਟੇਟਾਂ ਵੀ ਕਰਜ਼ਾਈ ਹੈ ਜੀ। ਸੋ ਇਹ ਜਿਹੜੇ ਲੋਕ ਲਵਾਊ ਸਕੀਮਾਂ ਜਿਹੜੀਆਂ ਵਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ। ਕੁਝ ਲੋਕਾਂ ਨੂੰ ਵਾਕਈ ਮਦਦ ਦੀ ਲੋੜ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਾਨੂੰ ਵੋਟਾਂ ਤੋਂ ਉੱਤੇ ਉੱਠ ਕੇ ਲੋਕਾਂ ਨੂੰ ਕਨਵਿੰਸ ਕਰਕੇ ਸਾਨੂੰ ਕੁਝ ਨਾ ਕੁਝ ਹਾਰਡ ਸਖਤ ਫੈਸਲੇ ਲੈਣੇ ਪੈਣਗੇ, ਰਾਈਟ। ਮੈਂ ਤੇ ਇੱਥੋਂ ਤੱਕ ਕਹਿੰਦਾ ਵਾਂ ਵੀ ਜੇ ਆਪਾਂ ਇਸ ਵੇਲੇ ਰਿਜ਼ਰਵੇਸ਼ਨ ਜਿਹੜੀ ਨੀਤੀ ਆ ਉਹਨੂੰ ਵੀ ਜਿਹੜੇ ਲੋਕਾਂ ਨੇ ਇੱਕ ਵਾਰੀ ਉਹਦਾ ਬੈਨੀਫਿਟ ਲੈ ਲਿਆ, ਕੈਟਾਗਰੀ 1 2 3 ਤੱਕ ਲੈ ਲਿਆ ਉਹਦਾ, ਉਹ ਕ੍ਰੀਮੀ ਲੇਅਰ ਚ ਆ ਗਏ, ਉਹਨਾਂ ਨੂੰ ਉੱਥੋਂ ਬਾਹਰ ਕਰ ਦੇਣਾ ਚਾਹੀਦਾ, ਪਰ ਕੋਈ ਸਰਕਾਰ ਜ਼ਰੂਰਤ ਨਹੀਂ ਕਰ ਰਹੀ। ਇਸੇ ਕਰਕੇ ਜੇ ਵਾਕਈ ਕੋਈ ਛੋਟਾ ਜ਼ਿਮੀਂਦਾਰ ਆ 1 ਏਕੜ ਵਾਲਾ, ਅੱਧੇ ਏਕੜ ਵਾਲਾ, 2 ਏਕੜ ਵਾਲਾ, ਤੇ ਉਹਨੂੰ ਵਾਕਈ ਉਹਨੂੰ ਮੁਫਤ ਬਿਜਲੀ ਦੇਣ ਦੀ ਲੋੜ ਹੈ, ਪਰ ਜਿਹੜਾ 20 ਏਕੜ ਵਾਲਾ ਜਾਂ 30 ਏਕੜ ਵਾਲਾ ਉਹਨੂੰ ਉਹਦੇ ਟਿਊਬਵੈਲ ਦੀ ਬਿਜਲੀ ਕਿਉਂ ਤੁਸੀਂ ਫ੍ਰੀ ਦੇਣੀ ਹੈ? ਸੋ ਕਹਿਣ ਦਾ ਮਤਲਬ ਹੈ ਵੀ ਇਹ ਕੁਝ ਸਖਤ ਫੈਸਲੇ ਲੈਣ ਦੀ ਲੋੜ ਹੈ, ਇਹਦੇ ਕੋਈ ਸ਼ੱਕ ਨਹੀਂ। ਜਿਹੜੇ ਲੋਕਾਂ ਨੂੰ ਲੋੜ ਆ ਸਿਰਫ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਿਓ, ਬਾਕੀ ਤੁਸੀਂ ਪੈਸਾ ਨਾ ਬਰਬਾਦ ਕਰੋ। ਔਰ ਸਰਕਾਰਾਂ ਕਈ ਵਾਰ ਜਦੋਂ ਸਾਰੀਆਂ ਨੀਤੀਆਂ ਪੁਰਾਣੀਆਂ ਬਦਲ ਦਿੰਦੇ ਆ ਜਾਂ ਉਹਨਾਂ ਨੂੰ ਫ੍ਰੀ ਕਰ ਦਿੰਦੇ ਆ, ਉਹ ਬਿਲਕੁਲ ਗਲਤ ਆ, ਉਹ ਵਿੱਤੀ ਤੌਰ ਤੇ ਬਹੁਤ ਵੱਡਾ ਬੋਝ ਪੈਂਦਾ ਵਾ। ਔਰ ਕਈ ਚੀਜ਼ਾਂ ਪੁਰਾਣੀਆਂ ਸਰਕਾਰਾਂ ਨੇ ਚੰਗੀਆਂ ਵੀ ਕੀਤੀਆਂ ਫੋਰ ਐਗਜ਼ਾਮਪਲ ਪੰਜਾਬ ਉਹ ਸੂਬਿਆਂ ਦੇ ਵਿੱਚ ਹੈ ਜਿੱਥੇ ਸਿੱਖਿਆ ਦਾ ਇੰਫਰਾਸਟ੍ਰਕਚਰ ਤੇ ਸਿਹਤ ਦਾ ਇੰਫਰਾਸਟ੍ਰਕਚਰ ਬਹੁਤ ਅੱਛਾ ਵਾ। ਉਹਦੇ ਚ ਕਮੀਆਂ ਪੇਸ਼ੀਆਂ ਸੀਗੀਆਂ ਵੀ ਡਾਕਟਰ ਹੈ ਨਹੀਂ ਸੀ, ਦਵਾਈਆਂ ਹੈ ਨਹੀਂ ਸੀ, ਪੈਰਾਮੈਡਿਕ ਸਟਾਫ ਹੈ ਨਹੀਂਗਾ, ਟੀਚਰ ਹੈ ਨਹੀਂਗੇ ਵਗੈਰਾ ਵਗੈਰਾ, ਟੀਚਰ ਘੱਟ ਆ, ਲੇਕਿਨ ਇੰਫਰਾਸਟ੍ਰਕਚਰ ਬਹੁਤ ਵਧੀਆ ਸੀ। ਹੁਣ ਅਸੀਂ ਆ ਕੇ ਉਹ ਸਾਰਾ ਇੰਫਰਾਸਟ੍ਰਕਚਰ ਨੂੰ ਨਜ਼ਰਅੰਦਾਜ਼ ਕਰਕੇ ਇੱਕ ਨਵਾਂ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਤੇ ਇੱਕ ਤੇ ਪੁਰਾਣਾ ਸਿਸਟਮ ਦੇ ਉੱਤੇ ਜਿਹੜਾ ਪੈਸਾ ਉਹ ਬਰਬਾਦ ਹੋ ਗਿਆ ਔਰ ਨਵੇਂ ਦੇ ਉੱਤੇ ਹੋਰ ਖਰਚ ਹੋਊਗਾ। ਸੋ ਮੇਰਾ ਖਿਆਲ ਹੈ ਆਈ ਥਿੰਕ ਸਰਕਾਰਾਂ ਨੂੰ ਥੋੜੀ ਜੀ ਵੱਡਾਪਨ ਦਿਖਾਉਣਾ ਪੈਣਾ। ਦੇਖੋ ਇਹ ਤਾਂ ਸਿਸਟਮ ਉਹੀ ਚੱਲੀ ਜਾ ਰਿਹਾ ਜੀ, ਹਰ ਇਲੈਕਸ਼ਨ, ਪੰਚਾਇਤੀ ਇਲੈਕਸ਼ਨ ਦੇ ਵਿੱਚ, ਹਰ MP MLA ਦੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਉਹੋ ਹੀ ਵਾਰ-ਵਾਰ ਜਪੀ ਜਾਂਦੇ ਨੇ, ਤੁਹਾਡੀਆਂ ਗਲੀਆਂ ਨਾਲੀਆਂ ਬਣਾ ਦਾਂਗੇ। 70 ਸਾਲ ਹੋ ਗਏ ਜੀ, ਗਲੀਆਂ ਨਾਲੀਆਂ ਨਹੀਂ ਬਣੀਆਂ ਅਜੇ ਤੱਕ। ਉਹ ਉਹਨੇ ਚਿਰ ਬਾਅਦ ਗੱਲ ਕਿ ਉਹ ਸਿਸਟਮ, ਜਿਵੇਂ ਆਪ ਜੀ ਨੇ ਗੱਲ ਕੀਤੀ ਕਿ ਉਹਦੀ ਮੇਨਟੇਨੈਂਸ ਦਾ ਕੋਈ ਪ੍ਰੋਪਰ ਚੈਨਲ ਹੀ ਨਹੀਂ ਹੈਗਾ, ਉਹਨੇ ਚਿਰ ਤੱਕ ਟੁੱਟ ਜਾਂਦੀਆਂ ਨੇ। ਉਹ ਲੋਕੀ ਫੇਰ ਉਸੇ ਚੀਜ਼ ਦੀ ਡਿਮਾਂਡ ਕਰ ਦਿੰਦੇ ਆ ਜੀ, ਸਾਨੂੰ ਆਹ ਬਣਾ ਦਿਓ, ਰਾਈਟ, ਛੋਟਾ ਸਾਨੂੰ ਦੇਈ ਚਲੋ, ਦੇਈ ਅਸੀਂ ਕੁਛ ਨਹੀਂ। ਆਹ ਜੀ ਤੁਸੀਂ ਰਿਜ਼ਰਵੇਸ਼ਨ ਵਾਲੀ ਗੱਲ ਕੀਤੀ, ਰਿਜ਼ਰਵੇਸ਼ਨ ਵੀ ਤੁਸੀਂ ਦੇਖ ਲਓ ਆਲਮੋਸਟ 48-49% ਟੋਟਲ ਸੀਟਾਂ ਦੀ ਹੋ ਜਾਂਦੀ ਆ। ਔਰ ਉਸ ਰਿਜ਼ਰਵੇਸ਼ਨ ਦੇ ਮਾਰੇ ਹੀ ਨਾ ਬਹੁਤ ਸਾਰੇ ਜਹੀਨ ਦਿਮਾਗ, ਇੰਟੈਲੈਕਚੁਅਲ ਦਿਮਾਗ ਸੰਧੂ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਇਸ ਕਰਕੇ ਆਏ ਹੋਏ ਨੇ, ਉਹਨਾਂ ਨੂੰ ਉੱਥੇ ਉਹਨਾਂ ਦੇ ਢੰਗ ਦੀਆਂ ਨੌਕਰੀਆਂ ਨਹੀਂ ਮਿਲੀਆਂ ਜਿਹਦੇ ਲਈ ਉਹ ਹੱਕਦਾਰ ਸੀ। ਇਹ ਰਿਜ਼ਰਵੇਸ਼ਨ ਦੇ ਮਾਰੇ ਆ। ਔਰ ਆਈ ਐਮ ਵਨ ਆਫ ਦੈਮ, ਮੈਂ ਆਪਣੀ ਐਗਜ਼ਾਮਪਲ ਦਵਾਂ ਜੀ, ਮੇਰੇ ਨਾਲ ਦੇ ਬੰਦੇ ਰੈਗੂਲਰ ਇਸ ਕਰਕੇ ਹੋ ਗਏ। ਐਨੀਵੇ ਚਲੋ ਉਹ ਗੱਲ ਵੱਖਰੀ ਆ, ਔਰ ਫਿਰ ਉਹੀ ਲੋਕੀ ਬੈਨੀਫਿਟ ਲਈ ਜਾ ਰਹੇ, ਬੈਨੀਫਿਟ ਲੈ ਰਹੇ। ਅੱਛਾ ਤੁਸੀਂ ਪਰ ਇੱਕ ਚੀਜ਼ ਵੇਖੋ, ਦੇਸ਼ ਲਈ ਤਾਂ ਬ੍ਰੇਨ ਡਰੇਨ ਸਿਸਟਮ ਹੈ ਨਾ ਜੀ। ਜੇ ਕੋਈ ਬੰਦਾ ਉਹ ਇੱਕ ਕੋਈ 85% ਨੰਬਰ ਵਾਲਾ ਬੰਦਾ, ਉਹਦਾ ਕੋਈ ਹੱਕ 33% ਵਾਲਾ, ਮੈਂ ਨਹੀਂ ਕਹਿੰਦਾ। ਹਾਂ ਤੁਸੀਂ ਇਹ ਦੌੜ ਗਲਤ ਆ ਜੀ। ਤੁਸੀਂ ਜਦੋਂ ਬੰਦੇ ਪੜ੍ਹਦੇ ਪਏ ਨੇ, ਰਾਈਟ, ਜਦੋਂ ਉਹ ਉਹਨਾਂ ਦੀ ਐਜੂਕੇਸ਼ਨ ਹੈ, ਤੁਸੀਂ ਉੱਥੇ ਸਪੋਰਟ ਕਰੋ। ਤੁਸੀਂ ਉਹਨਾਂ ਦਾ ਕੋਈ ਫਾਰਮ ਹੈ ਜਿਹੜਾ ਉਹਦੇ ਵਿੱਚ ਸਪੋਰਟ ਕਰੋ, ਉਹਦੀ ਫੀਸ ਅੱਧੀ ਕਰ ਦਿਓ, ਤੁਸੀਂ ਉਹਦੇ ਐਂਟਰੈਂਸ ਐਗਜ਼ਾਮ 'ਚ ਅੱਧੀ ਕਰ ਦਿਓ। ਪਰ ਜਿੱਥੇ ਲਾਈਨ ਲੱਗਦੀ ਹੈ, ਜਿੱਥੋਂ ਰੇਸ, ਉੱਥੇ ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜਾ 85% ਵਾਲਾ ਤੂੰ 10 ਕਿਲੋਮੀਟਰ ਪਿੱਛੇ ਜਾ ਕੇ ਖੜ ਜਾ। ਬਿਲਕੁਲ ਜੀ, ਜਾਂ ਤੁਸੀਂ ਉਹਨਾਂ ਨੂੰ ਬੈਨੀਫਿਟ ਦੇ ਦਿਓ, ਉਹਨਾਂ ਨੂੰ ਫੈਸਿਲਿਟੀਜ਼ ਦੇ ਦਿਓ, ਕਿਤਾਬਾਂ ਫ੍ਰੀ ਦੇ ਦਿਓ, ਉਹਨਾਂ ਨੂੰ ਪੜ੍ਹਾਈ ਦੇ ਜ਼ਰੀਏ ਦੇ ਦਿਓ, ਉਹਨਾਂ ਵਾਸਤੇ ਟਿਊਸ਼ਨਾਂ ਲਾ ਦਿਓ, ਇਹ ਸਭ ਕੁਝ ਹੋ ਸਕਦਾ। ਔਰ ਫਿਰ ਸੇਮ ਲੋਕੀ, ਸੇਮ ਪਰਿਵਾਰ ਕਿਉਂ ਦੌਰਾ ਬੈਨੀਫਿਟ ਲੈਣ? ਬਿਲਕੁਲ ਜੀ। ਇੱਕ ਚਲੋ ਇਹ ਚੀਜ਼ਾਂ ਵੀ ਚੱਲਦੀਆਂ ਰਹਿਣੀਆਂ। ਆਪਾਂ ਕੁਝ ਹੋਰ ਚੀਜ਼ਾਂ ਕਵਰ ਕਰ ਲਈਏ ਜਿਹੜੀਆਂ ਜਲਦੀ ਦੇ ਵਿੱਚ। ਤੁਸੀਂ ਬਹੁਤ ਸਾਰੇ ਦੇਸ਼ਾਂ ਦੇ ਹੋਰ ਵੀ ਦੌਰੇ ਕੀਤੇ ਨੇ, ਔਰ ਬਹੁਤ ਸਾਰੇ ਜਿਹੜਾ ਇਸ ਵੇਲੇ ਜੋ ਸਿਸਟਮ ਸਾਡਾ ਚੱਲਦਾ ਪਿਆ ਨੌਜਵਾਨੀ ਦਾ, ਜਿਹੜੀ ਉਹਦੀ ਐਜੂਕੇਸ਼ਨ ਇਸ ਵੇਲੇ ਸਾਡੇ ਜਿਹੜੇ ਨੌਜਵਾਨਾਂ ਦੀ, ਉਹਦਾ ਗ੍ਰਾਫ ਜਿਹੜਾ ਜੋ ਥੱਲੇ ਆਉਂਦਾ ਜਾ ਰਿਹਾ। ਇਹ ਨਹੀਂ ਹੈਗਾ ਵੀ ਸਾਡੇ ਲੋਕਾਂ ਨੂੰ ਅੰਗਰੇਜ਼ੀ ਬੋਲਣੀ ਵੱਧ ਆ ਗਈ, ਪਰ ਜਿਹੜੀ ਇੱਕ ਮਾਨਸਿਕ ਸਿਹਤ ਹੁੰਦੀ ਹੈ ਨਾ ਐਜੂਕੇਸ਼ਨ ਦੇ ਨਾਲ, ਉਹਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਬੜੀ ਅਨਫੋਰਚੂਨੇਟ ਚੀਜ਼ ਹੈ ਜੀ, ਔਰ ਇਹਦੇ ਕਰਕੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਨਿਰਾਸ਼ ਹੋ ਰਹੇ ਨੇ, ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਜਾ ਰਹੇ ਆ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਸ਼ਿਆਂ ਦੇ ਤੋਂ ਪੀੜਿਤ ਹੋ ਰਹੇ ਆ ਜੀ। ਸੋ ਇਹਦੇ ਵੱਲ ਸਰਕਾਰ ਦਾ, ਮੇਰਾ ਖਿਆਲ ਸਰਕਾਰਾਂ ਦਾ, ਮੈਂ ਕਿਸੇ ਇੱਕ ਪਾਰਟਿਕੂਲਰ ਪਾਰਟੀ ਦੀ ਸਰਕਾਰ ਨੂੰ ਨਹੀਂ, ਸਰਕਾਰਾਂ ਦਾ ਮੇਰੇ ਖਿਆਲ ਇਹਦੇ ਵੱਲ, ਖਾਸ ਕਰਕੇ ਪੰਜਾਬ ਦੀਆਂ ਸਰਕਾਰਾਂ ਦਾ ਇਸ ਗੱਲ ਵੱਲ ਧਿਆਨ ਨਹੀਂ ਰਿਹਾ, ਔਰ ਅੱਜ ਵੀ ਨਹੀਂ ਲੱਗਦਾ ਕਿ ਧਿਆਨ ਹੈ। ਬੜਾ ਸੌਖਾ ਹੁੰਦਾ ਕਹਿ ਦੇਣਾ
ਕਿਸੇ ਵਾਸਤੇ ਵੀ ਕਿ ਅਸੀਂ ਇੰਨੀਆਂ ਨੌਕਰੀਆਂ ਕ੍ਰੀਏਟ ਕਰ ਦਿਆਂਗੇ। ਬੜਾ ਸੌਖਾ ਹੁੰਦਾ ਹੈ ਕਹਿ ਦੇਣਾ ਕਿ ਅਸੀਂ ਚਾਹਾਂਗੇ ਇਹੋ ਜਿਹਾ ਸਿਸਟਮ ਕ੍ਰੀਏਟ ਕਰਾਂਗੇ, ਬਾਹਰਲੇ ਲੋਕੀ ਇੱਥੇ ਆ ਕੇ, ਗੋਰੇ ਲੋਕ ਇੱਥੇ ਆ ਕੇ ਪੜ੍ਹਨਗੇ, ਜਿਵੇਂ ਪਿੱਛੇ ਜੇ ਸਾਡੇ ਮੁੱਖ ਮੰਤਰੀ ਨੇ ਕਹਿ ਦਿੱਤਾ ਸੀਗਾ ਜੀ। ਗਰਾਊਂਡ ਲੈਵਲ ਤੇ ਅਸੀਂ ਕਰ ਕੀ ਰਹੇ ਹਾਂ ਜੀ ਜੀ ਰਾਈਟ, ਅਸੀਂ ਕੀ ਕਦਮ ਚੁੱਕ ਰਹੇ ਹਾਂ ਜਿਹਦੇ ਨਾਲ ਵਾਕਈ ਲੋਕਾਂ ਨੂੰ ਨੌਕਰੀਆਂ ਮਿਲ ਸਕਣ, ਜਿਹੋ ਜਿਹੀਆਂ ਸਕਿੱਲਸ ਦੀ ਇਸ ਮੁਲਕ ਨੂੰ ਲੋੜ ਹੈ ਅਸੀਂ ਉਹ ਸਕਿੱਲਸ ਪ੍ਰੋਡਿਊਸ ਕਰ ਰਹੇ ਹਾਂ ਜੀ। ਕਿ ਪੰਜਾਬ ਦੇ ਵਿੱਚ ਉੱਤੇ ਹੋਰ ਵੀ ਵੱਡੀ ਤਰਾਸਦੀ ਹੈ ਵੀ ਜਿਹੜੀਆਂ ਇੰਡੀਆ ਦੀਆਂ ਜਿਹੜੀਆਂ ਕਲਾਸ 1 ਸਰਵਿਸਿਜ਼ ਨੇ, ਸਿਵਲ ਸਰਵਿਸਿਜ਼ ਨੇ, ਉਹ ਤੁਸੀਂ ਲਿਸਟ ਕੱਢ ਕੇ ਵੇਖ ਲਓ, ਉਹਦੇ 'ਚ ਪੰਜਾਬ ਦੇ ਨਾਂ ਨਜ਼ਰ ਹੀ ਨਹੀਂ ਆਉਂਦੇ। ਜੇ ਉਹਦੇ 'ਚ ਕੋਈ ਕੇਡਰ ਹੈ ਵੀ ਨਹੀਂ, ਕੋਈ ਬਿਹਾਰ ਕੇਡਰ ਚੋਂ ਨਿਕਲੇ ਹੋਏ ਨੇ, ਜੇ ਕੋਈ ਸਰਦਾਰ ਬੰਦੇ ਦੀ ਮੈਂ ਗੱਲ ਕਰਾਂ ਮੇਨਲੀ, ਜਾਂ ਹੋਰ ਕਿਸੇ। ਸੋ ਇਸ ਕਰਕੇ ਨੌਜਵਾਨਾਂ ਵਾਸਤੇ ਕੋਈ ਕਦਮ ਅਸੀਂ ਲੈ ਹੀ ਨਹੀਂ ਰਹੇ, ਚੁੱਕ ਹੀ ਨਹੀਂ ਰਹੇ, ਸਿਰਫ ਅਨਾਉਂਸਮੈਂਟਸ ਐਲਾਨ ਹੋ ਰਹੇ ਆ। ਇੱਕ ਡੈਡੀਕੇਟਿਡ ਮੇਰੇ ਹਿਸਾਬ ਦੇ ਨਾਲ, ਔਰ ਜੇ ਕੋਈ ਸਰਕਾਰ ਦਾ ਨੁਮਾਇੰਦਾ ਸੁਣ ਰਿਹਾ ਵਾ ਤੇ ਮੇਰੀ ਗੱਲ ਮੈਂ ਆਸ ਕਰਦਾ ਕਿ ਉਹ ਜ਼ਰੂਰ ਪਹੁੰਚਾਉਣਗੇ, ਮੇਰੇ ਹਿਸਾਬ ਦੇ ਨਾਲ ਇੱਕ ਡੈਡੀਕੇਟਿਡ ਮਿਨਿਸਟਰ ਆਫ ਯੂਥ ਚਾਹੀਦਾ ਵਾ, ਔਰ ਸਭ ਤੋਂ ਜ਼ਿਆਦਾ ਪੈਸਾ ਸ਼ਾਇਦ ਉਸ ਮੰਤਰਾਲੇ ਨੂੰ ਚਾਹੀਦਾ ਜੀ। ਬਿਲਕੁਲ। ਔਰ ਇੱਕ ਚੀਜ਼ ਜਿਹੜੀ ਆਪ ਜੀ ਨੇ ਜ਼ਿਕਰ ਮੈਂ ਕੀਤਾ ਆ, ਨਸ਼ੇ ਦੇ ਜਿਹੜੇ ਹਾਲਾਤ ਨੇ, ਸੋ ਇਹ ਵੀ ਇੱਕ ਮਾਨਸਿਕ ਸਿਹਤ ਹੀ ਜਿਹੜੀ ਸਾਡੀ ਡਾਊਨ ਹੁੰਦੀ ਪਈ ਹੈ ਨਾ। ਨਸ਼ੇ ਚਲੋ ਉਹਨਾਂ ਸਰਕਾਰਾਂ ਨੂੰ ਅਸੀਂ ਜ਼ਿੰਮੇਵਾਰ ਉੱਥੇ ਬਣਾ ਲਿਆ, ਪਰ ਇੱਥੇ ਵੀ ਤਾਂ ਇਹੀ ਹਾਲਾਤ ਨੇ ਨਾ। ਇੱਥੇ ਇਹਨਾਂ ਮੁਲਕਾਂ ਤੋਂ ਛੁੱਟ ਹੁਣ ਕਿੱਧਰ ਜਾਵਾਂਗੇ? ਇੱਥੇ ਵੀ ਤਾਂ ਸਾਡੇ ਜਿਹੜੇ ਜਵਾਕ ਨੇ, ਸਾਡੇ ਨੌਜਵਾਨ ਨੇ, ਜਿਹੜੇ ਨਸ਼ਿਆਂ ਵੱਲ ਜਾਂਦੇ ਪਏ ਨੇ। ਔਰ ਜਿਹੜਾ ਇਹ ਨਸ਼ਿਆਂ ਵੱਲ ਜਾਣਾ, ਸਰਕਾਰਾਂ ਨੂੰ ਤਾਂ ਕੋਈ ਵੀ ਜ਼ਿੰਮੇਵਾਰ, ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਤੋਂ ਜ਼ਿਆਦਾ ਰੌਲਾ ਪਿਆ ਜੀ, ਇਹਨਾਂ ਨੇ ਨਸ਼ੇ ਵੰਡੇ ਜੀ, ਨਸ਼ਾ ਕੰਟਰੋਲ ਨਹੀਂ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਕਾਂਗਰਸ ਤੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ ਤੇ ਲੋਕਾਂ ਨੇ ਉਸੇ ਸਹੁੰ ਦੇ ਉੱਤੇ ਲੋਕਾਂ ਨੇ ਵੋਟਾਂ ਵੀ ਪਾ ਦਿੱਤੀਆਂ। ਤੇ ਉਸ ਤੋਂ ਬਾਅਦ ਆ ਜਾਂਦੀ ਆਮ ਆਦਮੀ ਪਾਰਟੀ ਦੀ ਗੱਲ। ਹੁਣ ਇਸ ਵੇਲੇ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈਗੀ ਹੈ, ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਵੀ ਵਿਗੜੀ ਫਿਰਦੀ ਆ, ਪੁਲਿਸ ਪ੍ਰਸ਼ਾਸਨ ਦਾ ਬੁਰਾ ਹਾਲ ਹੈ। ਤੁਸੀਂ ਦੇਖੋ ਕਿੰਨੇ ਕਤਲ ਹੋ ਗਏ ਨੇ ਪੰਜਾਬ ਦੇ ਵਿੱਚ। ਠੀਕ ਆ, ਉਹਨਾਂ ਦੇ ਵੀ ਕੁਝ ਬੰਦੇ ਫੜ ਕੇ ਅੰਦਰ ਕਰ ਦਿੱਤੇ ਗਏ ਹੋਣਗੇ, ਪਰ ਲੋਕੀ ਇੰਨੇ ਸਹਿਮ 'ਚ ਜੀ ਰਹੇ ਆ ਇਸ ਵੇਲੇ ਕਿ ਕੋਈ ਪਤਾ ਨਹੀਂ ਕਿਹਨੂੰ ਫਰੌਤੀ ਵਾਲਾ ਨਾ ਫੋਨ ਆ ਜਾਣਾ, ਕਿਹਨੂੰ ਕਿਹੜਾ ਬੰਦਾ ਅਗਵਾਹ ਹੋ ਜਾਣਾ, ਕਿਹਦਾ ਕਤਲ ਹੋ ਜਾਣਾ। ਬਹੁਤੇ ਲੋਕ ਡਰਦੇ ਤਾਂ ਇਹਨਾਂ ਚੀਜ਼ਾਂ ਤੋਂ ਜਿਹੜੇ ਬਾਹਰਲੇ ਦੇਸ਼ਾਂ ਨੂੰ ਆ ਰਹੇ ਹੈਗੇ ਆ। ਔਰ ਉਹ ਨਸ਼ਾ ਜਿਹੜਾ ਜੀ, ਉਹਦੀ ਜਿਹੜੀ ਰੋਕਥਾਮ ਕੋਈ ਨਹੀਂ ਹੋਈ। ਉਹਦੇ ਤੇ ਜਿਹੜਾ ਉਹਦਾ ਕਹਿੰਦੇ ਸੀ ਅਸੀਂ ਲੱਕ ਤੋੜ ਦੇਵਾਂਗੇ, ਉਹ ਸਟਿਲ ਉਵੇਂ ਹੀ ਚੱਲਦਾ ਪਿਆ ਹੈ ਸਾਰਾ ਕੁਝ। ਸੋ ਤੁਹਾਨੂੰ ਕੀ ਲੱਗਦਾ ਹੈਗਾ ਫਿਰ ਕਿਹੜੇ ਚੇਂਜ ਕੀਤੇ ਜਾਣ, ਫਿਰ ਕਿਹੜੇ ਲੋਕਲ ਲਿਆਂਦੇ ਜਾਣ, ਫਿਰ ਕਿਹੜੀਆਂ ਸਰਕਾਰਾਂ ਲਿਆਂਦੀਆਂ ਜਾਣ ਵੀ ਜਿਹੜੀਆਂ ਚੀਜ਼ਾਂ ਚੇਂਜ ਕਰ ਦੇਣ? ਦੇਖੋ, ਮੈਂ ਫਿਰ ਕਹਿਣਾ ਵਾਂ ਵੀ ਇੱਕ ਤੇ ਸਰਕਾਰ ਦੀ ਚੰਗੀ ਨੀਤੀ ਹੋਣੀ ਚਾਹੀਦੀ ਹੈ, ਨੀਅਤ ਚੰਗੀ ਹੋਣੀ ਚਾਹੀਦੀ ਹੈ, ਔਰ ਕੰਟੀਨਿਊਟੀ ਹੋਣੀ ਚਾਹੀਦੀ ਹੈ। ਦੇਖੋ, ਜਿਹੜਾ ਨਸ਼ਿਆਂ ਦਾ ਜਿਹੜੀ ਮਾਰ ਆ, ਪ੍ਰਕੋਪ ਆ, ਇਹ ਸਭ ਤੋਂ ਜ਼ਿਆਦਾ ਅਨਫੋਰਚੂਨੇਟ ਮੈਨੂੰ ਕਹਿਣਾ ਪੈਂਦਾ ਵਾ, ਇਹ ਵਧਿਆ ਵਾ ਅਕਾਲੀ ਭਾਜਪਾ ਰਜੀਮ ਦੇ ਵਿੱਚ। ਜਿਹੜੇ 10 ਸਾਲ ਉਹਨਾਂ ਨੇ ਰਾਜ ਕੀਤਾ ਵਾ, ਉਹਨਾਂ ਦਿਨਾਂ ਦੇ ਵਿੱਚ ਆਊਟ ਆਫ ਕੰਟਰੋਲ ਹੋਇਆ ਜੀ। ਔਰ ਤੁਹਾਨੂੰ ਯਾਦ ਵੀ ਹੋਊਗਾ ਕਿ ਉਦੋਂ ਤੋਂ ਹੀ ਇਹ ਗੱਲ ਬਹੁਤੀ ਸ਼ੁਰੂ ਹੋਈ ਹੈ, ਸਿੰਥੈਟਿਕ ਨਸ਼ਿਆਂ ਦੀ। 2005-7 ਤੋਂ ਬਾਅਦ ਹੀ ਗੱਲ ਜ਼ਿਆਦਾ ਤੁਰੀ ਆ ਜੀ। ਉਦੋਂ ਤੋਂ ਹੀ ਬਾਅਦ ਕੁਝ ਲੋਕੀ ਦੇਣ ਲੱਗ ਪਏ ਵੀ 75% ਲੋਕੀ ਨਸ਼ੇੜੀ ਨੇ ਵਗੈਰਾ ਵਗੈਰਾ, ਇਹੋ ਜਿਹੇ ਸਟੇਟਮੈਂਟਸ ਆਉਣ ਲੱਗ ਪਈਆਂ। ਅਮਰਿੰਦਰ ਸਰਕਾਰ ਨੇ ਕੁਝ ਕਦਮ ਚੁੱਕੇ, ਕੋਈ ਸ਼ੱਕ ਨਹੀਂ ਜੀ। ਔਰ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਰੋਨਾ ਆ ਗਿਆ, ਅਨਫੋਰਚੂਨੇਟਲੀ ਉਹ ਬਹੁਤ ਕੁਝ ਨਹੀਂ ਕਰ ਸਕੇ, ਲੇਕਿਨ ਕੁਝ ਕਦਮ ਉਹਨਾਂ ਨੇ ਜ਼ਰੂਰ ਚੁੱਕੇ ਆ, ਜਿਵੇਂ ਊਆਰ ਸੈਂਟਰਸ ਵਗੈਰਾ, ਰੀਹੈਬਿਲਿਟੇਸ਼ਨ ਵਾਲੇ ਸੈਂਟਰਸ, ਟ੍ਰੀਟਮੈਂਟ ਵਾਸਤੇ ਸੈਂਟਰ ਵਗੈਰਾ ਬਣਾਏ। ਕੁਝ ਉਹਨਾਂ ਨੇ ਬੰਦੇ ਫੜੇ ਵੀ, ਅੰਦਰ ਵੀ ਕੀਤੇ। ਜਦੋਂ ਸਰਕਾਰ ਬਦਲੀ ਆ, ਉਹ ਜਿਹੜਾ ਲੈਕਸਿਟੀ ਜੀ ਹੁੰਦੀ ਆ 6 ਮਹੀਨੇ, 3-4 ਮਹੀਨੇ, 6 ਮਹੀਨੇ ਦੀ, ਉਹਦੇ ਵਿੱਚ ਉਹ ਫਿਰ ਉਹ ਜਿਹੜੇ ਉਹ ਜਿਹੇ ਐਲੀਮੈਂਟ ਸੀ ਉਹ ਫਿਰ ਸਿਰ ਕੱਢਣ ਲੱਗ ਪਏ ਜੀ। ਮੇਰਾ ਖਿਆਲ ਹੈ ਕਿ ਇਸ ਪਾਰਟੀ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਜਿਹੜੇ ਕਾਫੀ ਕਦਮ ਜਿਹੜੇ ਉਹਨਾਂ ਨੇ ਚੁੱਕੇ ਸੀ ਅਮਰਿੰਦਰ ਸਿੰਘ ਸਰਕਾਰ ਨੇ, ਉਹਨਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਸੀ ਜੀ। ਇਹ ਨਸ਼ਿਆਂ ਵਾਸਤੇ ਕੁਝ ਐਫਰਟਸ ਕਰ ਰਹੇ ਦੀ ਕੋਈ ਸ਼ੱਕ ਨਹੀਂ, ਪਰ ਹੋ ਕੀ ਰਿਹਾ ਵਾ ਵੀ ਸਰਕਾਰ ਨੂੰ ਲੱਗਦਾ ਵੀ ਸਿਰਫ ਅਸੀਂ ਇਹ ਕਰਨਾ ਵਾ, ਸਿਰਫ ਅਸੀਂ ਇਸ ਕਰਨ ਦੇ ਕਾਬਿਲ ਆ। ਉਹ ਲੋਕਾਂ ਦਾ ਸਹਿਯੋਗ ਨਹੀਂ ਲੈ ਰਹੇ। ਔਰ ਜੇ ਕੋਈ ਇਸ ਕੰਮ ਵਾਸਤੇ ਕੋਈ ਕੋਸ਼ਿਸ਼ ਕਰਦਾ ਵਾ ਕੋਈ, ਤੇ ਉਹਨਾਂ ਨੂੰ ਤੁਸੀਂ ਆਬਵੀਅਸਲੀ ਜਿਹੜੇ ਉਹ ਲੋਕੀ ਕੋਸ਼ਿਸ਼ ਕਰਦੇ ਆ, ਉਹ ਕਈ ਵਾਰ ਕਾਨੂੰਨ ਆਪਣੇ ਹੱਥ 'ਚ ਵੀ ਲੈਂਦੇ ਆ ਜੀ। ਉਹਨਾਂ ਨੂੰ ਰੋਕਣ ਦੀ ਬਜਾਏ, ਉਹਨਾਂ ਦਾ ਸਮਰਥਨ ਲੈਣ ਦੀ ਬਜਾਏ ਤੁਸੀਂ ਉਹਨਾਂ ਨੂੰ ਦਬਾਉਂਦੇ ਜੀ। ਬਿਲਕੁਲ। ਅੱਛਾ, ਇੱਕ ਸੰਧੂ ਸਾਹਿਬ ਇਹਦੇ ਨਾਲ ਹੀ ਇਹ ਸਾਰਿਆਂ ਦੀ ਜੇ ਸਪੋਰਟ ਨਹੀਂ ਮਿਲੂਗੀ, ਜਿੰਨਾ ਚਿਰ ਤੱਕ ਹਰ ਸਰਪੰਚ ਦੀ ਸਪੋਰਟ ਨਹੀਂ ਮਿਲੂਗੀ, ਜਿੰਨਾ ਚਿਰ ਤੱਕ ਹਰ ਥਾਣੇ ਦੀ ਸਪੋਰਟ ਨਹੀਂ ਮਿਲੂਗੀ ਜੀ, ਹਰ ਐਸਐਮਓ ਦੀ ਸਪੋਰਟ ਨਹੀਂ ਤੁਹਾਨੂੰ ਮਿਲੂਗੀ ਜੀ, ਰਾਈਟ, ਹਰ ਸਕੂਲ, ਹਰ ਕਾਲਜ ਦੀ ਸਪੋਰਟ ਨਹੀਂ ਮਿਲੂਗੀ, ਉਹਨਾਂ ਚਿਰ ਤੱਕ ਇਹ ਤੁਹਾਡੇ ਤੋਂ ਕਾਬੂ ਨਹੀਂ ਹੋਣਾ ਜੀ। ਬਿਲਕੁਲ। ਔਰ ਵੈਸੇ ਵੀ ਹੁਣ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਸਾਰੇ
ਕਰਪਸ਼ਨ ਦੇ ਵਿੱਚ ਜਿਹੜੇ ਹੈਗੇ ਜੀ ਉਹ ਕੇਸ ਲੈ ਕੇ ਆਂਦੇ ਸਾਹਮਣੇ ਆ ਜੀ, ਉਹਨਾਂ ਦੇ ਫੈਸਲੇ ਕੀ ਹੁੰਦੇ ਨੇ ਇਹ ਕੋਰਟ ਤੇ ਡਿਪੈਂਡ ਕਰਦਾ ਜੀ। ਪਰ ਬਹੁਤ ਸਾਰੇ ਐਮਐਲਏ ਸਾਹਿਬਾਨ ਵੀ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਜਿਹੜੇ ਸੀ ਉਹ ਫੜੇ ਗਏ, ਇਹਦੇ ਵਿੱਚ ਚੰਗੇ ਚੰਗੇ ਲੀਡਰ ਫੜੇ ਗਏ ਔਰ ਹੋਰਾਂ ਦੇ ਉੱਪਰ ਕਾਰਵਾਈ ਚੱਲ ਰਹੀ ਸੀ। ਪਰ ਹੁਣ ਜਿੱਦਣ ਦਾ ਇਹਨਾਂ ਨੇ ਸਮਝੌਤਾ ਕਰ ਲਿਆ ਜੀ, ਇੱਕ ਸੰਸਥਾ, ਇੱਕ ਇਹਨਾਂ ਨੇ ਕਾਬ ਦੀ ਇੱਕ ਪਾਰਟੀ ਬਣਾ ਲਈ ਇੰਡੀਆ। ਸੋ ਹੁਣ ਉਹ ਚੀਜ਼ ਜਿਹੜੀ ਉਹਦੇ ਵਿੱਚ ਥੋੜਾ ਜਿਹਾ ਸਟਾਪੇਜ ਜਿਹਾ ਨਹੀਂ ਲੱਗ ਗਿਆ, ਥੋੜਾ ਜਿਹਾ ਇਹ ਨਹੀਂ ਲੱਗਣ ਲੱਗ ਗਿਆ? ਬਿਲਕੁਲ ਜੀ। ਪਹਿਲਾਂ ਤਾਂ ਮੈਂ ਜਿਹੜਾ ਪਹਿਲਾ ਪਾਰਟ ਹੈ ਤੁਹਾਡੇ ਕੁਐਸਚਨ ਦਾ, ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਹਾਂ। ਜਿਹੜੀ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ ਹੈ, ਬਹੁਤ ਕਾਬਲੇ ਤਾਰੀਫ ਜੀ ਸਕੀਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਔਰ ਸ਼ਾਇਦ ਇਸ ਤਰ੍ਹਾਂ ਦੀ ਮੁਹਿੰਮ ਸਿਰਫ ਤੇ ਸਿਰਫ ਪ੍ਰਤਾਪ ਸਿੰਘ ਕੈਰੋਂ ਵੇਲੇ ਚੱਲੀ ਸੀ। ਪ੍ਰਤਾਪ ਸਿੰਘ ਕੈਰੋਂ ਨੇ, ਮੈਨੂੰ ਯਾਦ ਹੈ, ਕੁਝ ਦਿਨਾਂ ਦੇ ਵਿੱਚ ਹੀ ਸ਼ਾਇਦ 150-200 ਕਰਮਚਾਰੀ ਡਿਸਮਿਸ ਕਰਤਾ ਸੀ। ਪਟਵਾਰੀ ਬੜੀ ਯਾਦ ਹੈ ਜੀ, ਬਿਲਕੁਲ ਉਹਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਹੁਣ ਤੱਕ ਜੀ। ਬੰਦੇ ਜਿਹੜੇ ਸੀ ਉਹਨਾਂ ਨੇ ਡਿਸਮਿਸ ਕੀਤੇ ਸੀਗੇ ਜੀ। ਸੋ ਉਹ ਬਹੁਤ ਵਧੀਆ ਸਕੀਮ ਹੈ ਜਿਹੜੇ ਇਹਨਾਂ ਨੇ ਸ਼ੁਰੂ ਕੀਤਾ ਵਾ। ਕਾਫੀ ਮੰਤਰੀ ਵੀ ਇਹਨਾਂ ਨੇ ਫੜੇ ਆ ਜਿਹੜੇ ਕਰਪਟ ਸੀਗੇ, ਜਿਨ੍ਹਾਂ ਦੇ ਖਿਲਾਫ ਐਵੀਡੈਂਸ ਸੀਗਾ। ਬਹੁਤ ਸਾਰੇ ਲੋਕਾਂ ਨੇ ਐਵੀਡੈਂਸ ਵੀ ਦਿੱਤਾ, ਲੇਕਿਨ ਉਹਦੇ 'ਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੀ ਮੈਂ ਸਮਝਦਾ ਮੈਂ ਉਸ ਸਾਰੀ ਮੁਹਿੰਮ ਦੇ ਵਿੱਚ ਉਹ ਸੀ ਕਿ ਆਪਣੇ ਘਰ ਅੰਦਰ ਝਾਤੀ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਆਪਣੀ ਮੰਜੀ ਥੱਲੇ ਸੋਟਾ ਮਾਰਨ ਦੀ ਕੋਸ਼ਿਸ਼ ਜਿਹਨੂੰ ਕਹਿੰਦੇ ਆ ਉਹ ਨਹੀਂ ਕੀਤੀ ਜੀ। ਔਰ ਉਹਦੇ ਵਾਸਤੇ ਜੋ ਅਸੀਂ ਵਾਅਦਾ ਕਰਦੇ ਰਹੇ ਹਾਂ, ਜਿਵੇਂ ਅਸੀਂ 2016 ਦੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ, 17 ਦੇ ਮੈਨੀਫੈਸਟੋ 'ਚ ਵੀ ਅਸੀਂ ਕਨਫਲਿਕਟ ਆਫ ਇੰਟਰਸਟ ਬਿੱਲ ਲਿਆਵਾਂਗੇ। ਅਸੀਂ ਇਹਦਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਿਨਾਂ 'ਚ। ਇਹ ਵੇਖੋ, ਅਸੀਂ ਐਮਐਲਏ ਸੀ। ਨਹੀਂ, ਇਹ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਜਿਹੜਾ ਇਹਦਾ ਪਾਰਟ ਕੀ ਸੀ, ਪਹਿਲਾ ਪਾਰਟ ਜਿਹੜਾ ਦਿੱਲੀ ਤੋਂ ਸ਼ੁਰੂ ਹੁੰਦਾ, ਉਹ ਸ਼ੁਰੂ ਹੀ ਇੱਥੋਂ ਹੀ ਹੋਇਆ ਸੀ। ਸੋ ਜਨ ਪ੍ਰੋਪਰ ਲੋਕਪਾਲ ਜਿਹੜਾ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਪੁਰਾਣੇ ਸਮੇਂ ਤੋਂ, ਕਾਂਗਰਸ ਦੇ ਸਮੇਂ ਤੋਂ ਲੋਕਪਾਲ ਚੱਲ ਰਿਹਾ ਜੀ, ਪਰ ਕਿਸੇ ਨੇ ਸੁਣਿਆ ਉਹਦੇ ਬਾਰੇ? ਨਹੀਂ, ਪਤਾ ਹੀ ਨਹੀਂ ਕਿਸੇ ਨੂੰ। ਠੀਕ ਹੈ ਨਾ। ਹੁਣ ਖਬਰ ਆਉਂਦੀ ਹੈ ਸਿਰਫ ਮੁੱਖ ਮੰਤਰੀ ਦੀ ਆਉਂਦੀ ਹੈ ਜਾਂ ਵਿਜੀਲੈਂਸ ਬਿਊਰੋ ਦੀ ਆਉਂਦੀ ਹੈ, ਰਾਈਟ। ਲੋਕਪਾਲ ਨੂੰ ਹੀ ਪਾਸੇ ਕੱਢਤਾ ਜੀ ਜੀ, ਕਿਉਂਕਿ ਲੋਕਪਾਲ ਦੇ ਕੋਲ ਜੇ ਸ਼ਿਕਾਇਤਾਂ ਜਾਣਗੀਆਂ ਤੇ ਹੁਣ ਮੌਜੂਦਾ ਸਰਕਾਰ ਦੇ ਜਾਣਗੀਆਂ। ਬਿਲਕੁਲ ਹੈ ਕਿ ਮੌਜੂਦਾ ਸਰਕਾਰ ਦੇ ਖਿਲਾਫ ਕੰਪਲੇਂਟ ਹੈ ਨਹੀਂ ਕਿ ਕੋਈ। ਸੋ ਲੋਕਪਾਲ ਨੂੰ ਸਟਰੈਂਥਨ ਕਰਨ ਦੀ ਲੋੜ ਆ। ਕਨਫਲਿਕਟ ਆਫ ਇੰਟਰਸਟ ਬਿੱਲ ਲਿਆਓ ਤਾਂ ਕਿ ਤੁਹਾਡੇ ਆਪਣੇ ਉੱਤੇ ਚੈੱਕ ਰਵੇ, ਤੁਹਾਡੇ ਆਪਣੇ ਮੰਤਰੀਆਂ ਤੇ ਤੁਹਾਡੇ ਆਪਣੇ ਐਮਐਲਏ ਦੇ ਉੱਤੇ ਚੈੱਕ ਰਵੇ, ਤੇ ਫਿਰ ਤੁਸੀਂ ਬਾਕੀ ਜੋ ਕਰਨਾ ਉਹ ਕਰਦੇ ਰਹੋ। ਸੋ ਪਹਿਲਾਂ ਤਾਂ ਇਹ ਸਰਕਾਰ ਨੇ ਨਹੀਂ ਕੀਤਾ, ਉਹਦੇ ਕਰਕੇ ਸਰਕਾਰ ਦੀ ਉਹ ਕਹਿੰਦੇ ਆ ਵੀ ਇਹ ਤੁਸੀਂ ਜੋ ਕਰ ਰਹੇ ਜੇ ਇਹਦੇ ਵਿੱਚ ਪਾਰਸ਼ੈਲਿਟੀ ਨਜ਼ਰ ਆਉਂਦੀ ਆ। ਵਿਰੋਧੀ ਤੇਰੇ ਕਹਿੰਦੇ ਰਹੇ ਨੇ। ਹੁਣ ਮੈਂ ਤੁਹਾਡੇ ਦੂਜੇ ਸਵਾਲ ਤੇ ਆਉਣਾ ਜੀ। ਜਿਹੜੀ ਇਹਨਾਂ ਨੇ ਹੁਣ ਗੱਠਜੋੜ ਕੀਤਾ ਵਾ ਜੀ, ਮੇਰੇ ਹਿਸਾਬ ਤੇ ਵਿਚਾਰਧਾਰਕ ਤੌਰ ਦੇ ਉੱਤੇ ਇਹ ਗੱਠਜੋੜ ਜਿਹੜਾ ਵਾ ਇਹ ਇਮੋਰਲ ਹੈ, ਕਿਉਂਕਿ ਵੱਖੋ ਵੱਖਰੀਆਂ ਉਹਨਾਂ ਦੀਆਂ ਵੱਖਰੇ ਵਿਚਾਰਧਾਰਾ। ਤੁਸੀਂ ਸੱਤਾ 'ਚ ਉਹਨਾਂ ਨੂੰ ਕ੍ਰਿਟਿਸਾਈਜ਼ ਕਰਕੇ ਸੱਤਾ 'ਚ ਆਏ ਜੇ। ਅਸੀਂ ਜਦੋਂ 2017 ਦੀ ਇਲੈਕਸ਼ਨ ਲੜਦੇ ਸੀ, ਅਸੀਂ ਕੀ ਕਹਿੰਦੇ ਸੀ ਕਿ ਅਸੀਂ ਜੋ ਅਕਾਲੀ ਦਲ ਤੇ ਕਾਂਗਰਸ ਕਰਦਾ ਰਿਹਾ ਵਾ, ਅਸੀਂ ਉਸ ਤੋਂ ਬਦਲਾਵ ਲੈ ਕੇ ਆਵਾਂਗੇ। ਤੁਸੀਂ ਉਹਨਾਂ ਨਾਲ ਸਮਝੌਤਾ ਕਰ ਰਹੇ ਜੀ। ਸੋ ਇਹ ਇਸੇ ਕਰਕੇ ਮੈਂ ਕਹਿੰਦਾ ਇਹ ਮੋਰਲ ਹੈ। ਇਹਦਾ ਮਤਲਬ ਇਹ ਆ ਵੀ ਫਿਰ ਕਾਂਗਰਸ ਨੂੰ ਨੁਕਸਾਨ ਹੋਊਗਾ। ਇਹਦਾ ਨੁਕਸਾਨ ਮੇਰੇ ਹਿਸਾਬ ਦੇ ਨਾਲ ਇਮੀਡੀਏਟਲੀ ਕਾਂਗਰਸ ਨੂੰ ਹੋਊਗਾ, ਪਰ ਲੌਂਗ ਟਰਮ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਹੋਊਗਾ। ਆਫਟਰ ਆਲ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਆ, ਐਂਟੀ ਕਰਪਸ਼ਨ ਸਟੈਂਡ ਆ ਜੀ, ਉਹ ਫਿਰ ਕਿੱਥੇ ਗਿਆ? ਬਿਲਕੁਲ, ਉਹ ਕਰਪਟ ਲੋਕਾਂ ਨਾਲ ਹੱਥ ਮਿਲਾ ਲਿਆ ਜੀ। ਫਿਰ ਤੁਸੀਂ ਕੇਸ ਬੰਦ ਕਰੋਗੇ ਉਹਨਾਂ ਦੇ ਖਿਲਾਫ, ਹਾਂਜੀ, ਜਾਂ ਤੁਸੀਂ ਹੌਲੀ ਹੋ ਜਾਓਗੇ ਥੋੜਾ ਜਿਹਾ ਕਾਰਵਾਈ ਦੇ ਵਿੱਚ, ਠੀਕ ਹੈ ਨਾ। ਔਰ ਇਹ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਇਸ ਵੇਲੇ ਸਮਝੌਤਾ ਹੋ ਰਿਹਾ ਵਾ, ਇਹ ਦੋਵਾਂ ਵਾਸਤੇ, ਖਾਸ ਕਰਕੇ ਕਾਂਗਰਸ ਵਾਸਤੇ ਇਹ ਘਾਤਕ ਸਾਬਤ ਹੋਗਾ ਮੇਰਾ ਖਿਆਲ ਜੀ। ਵੀ ਫੈਡਰਲ ਇਲੈਕਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਵਾ ਵੀ ਜਿਹੜੀਆਂ ਸੀਟਾਂ ਨੇ ਜਿਹੜੀਆਂ ਆਮ ਆਦਮੀ ਆਬਵੀਅਸ ਆ ਵੀ ਉਹਨੂੰ ਥੋੜੀਆਂ ਜ਼ਿਆਦੀਆਂ ਹੀ ਮਿਲਣਗੀਆਂ, ਤੇ ਕਾਂਗਰਸ ਦੇ ਨਾਲ ਰਲ ਕੇ ਲੜਦੇ ਨੇ, ਤਾਂ ਇਹਦਾ ਵਾਕਿਆ ਹੀ ਤੁਹਾਡੇ ਮੁਤਾਬਕ ਹੋ ਸਕਦਾ ਇਹ ਪੰਜਾਬ ਦੇ ਵਿੱਚੋਂ ਜਿੰਨੀਆਂ ਸੀਟਾਂ ਹੁਣ ਤਕਰੀਬਨ ਜਿੱਤ ਜਾਣ, ਕਿਉਂਕਿ ਓਪੋਜੀਸ਼ਨ ਦੇ ਵਿੱਚ ਭਾਜਪਾ ਇੰਨੀ ਸਟਰੋਂਗ ਨਹੀਂ ਹੈਗੀ ਪੰਜਾਬ ਦੇ ਵਿੱਚ। ਔਰ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਤੇ ਵੀ ਮੈਂ ਆਉਣਾ ਜੀ। ਸੋ ਸ਼੍ਰੋਮਣੀ ਅਕਾਲੀ ਦਲ ਵੀ ਇੰਨੀ ਸਟਰੋਂਗ ਨਹੀਂ ਲੱਗ ਰਹੀ। ਤੁਹਾਡੇ ਵਿਊ ਦੇ ਮੁਤਾਬਕ ਕੀ ਇਹ ਦੁਬਾਰਾ ਰਿਵਾਈਵ ਕਰ ਸਕਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਦਾੜੀ ਖੁੱਲੀ ਛੱਡਣੀ ਸ਼ੁਰੂ ਕਰ ਦਿੱਤੀ ਆ? ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਕਸ਼ੇ ਕਦਮ ਤੇ ਉਹ ਚੱਲ ਸਕਣਗੇ? ਦੇਖੋ ਜੀ, ਕਿਸੇ ਦੇ ਦਾੜੀ ਖੁੱਲੀ ਛੱਡਣ ਦੇ ਉੱਤੇ ਤੇ ਮੈਂ ਟਿੱਪਣੀ ਨਹੀਂ ਕਰਨੀ ਚਾਹੂੰਗਾ, ਉਹ ਤੇ ਹਰ ਬੰਦੇ ਦਾ ਨਿੱਜੀ ਫੈਸਲਾ ਹੁੰਦਾ ਵਾ ਜੀ। ਜੇ ਉਹਨਾਂ ਨੂੰ ਲੱਗਦਾ ਵਾ ਇਹ ਕਰਨੀ ਚਾਹੀਦੀ, ਜ਼ਰੂਰ ਕਰਨੀ ਚਾਹੀਦੀ ਹੈ। ਨਹੀਂ, ਇੱਕ ਦੇਖ ਹੁੰਦੀ ਹੈ ਨਾ ਜੀ, ਇਹ ਤਬਦੀਲੀਆਂ ਨਾਲ ਫਰਕ ਨਹੀਂ ਪੈਣਾ ਜੀ। ਦੇਖੋ, ਆਮ ਆਦਮੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲ ਦੇ ਰਾਜ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਕੀਤੀਆਂ, ਕਈ ਵੱਜਰ ਗੁਨਾਹ ਕੀਤੇ ਉਹਨਾਂ ਨੇ। ਆਫਟਰ ਆਲ ਜਿਹਨਾਂ ਲੋਕਾਂ ਦੇ ਇਲਜ਼ਾਮ ਸੀ ਪੁਲਿਸ ਵਧੀਕੀਆਂ ਦੇ, ਤੁਸੀਂ ਉਹਨਾਂ ਨੂੰ ਉੱਚੇ ਅਹੁਦੇ ਤੇ ਰੱਖਿਆ ਜੀ। ਤੁਹਾਡੇ ਰਾਜ ਦੇ ਵਿੱਚ ਤੁਸੀਂ ਇੱਕ ਧਾਰਮਿਕ ਪਾਰਟੀ ਕਹਿੰਦੇ ਹੋਏ, ਪੰਥਕ ਪਾਰਟੀ ਕਹਿੰਦੇ ਹੋ, ਤੁਹਾਡੇ ਉਸ ਵੇਲੇ ਬੇਅਦਬੀ ਦੇ ਵਾਕਿਆ ਹੋਏ, ਸਿਰਫ ਵਾਕਿਆ ਨਹੀਂ ਹੋਏ,
ਘਟਨਾਵਾਂ ਨਹੀਂ ਹੋਈਆਂ, ਤੁਸੀਂ ਉੱਤੇ ਕਾਰਵਾਈ ਨਹੀਂ ਕੀਤੀ ਜੀ, ਠੀਕ ਹੈ। ਰੋਸ਼ ਵੀ ਇਸੇ ਚੀਜ਼ ਦਾ ਨਾ ਜੀ, ਕਈ ਇਲਜ਼ਾਮ ਨੇ। ਫਿਰ ਤੁਸੀਂ ਸਰਕਾਰ ਦੇ ਨਾਲ ਨਾਲ ਆਪਣੇ ਬਿਜ਼ਨਸ ਵੀ ਚਲਾਉਂਦੇ ਰਹੇ ਜੀ, ਇਹ ਲੋਕੀ ਤੁਹਾਨੂੰ ਕਿਵੇਂ ਮਾਫ ਕਰਨਗੇ? ਔਰ ਜੇ ਮਾਫੀ ਤੁਸੀਂ ਵਾਕਈ ਚਾਹੁੰਦੇ ਜੇ ਤੇ ਫਿਰ ਲੋਕਾਂ ਨੂੰ ਲੱਗਣੀ ਚਾਹੀਦੀ ਹੈ ਨਾ ਕਿ ਇਹਨਾਂ ਨੂੰ ਗਲਤੀ ਮਹਿਸੂਸ ਹੋ ਰਹੀ ਹੈ ਔਰ ਇਹ ਮਾਫੀ ਮੰਗ ਰਹੇ ਹੈ ਜੀ ਜੀ। ਤੁਸੀਂ ਤੇ ਇਸ ਵੇਲੇ ਤੇ ਐਂ ਲੱਗਦਾ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਜੇ। ਸੋ ਜਾਂ ਤੇ ਸੁਖਬੀਰ ਸਿੰਘ ਬਾਦਲ ਵਰਗੇ ਬੰਦੇ ਜਿਨ੍ਹਾਂ ਨੇ ਉਹ ਸੱਤਾ ਉਹਨਾਂ ਸਾਲਾਂ ਚਲਾਈ, ਜਿਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਜਾਂ ਤੇ ਉਹ ਪਾਸੇ ਹਟ ਜਾਣ ਜਾਂ ਫਿਰ ਵਾਕਈ ਲੋਕਾਂ ਦੇ ਵਿਚਰ ਕੇ ਜਾ ਕੇ ਮਾਫੀ ਮੰਗਣ। ਜੀ ਜੀ। ਆਫਟਰ ਆਲ ਰਾਹੁਲ ਗਾਂਧੀ ਬਾਰੇ ਜੋ ਮਰਜ਼ੀ ਬਾਕੀ ਕਹਿ ਲੈਣ, ਲੇਕਿਨ ਉਹਦੀ ਜਿਹੜੀ ਭਾਰਤ ਜੋੜੋ ਯਾਤਰਾ ਸੀਗੀ ਉਹਦੀ ਤਾਰੀਫ ਤੇ ਹੋਈ ਹੈ। ਬਿਲਕੁਲ ਬਿਲਕੁਲ ਹੋਈ ਹੈ, ਠੀਕ ਹੈ ਨਾ। ਜਾਂ ਤੇ ਤੁਸੀਂ ਪਿੰਡ ਪਿੰਡ ਜਾ ਕੇ ਤੁਸੀਂ ਪੈਦਲ ਜਾ ਕੇ ਲੋਕਾਂ ਤੱਕ ਮਾਫੀ ਮੰਗੋ, ਲੋਕਾਂ ਦੇ ਵਿੱਚ ਵਿਚਰੋ, ਪਤਾ ਲੱਗ ਤੁਹਾਨੂੰ ਵੀ ਮਹਿਸੂਸ ਹੋਵੇ ਕਿ ਅਸੀਂ ਗਲਤੀ ਕੀਤੀ। ਬਿਲਕੁਲ ਸੰਸਾਰ। ਔਰ ਉਹਦੇ ਚ ਸ਼ਾਇਦ ਕੁਝ ਲੀਡਰਾਂ ਦਾ ਮੇਰੇ ਭਾਰ ਵੀ ਘਟ ਜਾਊਗਾ, ਉਹ ਵੀ ਫਾਇਦਾ ਹੋ ਜਾਊਗਾ। ਬਿਲਕੁਲ ਜੀ ਬਿਲਕੁਲ। ਔਰ ਮੈਂ ਜਿਹੜਾ ਜ਼ਿਕਰ ਕੀਤਾ ਨਾ ਜੀ ਉਹਨਾਂ ਦੀ ਦਿੱਖ ਬਾਰੇ, ਖਾਸ ਤੌਰ ਤੇ ਮੈਂ ਕਿਹਾ ਜੀ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਬਾ ਜੀ ਉਹਨਾਂ ਵਾਂਗੂ ਉਹਨਾਂ ਨੇ ਦਿੱਖ ਬਣਾ ਲਈ ਆ। ਮੈਨੂੰ ਇਹ ਲੱਗਦਾ ਵਾ ਵੀ ਬੰਦੇ ਦਾ ਮਾਈਂਡ ਸੈੱਟ ਵੀ ਹੋ ਜਾਂਦਾ, ਜਿਵੇਂ ਉਹਨਾਂ ਦੀ ਇੱਕ ਵਿਚਾਰਧਾਰਾ ਜਾਂ ਜਿਵੇਂ ਉਹ ਲੋਕਾਂ 'ਚ ਵਿਚਰਦੇ ਸੀ, ਸੋ ਉਹ ਚੀਜ਼ ਨੂੰ ਅੱਗੇ ਲੈ ਕੇ ਚੱਲਣ ਤੇ ਉਸੇ ਢੰਗ ਦੇ ਨਾਲ, ਕਿਉਂਕਿ ਜਿਹੜਾ ਜਿਵੇਂ ਉਹ ਪਾਰਟੀ ਚੱਲਦੀ ਸੀ ਉਹ ਜਿਵੇਂ ਕਾਰਪੋਰੇਟ ਸਿਸਟਮ ਚੱਲਦਾ ਨਾ ਜੀ ਉਵੇਂ ਚੱਲਦੀ ਸੀ ਉਹਦੇ ਵਿੱਚ। ਸੋ ਉਹ ਜਿਹੜੇ ਢੰਗ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪਾਰਟੀ ਨੂੰ ਚਲਾਇਆ ਜਾਂ ਉਹ ਇੱਥੋਂ ਤੱਕ ਲੈ ਕੇ ਆਏ ਨੇ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਉਹਨੂੰ ਇੱਕ ਨਵੇਂ ਦੌਰ ਦੇ ਵਿੱਚ ਆਪਣੇ ਢੰਗ ਨਾਲ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਚਲਾਉਣ ਲੱਗ ਗਏ। ਸਹੀ ਤੁਸੀਂ ਕਿਹਾ, ਇਹ ਜਦੋਂ ਤੁਸੀਂ ਆਪਣੀ ਦਿੱਖ ਦੇ ਵਿੱਚ ਕੋਈ ਚੇਂਜ ਲਿਆਉਂਦੇ ਜੇ ਤੇ ਜਾਂ ਤੇ ਲੋਕਾਂ ਨੂੰ ਵੀ ਲੱਗਣਾ ਚਾਹੀਦਾ ਨਾ ਵੀ ਵਾਕਈ ਤੁਹਾਡੀ ਜ਼ਮੀਰ ਦੀ ਆਵਾਜ਼ ਹੈ, ਤੁਹਾਡੇ ਅੰਦਰ ਦੀ ਆਵਾਜ਼ ਹੈ। ਸਿਰਫ ਲੋਕਾਂ ਦੇ ਦਿਖਾਵੇ ਵਾਸਤੇ ਜੋ ਕਰੋਗੇ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ। ਲੋਕੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੋਈ ਬੇਵਕੂਫ ਨਹੀਂ ਬਣ ਸਕਦਾ। ਜੀ ਜੀ, ਠੀਕ ਹੈ ਨਾ। ਮੈਨੂੰ ਯਾਦ ਹੈ 2016-17 ਦੇ ਵਿੱਚ ਜਦੋਂ ਅਸੀਂ ਨਵੇਂ ਸਿਆਸਤ 'ਚ ਆਏ ਤੇ ਮੈਂ ਇੱਕ ਪਾਰਟਿਕੂਲਰ ਟਾਈਪ ਦੇ ਨਾਲ ਆਪਣੀ ਜ਼ਿੰਦਗੀ ਜੀਂਦਾ ਰਿਹਾ ਵਾਂ, ਤੇ ਉਦੋਂ ਸਾਨੂੰ ਵੀ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਵੀ ਆਪਣਾ ਪਹਿਰਾਵਾ ਬਦਲ ਲਓ, ਦਿੱਖ ਬਦਲ ਲਓ ਜੀ, ਰਾਈਟ। ਤੇ ਮੈਂ ਕਿਹਾ ਜੀ ਉਹ ਜ਼ਰੂਰ ਬਦਲਾਂਗੇ, ਪਰ ਇਹ ਅੰਦਰੋਂ ਸਾਨੂੰ ਲੱਗਣਾ ਚਾਹੀਦਾ ਨਾ ਕਿ ਸਾਨੂੰ ਇਹ ਬਦਲਣੀ ਚਾਹੀਦੀ। ਮੈਂ ਐਵੇਂ ਤੁਹਾਨੂੰ ਦਿਖਾਉਣ ਵਾਸਤੇ ਜਾਂ ਮੈਂ ਸਿਆਸਤ ਕਾਮਯਾਬ ਹੋਣ ਵਾਸਤੇ ਕਿਉਂ ਕਰਾਂ ਮੈਂ? ਜੀ ਜੀ ਜੀ, ਰਾਈਟ। ਸੋ ਮੇਰਾ ਖਿਆਲ ਇਹਨਾਂ ਚੀਜ਼ਾਂ ਦਾ ਫਰਕ ਪੈਣਾ ਵਾ। ਵਾਕਈ ਤੁਸੀਂ ਆਪਣੀ ਵਿਚਾਰਧਾਰਕ ਤੌਰ ਦੇ ਉੱਤੇ ਤੁਸੀਂ ਇੱਕ ਆਪਣੀ ਤਬਦੀਲੀ ਲਿਆਓ ਔਰ ਲੋਕਾਂ ਨੂੰ ਲੱਗੇ ਕਿ ਇਹ ਵਾਕਈ ਇਹ ਉਹ ਅਕਾਲੀ ਨਹੀਂ ਗੇ, ਨਵੇਂ ਅਕਾਲੀ ਆ। ਪਰ ਇੱਥੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਵੇਂ ਅਕਾਲੀ ਦਲ ਹੋਵੇ, ਇੱਕ ਚੰਗੀ ਖੇਤਰੀ ਪਾਰਟੀ ਦੀ ਲੋੜ ਹੈ ਜੀ। ਜਿਵੇਂ ਹੁਣ ਇਸ ਵੇਲੇ ਜਿਵੇਂ ਇਹ ਪਾਰਟੀਆਂ ਦੀ ਸੋ ਕਾਲ ਨੈਸ਼ਨਲ ਪਾਰਟੀਆਂ ਜਿਹੜੀਆਂ ਵਾ ਇੱਕ ਦੂਜੇ ਦੀ ਆਲੋਚਨਾ ਕਰਕੇ ਹੁਣ ਇਕੱਠੀਆਂ ਹੋ ਗਈਆਂ ਫਿਰ। ਜੀ 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 ਜੀ, ਰਾਈਟ। ਮੇਰਾ ਖਿਆਲ ਹੈ ਕਿ ਇਹਦੇ ਤੋਂ ਇੱਕ ਹੋਰ ਲੈਸਨ ਇਹ ਸਬਕ ਇਹ ਮਿਲਦਾ ਵਾ ਕਿ ਵਾਕਈ ਖੇਤਰੀ ਪਾਰਟੀ ਹੋਵੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਜੀ, ਪਰ ਨੈਰੋ ਹਿੱਤਾਂ ਦੀ ਗੱਲ ਨਾ ਕਰੇ। ਜੀ ਜੀ ਜੀ, ਰਾਈਟ। ਪਰ ਵਾਕਈ ਜਿਹੜੀ ਫੈਡਰਲਿਜ਼ਮ ਦੀ ਗੱਲ ਕਰੇ ਔਰ ਜਿਹੜੇ ਲੋਕਾਂ ਨੂੰ ਲੱਗੇ ਸਾਡੀ ਆਪਣੀ ਪਾਰਟੀ ਹੈ। ਜੀ ਸਾਹਿਬ, ਜਿਹੜੇ ਪਿੱਛੇ ਜੇ ਅੱਜ ਜਿੰਨੇ ਕੁ ਫੈਸਲੇ ਆਮ ਆਦਮੀ ਪਾਰਟੀ ਨੇ ਲਏ ਨੇ ਨੈਸ਼ਨਲ ਪੱਧਰ ਤੇ, ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਅਗੇਂਸਟ ਹੀ ਪੰਜਾਬੀਆਂ ਨੂੰ ਲੱਗਦੇ ਨੇ ਲੈ ਕੇ ਆਏ ਨੇ, ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਦੇਖ ਲਓ ਜਿਹੜਾ ਇੱਕ ਪਹਿਲਾ ਤਾਂ ਮੁੱਦਾ ਜਿੱਥੋਂ ਚੱਲੀ ਹੈ ਗੱਲ, ਭਾਈ ਅਮਰਤਪਾਲ ਸਿੰਘ ਨੂੰ ਜਦੋਂ ਗ੍ਰਿਫਤਾਰੀ ਹੋਈ ਹੈ, ਸੋ ਲੋਕਾਂ ਨੂੰ ਇਹ ਲੱਗਦਾ ਵੀ ਚਲੋ ਠੀਕ ਹੈ ਤੁਸੀਂ ਗ੍ਰਿਫਤਾਰ ਕਰਨਾ, ਪਰ ਜਿਹੜੇ ਢੰਗ ਦੇ ਨਾਲ ਕੀਤਾ ਗਿਆ ਜਾਂ ਜਿਹੜੇ ਹਿਸਾਬ ਨਾਲ ਪ੍ਰੋਪੇਗੈਂਡਾ ਜਾਂ ਕੀਤਾ ਗਿਆ ਉਹ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਆਇਆ ਜੀ। ਜਿੱਦਾਂ ਪੰਜਾਬ ਨੂੰ ਕਰਫਿਊ ਲਾ ਦਿੱਤਾ ਗਿਆ ਉੱਥੇ ਔਰ ਲੋਕਾਂ ਨੂੰ ਪੁਲਿਸ ਮਾਰਚ ਹੋਏ ਜਾਂ ਮਤਲਬ ਇੱਕ ਦਹਿਸ਼ਤ ਵਾਲਾ ਮਾਹੌਲ ਬਣਿਆ ਜੀ, ਉਹ ਵੀ ਉਸ ਚੀਜ਼ ਨੂੰ ਵੀ ਬਹੁਤਾ ਵਧੀਆ ਨਹੀਂ ਮੰਨਿਆ ਗਿਆ। ਔਰ ਇਹ ਕਿਉਂਕਿ ਇਹ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਸਰਦਾਰ ਭਗਵੰਤ ਸਿੰਘ ਮਾਨ, ਕਿਉਂਕਿ ਉਹ ਡਾਇਰੈਕਟ ਮਹਿਕਮਾ ਉਹਨਾਂ ਦੇ ਕੋਲ ਹੈਗਾ ਜੀ, ਸੋ ਉਹ ਖੁਦ ਇਸ ਚੀਜ਼ ਲਈ ਕੁਐਸਚਨੇਬਲ ਹੋ ਜਾਂਦੇ। ਇੱਕ ਚੀਜ਼। ਦੂਸਰੀ ਗੱਲ ਹੈਗੀ ਆ ਕਿ ਬਹੁਤ ਸਾਰੇ ਫੈਸਲੇ ਇਹਨਾਂ ਨੇ ਲਏ ਜੀ, ਜਿਹੜੇ ਫੈਸਲੇ ਇਹਨਾਂ ਨੇ ਮਤਲਬ ਵਾਪਸ ਲੈ ਲੈਂਦੇ ਆ। ਸੋ ਹੁਣ ਇਹ ਕੋਈ ਵੀ ਜੇ ਕੋਈ ਚੀਜ਼ ਆਉਂਦੀ ਆ ਸਾਹਮਣੇ ਤਾਂ ਲੋਕਾਂ ਨੂੰ ਯਕੀਨ ਹੀ ਨਹੀਂ ਆਉਂਦਾ ਮਤਲਬ ਵੀ ਇਹ ਚੀਜ਼ ਇੰਪਲੀਮੈਂਟ ਹੋਊਗੀ ਵੀ ਕਿ ਵਾਪਸ ਹੋ ਜਾਊਗੀ। ਸੋ ਇਹ ਜਿਹੜਾ ਇਦਾਂ ਦਾ ਸਿਸਟਮ ਜਾਂ ਬਣ ਗਿਆ, ਤੁਹਾਨੂੰ ਕੀ ਲੱਗਦਾ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦੀ ਜਿਹੜੀ ਦੇਖਿਆ ਉਹ ਮੁੱਖ ਮੰਤਰੀ ਦੇ ਮੁਤਾਬਕ ਜੋ ਐਡਮਿਨਿਸਟ੍ਰੇਸ਼ਨ ਜੋ ਕਰਦੀ ਹੈਗੀ ਆ, ਉਹ ਇੱਕ ਮੁੱਖ ਮੰਤਰੀ ਵਾਲੀ ਦੇਖਿਆ ਜਾਂ ਉਹ ਮੁੱਖ ਮੰਤਰੀ ਸਾਹਿਬ ਨੂੰ ਐਵੇਂ ਲੋਕਾਂ ਦੇ ਨਾਲ ਇੰਟਰੈਕਟ ਕਰਨਾ ਚਾਹੀਦਾ ਜਾਂ ਮੀਡੀਆ ਨਾਲ ਪੇਸ਼ ਆਉਣਾ ਚਾਹੀਦਾ ਜਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਚੀਜ਼ ਪ੍ਰਤੀ? ਕਿਉਂਕਿ ਗੱਲ ਕਹੀ ਜਾਂਦੀ ਸੀ ਅਮਰਿੰਦਰ ਸਿੰਘ ਹੋਣਾ ਬਾਰੇ ਵੀ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਜੀ, ਉਹ ਤਾਂ ਉੱਥੇ ਰਹਿੰਦੇ ਨੇ ਜੀ ਉੱਥੇ। ਹੁਣ ਭਗਵੰਤ ਸਿੰਘ ਮਾਨ ਹੋਣੀ ਵੀ ਕਿੰਨਾ ਕੁ ਵਿਚਰ ਰਹੇ ਆ ਜੀ, ਉਹ ਕਿਹੜਾ ਵਿਚਰਦੇ ਨੇ ਲੋਕਾਂ ਦੇ ਵਿੱਚ? ਦੇਖੋ ਭਗਵੰਤ ਸਿੰਘ ਮਾਨ, ਮੈਂ ਉਹਨਾਂ ਨਾਲ ਕਾਫੀ ਨੇੜਿਓਂ ਤੋਂ ਡੀਲ ਕੀਤਾ 2016-17 ਦੇ ਵਿੱਚ। ਪਹਿਲੋਂ ਵੀ ਮੇਰੇ ਕੋਲ, ਮੈਂ ਜਦੋਂ ਬਤੌਰ ਐਡੀਟਰ ਸੀ ਜਾਂ ਮੈਂ ਜਰਨਲਿਸਟ ਸੀ, ਮੈਨੂੰ ਮਿਲਦੇ ਰਹੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਦੇ ਵਿੱਚ
ਉਹ ਕੈਪੇਬਿਲਿਟੀ ਹੈਗੀ ਹੈ ਆਊਟ ਆਫ ਬਾਕਸ ਥਿੰਕਿੰਗ ਕਰਨ ਦੀ ਜੀ, ਆਈਡੀਆਜ਼ ਵੀ ਹੈ ਉਹਦੇ ਕੋਲ ਜੀ, ਠੀਕ ਹੈ, ਗਰਾਊਂਡ ਲੈਵਲ ਦੀ ਉਹਨੂੰ ਸਮਝ ਵੀ ਕਾਫੀ ਹੈ ਵਾ ਜੀ। ਲੇਕਿਨ ਜਦੋਂ ਤੁਸੀਂ ਸਰਕਾਰ ਚਲਾਉਂਦੇ ਜੇ ਇੱਕ ਚੀਜ਼ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ, ਪਹਿਲਾਂ ਤੇ ਆਪਣੇ ਸਿਸਟਮ ਨੂੰ ਅੰਡਰਸਟੈਂਡ ਕਰੋ ਕਿ ਆਫਟਰ ਸਰਕਾਰ ਹੁੰਦੀ ਕੀ ਹੈ। ਜੀ, ਸਰਕਾਰ ਹੁੰਦੀ ਹੈ ਕਲੈਕਟਿਵ ਰਿਸਪੌਂਸਿਬਿਲਿਟੀ ਆਫ ਦੀ ਕੈਬਨਿਟ। ਆਫਟਰ ਸਰਕਾਰ ਜਿਹੜੀ ਉਹ ਮੁੱਖ ਮੰਤਰੀ ਸਿਰਫ ਨਹੀਂ ਚਲਾਉਂਦਾ, ਬਿਲਕੁਲ। ਮੁੱਖ ਮੰਤਰੀ ਜਿਹੜਾ ਹੀ ਓਨਲੀ ਫਰਸਟ ਅਮੰਗਸਟ ਇਕੁਅਲਸ, ਜੀ, ਠੀਕ ਹੈ ਨਾ, ਉਹ ਕੈਬਨਿਟ ਦੇ ਫੈਸਲੇ ਹੁੰਦੇ ਆ। ਸੋ ਇਸ ਵੇਲੇ ਸਰਕਾਰ ਇੰਜ ਲੱਗ ਰਿਹਾ ਵਾ ਕਿ ਸਰਕਾਰ ਸਿਰਫ ਭਗਵੰਤ ਮਾਨ ਚਲਾ ਰਹੀ ਹੈ। ਜੀ, ਜੀ, ਠੀਕ ਹੈ, ਇਹ ਤਾਂ ਇੱਕ ਬਹੁਤ ਵੱਡਾ ਰਿਸਕ ਹੈ। ਜੇ ਭਗਵੰਤ ਮਾਨ ਸਰਕਾਰ ਚਲਾ ਰਹੇ ਆ ਤੇ ਫਿਰ ਤਾਰੀਫ ਵੀ ਉਹਨਾਂ ਦੀ ਹੋਊਗੀ ਤੇ ਫਿਰ ਹਰ ਫੈਸਲਾ ਜਿੱਥੇ ਗਲਤੀ ਹੋਊਗੀ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਬਣ ਜਾਂਦੀ ਹੈ। ਜੀ, ਜੀ, ਜੀ। ਮੈਂ ਉਹੀ ਤਾਂ ਹੀ ਕਰਕੇ ਮੈਂ ਇੰਡੀਕੇਟ ਹੀ ਉਹਨਾਂ ਨੂੰ ਕੀਤਾ ਵੀ ਉਹ ਜ਼ਿੰਮੇਵਾਰ ਬਣਦੇ ਨੇ, ਪਰ ਜਿੱਦਾਂ ਲੋਕੀ ਐਕਸਪੈਕਟ ਕਰਦੇ ਸੀ, ਜਿਵੇਂ ਉਹ ਲੋਕਾਂ ਦੇ ਵਿੱਚ ਆ ਕੇ ਹਰ ਚੀਜ਼ ਦਾ ਲੋਕਾਂ ਨੂੰ ਇਹ ਲੱਗਦਾ ਸਾਡੇ ਆਪਣੇ ਹੀ ਬੰਦੇ, ਸਾਡੇ ਵਰਗੇ ਹੀ। ਮੰਨਣਾ ਵਾ ਕਿ ਜਿਸ ਤਰ੍ਹਾਂ ਇਹ ਵਿਚਰ ਵੀ ਰਹੇ ਆ, ਇਹ ਵੈਸੇ ਤੁਸੀਂ ਜਿਹੜੀ ਗੱਲ ਕੀਤੀ ਹੈ ਠੀਕ ਹੈ, ਦੂਜੀਆਂ ਸਟੇਟਾਂ 'ਚ ਜਾ ਰਹੇ ਆ ਪ੍ਰਚਾਰ ਕਰਨ ਵਾਸਤੇ, ਲੇਕਿਨ ਲੋਕਾਂ ਦੇ ਵਿੱਚ ਕਾਫੀ ਵਿਚਰ ਰਹੇ ਆ। ਮੇਰਾ ਖਿਆਲ ਇੰਨੇ ਵਿਚਰਨ ਦੀ ਲੋੜ ਵੀ ਨਹੀਂ। ਅੱਛਾ ਜੀ। ਆਫਟਰ ਆਲ ਮੁੱਖ ਮੰਤਰੀ ਦਾ ਕੀ ਰੋਲ ਹੁੰਦਾ ਵਾ ਕਿ ਲੋਕਾਂ ਨੂੰ ਲੱਗੇ ਕਿ ਵਾਕਈ ਮੁੱਖ ਮੰਤਰੀ ਹੈ, ਜਦੋਂ ਲੋੜ ਹੋਵੇ ਅਸੀਂ ਮਿਲ ਸਕਦੇ ਹਾਂ, ਮੁੱਖ ਮੰਤਰੀ ਜਿੱਥੇ ਲੋੜ ਹੋਵੇ ਪਹੁੰਚੇ ਵੀ। ਲੇਕਿਨ ਬਾਕੀ ਤੇ ਮੁੱਖ ਮੰਤਰੀ ਜਿਹੜਾ ਵਾ ਉਹ ਨਜ਼ਰ ਤੇ ਆਉਂਦਾ ਵਾ ਆਪਣੀਆਂ ਨੀਤੀਆਂ ਦੇ ਥਰੂ ਨਾ, ਆਪਣੀ ਪਾਲਿਸੀਜ਼ ਦੇ ਥਰੂ, ਪਾਲਿਸੀ ਇੰਪਲੀਮੈਂਟ ਹੁੰਦੀਆਂ ਜੀ। ਸੋ ਇਸ ਕਰਕੇ ਮੇਰਾ ਖਿਆਲ ਆ ਦੀ ਵੇ ਦੀ ਗਵਰਨਮੈਂਟ ਇਜ਼, ਵੈਸੇ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਜਿਵੇਂ ਚਲਾਉਣਾ ਚਾਹਣ, ਪਰ ਆਈ ਥਿੰਕ ਹੀ ਨੀਡਸ ਟੂ ਚੇਂਜ, ਜਿਹਨੂੰ ਆਂਦੀ ਅੰਗਰੇਜ਼ੀ ਚੇਂਜ ਟੈਕ ਜੀ, ਚੇਂਜ ਦੀ ਵੇ ਆਫ ਫੰਕਸ਼ਨਿੰਗ ਜੀ। ਔਰ ਬਹੁਤ ਸਾਰੇ ਜਿਹੜੇ ਫੈਸਲੇ ਲਏ ਜਾਂਦੇ, ਜਿਵੇਂ ਅੰਮ੍ਰਿਤਪਾਲ ਦੀ ਗੱਲ ਕੀਤੀ, ਅੰਮ੍ਰਿਤਪਾਲ ਵੀ ਮੇਰੇ ਖਿਆਲ ਉਹਦੀ ਜਿਹੜੀ ਵੇ ਜਿਵੇਂ ਉਹਦੀ ਰਾਈਜ਼ ਹੋਈ ਆ, ਉਹਦੇ ਤੇ ਲੋਕਾਂ ਨੂੰ ਬਹੁਤ ਸ਼ੱਕ ਸ਼ੁਬਾ ਹੋਇਆ ਵਾ ਕਿ ਕਿੱਥੋਂ ਆ ਗਿਆ, ਕੌਣ ਸੀ ਇਹ ਬੰਦਾ ਜੀ। ਮੈਨੂੰ ਕੋਈ ਬਹੁਤੀ ਨਿੱਜੀ ਜਾਣਕਾਰੀ ਤਾਂ ਉਹਦੇ ਬਾਰੇ ਨਹੀਂ ਹੈ। ਔਰ ਉਹਨੇ 2-4 ਵਾਰੀ ਕਾਨੂੰਨ ਵੀ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ, ਜਿਹੜਾ ਮੇਰੇ ਹਿਸਾਬ ਦੇ ਨਾਲ ਗਲਤ ਸੀ। ਔਰ ਜਦੋਂ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ, ਉਸੇ ਵੇਲੇ ਕਾਰਵਾਈ ਹੋਣੀ ਚਾਹੀਦੀ ਸੀ ਤਾਂ ਕਿ ਇੱਕ ਮੈਸੇਜ ਕਲੀਅਰ ਜਾਵੇ ਵੀ ਕੋਈ ਬੰਦਾ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈ ਸਕਦਾ ਜੀ, 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 ਰਾਈਟ। ਲੇਕਿਨ ਬਾਅਦ ਦੇ ਵਿੱਚ ਜਿਹੜਾ ਇਹ ਸਾਰਾ ਸਿਸਟਮ ਡਰਾਮਾ ਕੀਤਾ ਗਿਆ, ਸਾਰੀ ਸਟੇਟ ਵਾਈਡ ਪੁਲਿਸ ਆਪਰੇਸ਼ਨ ਕੀਤਾ ਗਿਆ, ਫਿਰ ਉਹਨਾਂ ਬੰਦਿਆਂ ਨੂੰ ਫੜਿਆ, ਫਿਰ ਉਹਨਾਂ ਤੇ ਇੱਕ ਸਪੈਸ਼ਲ NSA ਲਾਇਆ ਗਿਆ, ਫਿਰ ਉਹਨਾਂ ਨੂੰ ਦੂਜੀ ਪਤਾ ਨਹੀਂ ਅਸਾਮ ਕਿੱਥੇ ਜਾ ਕੇ ਭੇਜ ਦਿੱਤਾ। ਇਹ ਚੀਜ਼ਾਂ ਦੀ ਲੋੜ ਨਹੀਂ, ਇਹ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਇਹ ਚੀਜ਼। ਔਰ ਸ਼ਾਇਦ ਇਹਦੇ ਨਾਲ ਜਿਹੜੀ ਸਰਕਾਰ ਦੀ ਔਰ ਤੁਹਾਡੇ ਮੁਲਕ ਦੇ ਲੋਕਤੰਤਰ ਦੀ ਛਵੀ ਜਿਹੜੀ ਉਹ ਖਰਾਬ ਹੁੰਦੀ ਹੈ ਜੀ। ਬਿਲਕੁਲ। ਔਰ ਸੰਤ ਸਾਹਿਬ, ਮੈਂ ਤੁਹਾਡਾ ਥੋੜਾ ਜਿਹਾ ਨਜ਼ਰੀਆ ਦੇਖਣਾ ਚਾਹੁੰਦਾ ਜੀ, ਜਿਹੜਾ ਲੈਣਾ ਚਾਹੁੰਦਾ, ਜਿਹੜਾ ਇਸ ਵੇਲੇ ਜੀਓ ਪੋਲਿਟਿਕਸ ਚੱਲ ਰਹੀ ਹੈ, ਜਿਵੇਂ ਵਰਲਡ ਵਾਈਡ ਤੁਸੀਂ ਦੇਖ ਰਹੇ ਹੋ, ਤੁਸੀਂ ਕਿਉਂਕਿ ਤੁਸੀਂ ਤੇ ਨੈਸ਼ਨਲ ਮੀਡੀਆ ਨਾਲ ਕਾਫੀ ਕੰਮ ਕੀਤਾ ਹੈਗਾ। ਇਸ ਵੇਲੇ ਨੈਸ਼ਨਲ ਮੀਡੀਆ ਵੀ ਜਿਹੜਾ ਵਾ ਜੀ ਉਹ ਤਕਰੀਬਨ ਕੋਈ ਕਿਸੇ ਨੂੰ ਗੋਦੀ ਮੀਡੀਆ ਕਹਿ ਦਿੱਤਾ ਜਾਂਦਾ। ਚਲੋ ਅਸੀਂ ਉਸ ਪਾਸੇ ਨਹੀਂ ਆਉਂਦੇ ਹੈਗੇ। ਮੈਂ ਤੁਹਾਡਾ ਇੰਨਾ ਕੁ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੇ ਹਿਸਾਬ ਦੇ ਨਾਲ ਮੀਡੀਆ ਇਸ ਵੇਲੇ ਜਿਵੇਂ ਪ੍ਰਾਈਮ ਮਿਨਿਸਟਰ ਸਾਹਿਬਾਨ ਨੂੰ ਅੱਗੇ ਲੈ ਕੇ ਆ ਰਿਹਾ, ਜਾਂ ਉਸ ਹਿਸਾਬ ਦੇ ਨਾਲ ਇੱਕ ਡਿਕਟੇਟਰਸ਼ਿਪ ਜੀ ਵਾਲਾ ਕੰਮ ਜਾਂ ਕਹਿ ਸਕਦੇ ਹੈਗੇ ਵੀ, ਜਿਵੇਂ ਹੈਗਾ ਤਾਂ ਭਾਵੇਂ ਸਾਰਾ ਵੋਟਾਂ ਵਾਲਾ ਸਿਸਟਮ ਆ, ਪਰ ਜਿਵੇਂ ਉਹਨੂੰ ਲੈ ਕੇ ਆਂਦਾ ਜਾ ਰਿਹਾ, ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਿਹੜਾ ਮੀਡੀਆ ਹੈਗਾ ਜੀ ਇਹ ਚੌਥਾ ਥੰਮ ਰਹਿ ਹੀ ਨਹੀਂ ਗਿਆ, ਤਾਂ ਬਹੁਤ ਕਮਜ਼ੋਰ ਹੋ ਗਿਆ ਜੀ ਹੁਣ? ਸਿਰਫ ਮੀਡੀਆ ਨਹੀਂ, ਮੇਰੇ ਖਿਆਲ ਸਾਰੇ ਇੰਸਟੀਟਿਊਸ਼ਨਸ ਜਿਹੜੇ ਆ ਹੌਲੀ ਹੌਲੀ ਕਮਜ਼ੋਰ ਹੋਏ ਆ ਜੀ। ਪਾਰਲੀਮੈਂਟ ਵੀ ਜਿਹੜਾ ਵਾ, ਸੰਸਦ ਦੀਆਂ ਜਿਹੜੀਆਂ ਪੁਰਾਣੀਆਂ ਸਿਟਿੰਗਸ ਹੁੰਦੀਆਂ ਸੀ, 150 ਪੌਣੇ 200 ਦਿਨ ਸਿਟਿੰਗ ਹੁੰਦੀਆਂ ਸੀ, ਕਿੰਨੀਆਂ ਰਹਿ ਗਈਆਂ ਜੀ? 4 ਰਹਿ ਗਈਆਂ, ਉਹਦੇ ਵਿੱਚ ਵੀ ਉਹ 1.5-2 ਦਿਨ 'ਚ ਹੀ ਕੱਢ ਦਿੰਦੇ। ਸਟੇਟਾਂ 'ਚ ਵੀ ਇਹੋ ਹੀ ਹੋ ਰਿਹਾ ਵਾ ਜੀ। ਸੋ ਸਾਰੇ ਇੰਸਟੀਟਿਊਸ਼ਨਸ, ਸੰਸਦ ਔਰ ਵਿਧਾਨ ਸਭਾ ਜਿਹੜਾ ਵਾ, ਉਹਨੂੰ ਇੰਸਟੀਟਿਊਸ਼ਨ ਵੀ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਵਾ ਜੀ। ਬਿਊਰੋਕ੍ਰੇਸੀ ਨੂੰ ਵੀਕਨ ਕੀਤਾ ਜਾ ਰਿਹਾ ਵਾ। ਕਿਸੇ ਵੇਲੇ ਇੱਕ ਕੈਬਨਿਟ ਸੈਕਟਰੀ ਹੁੰਦਾ ਸੀ ਜਿਹੜਾ ਨੰਬਰ 1 ਬਿਊਰੋਕਰੇਟ ਮੁਲਕ ਦਾ ਹੁੰਦਾ ਸੀਗਾ। ਸਟੇਟਾਂ ਦੇ ਵਿੱਚ ਚੀਫ ਸੈਕਟਰੀ ਹੁੰਦਾ ਸੀ ਜਿਹੜਾ ਸਭ ਤੋਂ ਸੀਨੀਅਰ ਮੰਨਿਆ ਜਾਂਦਾ ਸੀ। ਪੁਲਿਸ ਦਾ ਇੱਕ DGP ਹੁੰਦਾ ਸੀ। ਅਸੀਂ ਕੀ ਸਿਸਟਮ ਕਰਤਾ ਵਾ, ਇੱਕ ਚੀਫ ਸੈਕਟਰੀ ਆ, ਚੀਫ ਸੈਕਟਰੀ ਰਿਟਾਇਰ ਹੋ ਜਾਂਦਾ ਵਾ, ਫਿਰ ਉਹਨੂੰ ਅਸੀਂ ਲਾ ਦਿੰਦੇ ਆ ਚੀਫ ਪ੍ਰਿੰਸੀਪਲ ਸੈਕਟਰੀ ਟੂ CM। ਐਕਸਟੈਂਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਕਈ ਬੰਦੇ ਨੇ, ਹਾਂਜੀ, ਰਾਈਟ। CBI ਦਾ ਡਾਇਰੈਕਟਰ, ED ਦਾ ਡਾਇਰੈਕਟਰ, ਉਹਨਾਂ ਨੂੰ ਐਕਸਟੈਂਸ਼ਨਾਂ ਦਿੱਤੀਆਂ ਜਾ ਰਹੀਆਂ ਵਾ। ਕਾਫੀ ਹੱਦ ਤੱਕ ਜੋ ਸੁਣ ਚ ਆ ਰਿਹਾ ਵਾ, ਫੌਜ ਵੀ ਜਿਵੇਂ ਪ੍ਰੋਪਰ ਸਿਸਟਮ ਸੀਗਾ ਉਹਦੇ ਚ ਵੀ ਇੰਟਰਫੇਰੈਂਸ ਹੈਗੀ ਆ ਜੀ। ਔਰ ਮੀਡੀਆ ਦੇ ਵਿੱਚ ਤੁਸੀਂ ਗੱਲ ਕਰ ਹੀ ਦਿੱਤੀ ਹੈ, ਜੁਡੀਸ਼ਰੀ ਦੇ ਵਿੱਚ ਵੀ ਇੰਟਰਫੇਰੈਂਸ ਹੈ। ਜੁਡੀਸ਼ਰੀ ਜੋ ਕਰਨਾ ਚਾਹੁੰਦੀ ਹੈ ਉਹਨੂੰ ਨਹੀਂ ਕਰਨ ਦਿੱਤਾ ਜਾ ਰਿਹਾ, ਜੁਡੀਸ਼ਰੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪ੍ਰਧਾਨ ਮੰਤਰੀ ਵੀ, ਜਿਵੇਂ ਮੈਂ ਸਟੇਟ ਦੀ ਗੱਲ ਕੀਤੀ ਹੈ, ਉਹ ਵੀ ਸ਼ਾਇਦ ਆਲ ਇਨ ਆਲ ਹੀ ਨਜ਼ਰ ਆਉਂਦੇ ਆ। ਸੋ ਮੇਰਾ ਖਿਆਲ ਹੈ ਇਹ ਸਭ ਕੁਝ ਆਪਣੇ ਲੋਕਤੰਤਰ ਵਾਸਤੇ ਕੋਈ ਬਹੁਤ ਚੰਗੀ ਖਬਰ ਨਹੀਂ ਜੀ। ਹਾਲਾਂਕਿ ਬਹੁਤੇ ਮੁਲਕਾਂ ਦੇ ਵਿੱਚ ਵੀ, ਬਹੁਤੇ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਹਾਲਾਤ ਬਹੁਤੇ ਚੰਗੇ ਨਹੀਂ ਗਏ, ਲੇਕਿਨ ਐਟਲੀਸਟ ਆਪਣਾ ਨਵਾਂ ਲੋਕਤੰਤਰ ਆ, ਆਪਾਂ ਨੂੰ ਉਸ ਲੋਕਤੰਤਰ ਨੂੰ ਹੋਰ ਸਟਰੈਂਥਨ ਕਰਨ ਦੀ ਲੋੜ ਆ। ਔਰ ਜਿਹੜੇ ਪਿਛਲੇ 10-15 ਸਾਲਾਂ ਦੇ ਵਿੱਚ ਜੋ ਕੁਝ ਕਦਮ ਚੁੱਕੇ ਗਏ ਆ, ਇਹ ਸ਼ੁਰੂਆਤ ਅਨਫੋਰਚੂਨੇਟਲੀ ਕਾਂਗਰਸ ਵੇਲੇ ਹੋਈ ਸੀ ਜੀ। ਜਦੋਂ ਤੁਸੀਂ ਇੱਕ ਉਸ ਬੰਦੇ ਨੂੰ
ਮੇਰੇ ਬਹੁਤ ਸਾਰੇ ਲੋਕੀ ਮੇਰੇ ਨਾਲ ਨਾਰਾਜ਼ ਹੋ ਜਾਣਗੇ ਜੋ ਮੈਂ ਕਹਿਣਾ ਵਾ, ਜਿਹੜਾ ਬੰਦਾ ਜਿਹਨੇ ਕਦੀ ਇਲੈਕਸ਼ਨ ਨਹੀਂ ਜਿੱਤੀ, ਆਪ ਹੀ ਹਾਰ ਗਏ ਸੀ, ਉਹ ਤਾਂ ਉਹਨਾਂ ਨੂੰ ਮੈਂਬਰ ਬਣਾ ਕੇ ਤੁਸੀਂ ਰਾਜ ਸਭਾ ਦੇ ਥਰੂ ਲੈ ਕੇ ਆ ਕੇ ਉਹਨਾਂ ਨੂੰ ਤੁਸੀਂ ਪ੍ਰਧਾਨ ਮੰਤਰੀ ਇੱਕ ਵਾਰੀ ਨਹੀਂ 2 ਵਾਰੀ ਪ੍ਰਧਾਨ ਮੰਤਰੀ ਬਣਾਤਾ ਜੀ। ਔਰ ਸ਼ਾਇਦ ਉਸ ਤੋਂ ਬਾਅਦ ਹੀ ਕਾਂਗਰਸ ਦਾ ਜੋ ਹਾਸ਼ਰ ਹੋਇਆ ਉਹ ਹੋਇਆ, ਤੇਰੇ ਸਾਹਮਣੇ 44 ਸੀਟਾਂ ਤੇ ਰਹੀ, ਉਹੀ ਪਾਰਟੀ ਜਿਹੜੀ 300-400 ਸੀਟਾਂ ਕਿਸੇ ਵੇਲੇ ਜਿੱਤੀ ਹੁੰਦੀ ਸੀ। ਤਾਂ ਕਹਿਣ ਦਾ ਮਤਲਬ ਹੈ ਇਹ ਵੈਲਿਊ ਸਿਸਟਮ ਲੋਕਤੰਤਰ ਨੂੰ ਢਾਹ ਜਿਹੜਾ ਵਾ ਇਹ ਉਦੋਂ ਤੋਂ ਲੱਗਣਾ ਸ਼ੁਰੂ ਹੋਇਆ ਵਾ, ਔਰ ਫਿਰ ਲੱਗਦਾ ਚਲਾ ਜਾ ਰਿਹਾ, ਔਰ ਅਸੀਂ ਹੁਣ ਤੇ ਇਸ ਵੇਲੇ ਜੋ ਹੁਣ ਹੋ ਰਿਹਾ ਵੇ ਤੇ ਅਸੀਂ ਹਾਥੀ ਕਰਨ ਜਾ ਰਹੇ ਜੀ। ਮੇਰਾ ਲਾਸਟ ਸਵਾਲ ਹੈ ਹੁਣ ਤੁਹਾਨੂੰ ਸੰਤ ਸਾਹਿਬ, ਉਹ ਹੈਗਾ ਆ ਇੱਕ ਜਰਨਲਿਜ਼ਮ ਦੇ ਨਜ਼ਰੀਏ ਤੋਂ ਕਿ ਤੁਸੀਂ ਵੱਖ-ਵੱਖ ਵਰਗਾਂ ਨਾਲ ਵਿਚਰਦੇ ਪਏ ਹੋ, ਵੱਖ-ਵੱਖ ਦੇਸ਼ਾਂ 'ਚ ਵੀ ਵਿਚਰ ਰਹੇ ਹੋ। ਜਿਹੜੇ ਸਾਡੇ ਬੱਚੇ ਇੱਥੇ ਕੈਨੇਡਾ 'ਚ ਆ ਰਹੇ, ਕਿਉਂਕਿ ਅਸੀਂ ਕੈਨੇਡਾ ਦੀ ਗੱਲ ਕਰਾਂਗੇ, ਸੋ ਬੱਚਿਆਂ ਦਾ ਕੈਨੇਡਾ ਦੇ ਵਿੱਚ ਤਾਂ ਜੋ ਜਿਵੇਂ ਫਿਊਚਰ ਆ ਜਾਂ ਜੋ ਸਿਸਟਮ ਹੈਗਾ ਜੀ, ਉਹ ਅਸੀਂ ਉਹਦੇ ਤੇ ਵੱਖਰੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ। ਮੈਂ ਤੁਹਾਡਾ ਇੱਕ ਵਿਊ ਲੈਣਾ ਚਾਹੁੰਦਾ ਕਿ ਜਿਹੜਾ ਸਾਡਾ ਪੰਜਾਬ ਖਾਲੀ ਹੋ ਰਿਹਾ, ਘਰਾਂ ਦੇ ਘਰ ਖਾਲੀ ਹੋ ਰਹੇ ਆ, ਲੋਕ ਲੱਗਦੇ ਪਏ ਨੇ, ਔਰ ਇਹ ਤਾਂ ਸ਼ੁਰੂਆਤ ਆ। ਇਹ ਤਾਂ ਤੁਸੀਂ ਦੇਖ ਲਓ ਅਜੇ 5 ਸਾਲਾਂ ਨੂੰ ਇਹੋ ਹੀ ਜਵਾਕਾਂ ਦੇ ਪੇਰੈਂਟਸ ਜਦੋਂ ਇੱਥੇ ਪਹੁੰਚਦੇ ਨੇ ਤੇ ਹਰੇਕ ਘਰ ਭਰਤੀ, ਪਿੰਡ ਭਰਤੀ, ਕਿੰਨੇ ਘਰ ਜਿਹੜੇ ਉਹ ਵਿਹਲੇ ਹੋ ਰਹੇ ਨੇ। ਸੋ ਇੱਥੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਆਉਣ ਵਾਲਾ ਫਿਊਚਰ ਜਾਂ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਵੀ ਪੰਜਾਬੀਆਂ ਦਾ, ਸਾਡਾ ਪੰਜਾਬ ਜਿਹੜੀ ਸਾਡੀ ਬੈਕਗ੍ਰਾਉਂਡ ਸਾਡੀ ਹੈਗੀ ਆ, ਉਹਦਾ ਬਣਨਾ ਕੀ ਆ? ਦੇਖੋ ਕਈ ਵਾਰ ਫਿਕਰ ਮੰਦ ਤੇ ਹੋਈਦਾ ਵਾ, ਜ਼ਰੂਰ ਫਿਕਰ ਤੇ ਬਹੁਤ ਆਉਂਦਾ ਵਾ ਕਈ ਵਾਰ ਜੀ, ਪਰ ਮੇਰਾ ਇਹ ਮੰਨਣਾ ਵਾ ਕਿ ਪੰਜਾਬੀਅਤ ਜਿਹੜੀ ਆ ਔਰ ਜਿਹੜੀ ਸਿੱਖੀਜ਼ਮ ਆ ਇਹ ਹਮੇਸ਼ਾ ਬੁਲੰਦੀਆਂ ਤੇ ਰਹੂਗੀ ਜੀ। ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਤਰੀਕਾ ਲੱਭ ਕੇ ਇਹ ਆਪਣੀਆਂ ਬੁਲੰਦੀਆਂ ਤੱਕ ਤੇ ਕਾਇਮ ਰਹਿਣਗੇ ਜੀ। ਬਾਕੀ ਜੋ ਇਸ ਵੇਲੇ ਹੋ ਰਿਹਾ ਵਾ, ਉੱਥੋਂ ਲੋਕੀ ਆ ਰਹੇ ਆ, ਬਹੁਤ ਛੋਟੀ ਉਮਰ 'ਚ ਬੱਚੇ ਆ ਰਹੇ ਆ, ਉਹ ਮੇਰੇ ਖਿਆਲ ਗਲਤ ਰੁਝਾਨ ਆ ਜੀ। ਔਰ ਉਹਦੇ 'ਚ ਸਾਡੀ ਪੰਜਾਬ ਦੀ ਸਰਕਾਰਾਂ ਜਿਹੜੀਆਂ ਰਹੀਆਂ ਵਾ ਉਹ ਵੀ ਜ਼ਿੰਮੇਵਾਰ ਆ ਕਿ ਅਸੀਂ ਉਹਨਾਂ ਨੂੰ ਕੋਈ ਉੱਥੇ ਉਹਨਾਂ ਨੂੰ ਕੋਈ ਆਸ ਹੀ ਨਹੀਂ ਦਿੱਤੀ, ਉੱਥੇ ਉਹਨਾਂ ਨੂੰ ਆਸ ਦਿਸਦੀ ਕੋਈ ਨਹੀਂ ਕਿ ਵੀ ਉਹ 10ਵੀਂ 12ਵੀਂ ਕਰਕੇ ਇੱਥੇ ਆਉਣਾ ਚਾਹੁੰਦੇ ਆ। ਔਰ ਇਹ ਹੁਣ ਇੱਕ ਹਕੀਕਤ ਨਜ਼ਰ ਆ ਰਹੀ ਆ, ਕਿਉਂਕਿ ਇੱਥੇ ਵੀ ਹੁਣ ਉਹਨਾਂ ਦਾ ਆ ਕੇ ਕਾਫੀ ਹਸ਼ਰ ਮਾੜਾ ਵਾ। ਇੱਥੇ ਹਾਊਸਿੰਗ ਪ੍ਰੋਬਲਮਸ ਆ, ਇੱਥੇ ਹੋਰ ਵੀ ਬੜੀਆਂ ਪ੍ਰੋਬਲਮਸ ਹੈ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਵੀ। ਕੈਨੇਡਾ ਤੋਂ ਵੱਧ ਵੈਲਕਮਿੰਗ ਮੁਲਕ ਕਿਹੜਾ ਹੋ ਸਕਦਾ, ਔਰ ਇੱਥੇ ਵੀ ਇੰਨੀਆਂ ਦਿੱਕਤਾਂ ਆਪਾਂ ਨੂੰ। ਉਧਰ ਮੈਂ ਪੜ੍ਹ ਰਿਹਾ ਸੀ ਕੋਈ ਨਾਰਥ ਯਾਰਕ ਵਗੈਰਾ ਜਾਂ ਕੋਈ ਜਗ੍ਹਾ ਵਾ, ਸ਼ਾਇਦ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਐਕੋਮੋਡੇਸ਼ਨ ਨਹੀਂ ਮਿਲਦੀ ਪਈ, ਬ੍ਰੈਂਪਟਨ ਦੇ ਅੱਗੇ 3-4 ਘੰਟੇ ਅੱਗੇ ਕਿਤੇ। ਸੋ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਇੰਡੀਅਨ ਗਵਰਨਮੈਂਟ ਨਾਲ ਅਪਰੋਚ ਕਰਕੇ ਹਮੇਸ਼ਾ ਹਰ ਗੱਲ ਤੇ ਕਨਸੈਂਟਰੇਸ਼ਨ ਲੈਣ ਦੀ ਲੋੜ ਨਹੀਂ ਗੀ, ਸਾਨੂੰ ਸੰਪਰਕ ਵੀ ਰੱਖਣਾ ਪਊਗਾ। ਇਹ ਬਾਕੀ ਬਾਹਰ ਦੀਆਂ ਸਰਕਾਰਾਂ ਨਾਲ ਵੀ ਗੱਲ ਕਰਨ ਦੀ ਲੋੜ ਆ ਕਿ ਕਿਵੇਂ ਅਸੀਂ ਦੋਵੇਂ ਮਿਲ ਜੁਲ ਕੇ ਸਕਿੱਲਸ ਪੈਦਾ ਕਰ ਸਕੀਏ, ਤਾਂ ਕਿ ਸਾਡੇ ਕਾਲਜ ਵੀ ਉਹਨਾਂ ਨੂੰ ਵੀ ਬੱਚੇ ਮਿਲਣ, ਉੱਥੇ ਸਕਿੱਲ ਟ੍ਰੇਨਿੰਗ ਹੋਵੇ ਤੇ ਬਾਅਦ ਜੇ ਬੱਚੇ ਆਉਣਾ ਚਾਹਣ ਤੇ ਇੱਥੇ ਵੀ ਆ ਸਕਣ, ਔਰ ਜਿਹੜੇ ਰਹਿਣਾ ਚਾਹਣ ਅਸੀਂ ਉਹਨਾਂ ਵਾਸਤੇ ਜੌਬ ਕ੍ਰੀਏਟ ਕਰ ਸਕੀਏ। ਇਹ ਬਹੁਤ ਔਖਾ ਕੰਮ ਆ ਹੁਣ ਇਸ ਵੇਲੇ, ਇਹ ਸੌਖਾ ਕੰਮ ਨਹੀਂ। ਔਰ ਮੈਨੂੰ ਕੋਈ ਜਿਹੋ ਜਿਹੀ ਸਰਕਾਰ ਜਿਸ ਤਰ੍ਹਾਂ ਚੱਲ ਰਹੀਆਂ ਵਾ ਸਰਕਾਰਾਂ ਚੱਲਦੀਆਂ ਰਹੀਆਂ ਪਿਛਲੇ 15-20 ਸਾਲ ਤੋਂ, ਮੈਨੂੰ ਬਹੁਤੀ ਆਸ ਨਜ਼ਰ ਨਹੀਂ ਆਉਂਦੀ, ਪਰ ਹਾਲੀ ਵੀ ਇਹ ਡੂਏਬਲ ਹੈ। ਮੇਰਾ ਮੰਨਣਾ ਵਾ ਕਿ ਇਹ ਕੋਈ ਨਾ ਕੋਈ ਸਿਸਟਮ ਲੱਭਿਆ ਜਾ ਸਕਦਾ ਵਾ ਜਿਹਦੇ 'ਚ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਉੱਥੇ ਵੀ ਮਿਲ ਸਕੇ, ਔਰ ਉਹ ਪ੍ਰੋਪਰ ਟ੍ਰੇਨਿੰਗ ਲੈ ਕੇ, ਸਕਿੱਲਸ ਲੈ ਕੇ, ਮਹਾਰਤਾਂ ਲੈ ਕੇ ਇਹਨਾਂ ਮੁਲਕਾਂ ਦੇ ਵਿੱਚ ਆਉਣ, ਔਰ ਬਹੁਤ ਸਾਰੇ ਸ਼ਾਇਦ ਕਿਸੇ ਲੈਵਲ ਤੇ ਫਿਰ ਵਾਪਸ ਵੀ ਜਾਣਾ ਚਾਹਣਗੇ ਉੱਥੇ ਵੀ ਕੰਮ ਕਰਨ ਵਾਸਤੇ ਜੀ। ਸੋ ਸਰ, ਪੋਲਿਟਿਕਸ ਦੇ ਵਿੱਚ ਹੁਣ ਕੋਈ ਆਉਣ ਦਾ ਇਰਾਦਾ ਜਾਂ ਪਾਰਟੀ ਦੇ ਬਣੇ ਰਹਿਣ ਦਾ ਕੋਈ ਇਰਾਦਾ ਜੀ? ਹਾਲੀ ਤਾਂ ਕੋਈ ਇਹਦੇ ਬਾਰੇ ਮੈਂ ਮਨ ਬਣਾਇਆ ਨਹੀਂਗਾ। ਉਦੋਂ ਹਾਲਾਤ ਇਹੋ ਜਿਹੇ ਬਣ ਗਏ ਕਿਉਂਕਿ ਮੈਂ ਆਮ ਆਦਮੀ ਪਾਰਟੀ, ਮੈਂ ਆਪਣੇ ਆਪ ਨੂੰ ਕਨਵਿੰਸ ਸੀਗਾ ਵੀ ਮੈਂ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਸੀ ਉਦੋਂ ਵਿਚਾਰਧਾਰਾ ਸੀਗੀ। ਸੋ ਇਸੇ ਕਰਕੇ ਮੈਂ ਫਿਰ ਉਦੋਂ ਕੋਈ ਹੋਰ ਪਾਰਟੀ ਜੁਆਇਨ ਨਹੀਂ ਕੀਤੀ। ਮੇਰੇ ਬਹੁਤ ਸਾਰੇ ਸਾਥੀ ਦੇ ਬਾਕੀਆਂ ਪਾਰਟੀਆਂ ਚਲੇ ਗਏ ਜੀ। ਲੇਕਿਨ ਕੱਲ ਨੂੰ ਕੋਈ ਚੰਗਾ ਗਰੁੱਪ ਜਾਂ ਚੰਗੀ ਪਾਰਟੀ ਜਾਂ ਚੰਗਾ ਅਦਾਰਾ ਸਾਹਮਣੇ ਆਉਂਦਾ ਵਾ ਜਿਹੜਾ ਕੋਈ ਦੁਬਾਰਾ ਆਸ ਜਗਾਊਗਾ ਜੀ, ਤੇ ਉਹਦੇ ਬਾਰੇ ਮੈਂ ਸੋਚ ਸਕਦਾ ਵਾਂ। ਲੇਕਿਨ ਇਸ ਵੇਲੇ ਤੇ ਕੋਈ ਨਜ਼ਰ ਨਹੀਂ ਆ ਰਿਹਾ। ਸੋ ਮੈਨੂੰ ਲੱਗਦਾ ਵਾ ਕਿ ਮੈਨੂੰ ਉਹੀ ਚੀਜ਼ ਕਰਨਾ ਚਾਹੀਦੀ ਹੈ ਜਿਹੜੀ ਮੈਨੂੰ ਆਉਂਦੀ ਹੈ, ਔਰ ਜਿਹਦੇ 'ਚ ਮੈਨੂੰ ਥੋੜੀ ਬਹੁਤ ਮੇਰੀ ਮਹਾਰਤ ਹੈ, ਉਹ ਹੈ ਪੱਤਰਕਾਰੀ, ਔਰ ਮੈਂ ਅੱਜ ਕੱਲ੍ਹ ਉਹੀ ਹੀ ਕਰ ਰਹੇ ਹਾਂ, ਔਰ ਸ਼ਾਇਦ ਇਸੇ ਕਰਕੇ ਅੱਜ ਤੁਸੀਂ ਮੈਨੂੰ ਬੁਲਾਇਆ ਵੀ ਹੈ। ਬਿਲਕੁਲ ਜੀ, ਮੈਂ ਇਸੇ ਕਰਕੇ ਜਿੰਨੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਜੀ, ਉਹ ਤੁਹਾਡੇ ਪੱਤਰਕਾਰੀ ਦੇ ਨਜ਼ਰੀਏ ਦੇ ਨਾਲ ਹੀ ਕੀਤੀ ਆ। ਕਿਉਂਕਿ ਜੇ ਤੁਸੀਂ ਪੋਲੀਟੀਸ਼ੀਅਨ ਹੁੰਦੇ ਨਾ ਤਾਂ ਤੁਸੀਂ ਖੁੱਲ੍ਹ ਕੇ ਇਦਾਂ ਦੇ ਜਵਾਬ ਵੀ ਨਹੀਂ ਸੀ ਦੇਣੇ ਮੈਨੂੰ, ਸ਼ਾਇਦ ਇਸੇ ਕਰਕੇ ਮੈਂ ਪੋਲਿਟਿਕਸ ਕਾਮਯਾਬ ਨਹੀਂ ਹੋਇਆ। ਨਹੀਂ, ਸੋ ਹਾਂਜੀ, ਬਿਲਕੁਲ ਟੋਟਲੀ ਸ਼ੌਕਡ ਹੋ ਗਏ ਸੀ ਅਸੀਂ ਜਦੋਂ ਮੈਂ ਤੁਹਾਡਾ ਲਾਈਵ ਨਾ ਉਧਰ ਕੁਦਰਤੀ ਦੇਖਦਾ ਪਿਆ ਸੀ, ਤੇ ਤੁਸੀਂ ਲਾਈਵ ਹੋਏ ਫੇਸਬੁੱਕ ਦੇ ਉੱਪਰ ਵੀ ਲਾਈਵ 'ਚ ਤੁਸੀਂ ਦੱਸਿਆ ਕਿ ਮੈਂ ਇਹ ਚੀਜ਼ ਨਹੀਂ ਲੜ ਰਿਹਾ ਇਲੈਕਸ਼ਨ ਅੱਗੇ, ਤੋਂ ਬੜਾ ਸ਼ੌਕ
ਹੋਇਆ ਵੀ ਸੰਧੂ ਸਾਹਿਬ ਵਰਗੇ ਬੰਦੇ ਵੀ ਜੇ ਨਹੀਂ ਲੜ ਰਹੇ ਤਾਂ ਕੋਈ ਸਮਥਿੰਗ ਤਾਂ ਫਿਰ ਕੁਛ ਨਾ ਕੁਛ ਰੋਂਗ ਆ, ਜਾਂ ਇਹ ਚੀਜ਼ ਜਿਹੜੀ ਆ ਕੋਈ ਬਾਹਲੀ ਵਧੀਆ ਨਹੀਂ ਹੈਗੀ ਵੀ ਇੰਨੇ ਇੰਟੈਲੈਕਚੁਅਲ ਜਾਂ ਇੰਨੇ ਸੂਝਵਾਨ ਜਿਹੜੇ ਕਹਿ ਸਕਦੇ ਹੈਗੇ ਆ ਸਾਡੇ ਪੰਜਾਬੀ ਜਾਂ ਸਾਡੇ ਭਰਾ ਨੇ ਜਿਹੜੇ ਉਹ ਪੋਲਿਟਿਕਸ ਦੇ ਵਿੱਚ ਨਹੀਂ ਫਿੱਟ ਬਹਿ ਰਹੇ, ਫਿਰ ਇਹੀ ਕਿਹਾ ਜਾ ਸਕਦਾ ਹੈਗਾ। ਸੋ ਇਹ ਬੜਾ ਪੇਚੀਦਗੀ ਵਾਲਾ ਇਹ ਹੈਗਾ ਜੀ। ਸੋ ਹੋਰ ਕੋਈ ਗੱਲਬਾਤ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ? ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਧਾਲੀਵਾਲ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ। ਕੁਲਦੀਪ ਗਿੱਲ ਹੁਣਾਂ ਨੇ ਜਿਹੜੇ ਕਾਫਲਾ ਚਲਾਉਂਦੇ ਆ, ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ, ਉਹਨਾਂ ਸੱਦਿਆ ਮੈਨੂੰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਬਾਕੀ ਮੈਂ ਇਹੋ ਹੀ ਕਹੂੰਗਾ ਕਿ ਤੁਸੀਂ ਜਿੰਨੇ ਬਾਹਰ ਵਾਸਤੇ ਪੰਜਾਬੀ ਨੇ, ਬਾਹਰ ਵਾਸਤੇ ਇੰਡੀਅਨਸ ਨੇ, ਤੁਸੀਂ ਸਾਰੇ ਇੰਡੀਆ ਦੇ ਪੰਜਾਬ ਦੇ ਐਂਬੈਸਡਰਸ ਜੇ, ਸੋ ਰਾਜਦੂਤ ਜੇ। ਸੋ ਅਸੀਂ ਤੁਹਾਡੇ ਵੱਲ ਵੇਖਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਮੁਲਕ ਨੂੰ, ਆਪਣੇ ਪੰਜਾਬ ਨੂੰ ਹੋਰ ਮਾਨਤਾ ਹੀ ਬਾਹਰ ਮਾਨ ਸਨਮਾਨ ਦਿਓਗੇ ਔਰ ਜੀਂਦੇ ਵਾਸਤੇ ਰਹੋ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਸੰਧੂ ਸਾਹਿਬ, ਤੁਸੀਂ ਮੌਕਾ ਦਿੱਤਾ ਕਿ ਤੁਹਾਡੇ ਨਾਲ ਬੈਠ ਕੇ ਤੁਸੀਂ ਗੱਲਬਾਤ ਅਸੀਂ ਕਰ ਸਕੀਏ ਜੀ। ਬਹੁਤ ਕੁਝ ਸਿੱਖਣ ਲਈ ਵੀ ਮਿਲਿਆ ਜੀ ਤੁਹਾਡੇ ਤੋਂ, ਔਰ ਉਮੀਦ ਕਰਦੇ ਹਾਂ ਜੀ ਸਾਡੇ ਨਾਲ ਤੁਸੀਂ ਇਦਾਂ ਹੀ ਗੱਲਬਾਤ ਅੱਗੇ ਵੀ ਆਪਾਂ ਸਿਲਸਿਲਾ ਇਦਾਂ ਹੀ ਚੱਲਦਾ ਰਹੂਗਾ। ਸੋ ਬਹੁਤ ਮਿਹਰਬਾਨੀ ਸਰ, ਥੈਂਕ ਯੂ ਸਰ, ਥੈਂਕ ਯੂ ਜੀ। ਸੋ ਇਹ ਸੀ ਸਰਦਾਰ ਕੰਵਰ ਸੰਧੂ ਸਾਹਿਬ। ਸੋ ਇਹਨਾਂ ਨਾਲ ਗੱਲਬਾਤ ਕੀਤੀ ਆ, ਸੋ ਗੱਲਬਾਤ ਅੱਗੇ ਹੋਰ ਵੀ ਕਰਦੇ ਰਿਹਾ ਕਰਾਂਗੇ ਆਪਾਂ ਇਹਨਾਂ ਦੇ ਨਾਲ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਦਿਓ ਇਜਾਜ਼ਤ, ਸਾਨੂੰ ਦਿਓ ਇੱਥੇ ਹੀ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।